ਲੋਕ ਤੁਹਾਨੂੰ ਦੇਖਦੇ ਹੁੰਦੇ ਸੀ ਪੂਰੇ ਪੰਜਾਬ ਦੇ ਵਿੱਚ ਫਿਰਦਿਆਂ ਨੂੰ, ਤਾਂ ਅੱਜ ਕੱਲ੍ਹ ਬੀਬੀ ਭੱਠਲ ਜੀ ਪੰਜਾਬ ਦੀ ਕਿਸੇ ਸਟੇਜ ਦੇ ਉੱਪਰ ਨਜ਼ਰ ਨਹੀਂ ਆ ਰਹੇ, ਇੱਕ ਇਲਾਕੇ ਦੇ ਵਿੱਚ, ਇੱਕ ਹਲਕੇ ਦੇ ਵਿੱਚ ਸੀਮਿਤ ਰਹਿ ਗਏ। ਕਿ ਪ੍ਰਿਯੰਕਾ ਗਾਂਧੀ ਜਿਹੜੇ ਕਹਿ ਰਹੇ ਆ ਕਿ ਸਿਆਸਤ ਦੇ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹਨਾਂ ਦੇ ਵੱਲੋਂ ਲਗਾਤਾਰ ਜਾਰੀ ਹੈ। ਤੁਸੀਂ ਪੰਜਾਬ ਦੇ ਪਹਿਲੇ ਔਰਤ ਜਿਹੜੇ ਮੁੱਖ ਮੰਤਰੀ ਬਣੇ ਹੋ, ਤੁਹਾਡੇ ਤੋਂ ਬਾਅਦ ਕੋਈ ਬਣਿਆ ਨਹੀਂ, ਲੱਗਦਾ ਕਿ ਇਸ ਵਾਰ ਇਸ ਤਰੀਕੇ ਦਾ ਵੀ ਹੋਣਾ ਚਾਹੀਦਾ? ਜੋਬ ਵੀ ਇਹਦੇ ਵਿੱਚ ਤੁਹਾਨੂੰ ਬਰਾਬਰ ਦਈਏ। ਬਿਲਕੁਲ। ਸੋ ਮੈਂ ਹੁਣ ਵੀ ਸਮਝਦੀ ਹਾਂ ਕਿ ਜਿਹੜੀ ਕਦੇ ਟਿਕਟ ਦੇ ਦੇਣ, ਜੇ ਮਿਨਿਸਟਰੀ ਫਾਰਮ ਹੋਣੀ ਆ ਉਹਦੇ ਵਿੱਚ ਵੀ 1/3 ਜ਼ਰੂਰ ਲੇਡੀਜ਼ ਦਾ ਹੋਣਾ ਚਾਹੀਦਾ। ਤਰੀਕੇ ਦੇ ਨਾਲ ਸੀਐਮ ਤੋਂ ਬਾਅਦ ਕਿਹਾ ਜਾ ਰਿਹਾ ਕਿ ਡਿਪਟੀ ਸੀਐਮ ਦਲਿਤ ਜਾਂ ਹਿੰਦੂ, ਉਸ ਤਰੀਕੇ ਦੇ ਨਾਲ ਔਰਤਾਂ ਦੀ ਵੀ ਭਾਗੀਦਾਰੀ ਡਿਪਟੀ ਸੀਐਮ ਵਾਲੇ ਪਾਸੇ ਵੀ ਨਹੀਂ ਜਾਣੀ ਚਾਹੀਦੀ ਹੈ ਜਾਂ ਮੁੱਖ ਮੰਤਰੀ ਵਾਲੇ ਪਾਸੇ ਨੂੰ, ਕਿਉਂਕਿ ਤੁਹਾਡੇ ਤੋਂ ਬਾਅਦ ਕੋਈ ਬਣੀ ਨਹੀਂ ਔਰਤ। ਦੇਖੋ ਮੇਰੀ ਤਾਂ ਇਹ ਖਾਸ ਹੁੰਦੀ ਹੈ ਵੀ ਕਾਂਗਰਸ ਦੇ ਅੰਦਰ ਸੀਐਮ ਦੀ ਕੁਰਸੀ ਨੂੰ ਲੈ ਕੇ ਰੌਲਾ ਪੈ ਰਿਹਾ ਹੈ। ਨਵਜੋਤ ਸਿੰਘ ਸਿੱਧੂ ਤੇ ਹੋਰ ਵੀ ਬਹੁਤ ਸਾਰੇ ਲੀਡਰ ਇਹ ਗੱਲ ਚਾਹੁੰਦੇ ਨੇ ਕਿ ਕਾਂਗਰਸ ਨੂੰ ਪਹਿਲਾਂ ਸੀਐਮ ਦਾ ਚਿਹਰਾ ਐਲਾਨ ਦੇਣਾ ਚਾਹੀਦਾ ਹੈ। ਸੁਨੀਲ ਜਾਖੜ ਜਾਂ ਹੋਰ ਬਹੁਤ ਸਾਰੇ ਲੀਡਰ ਇਹ ਗੱਲ ਚਾਹੁੰਦੇ ਨੇ ਕਿ ਇਹ ਵੀ ਕਿਹਾ ਜਾ ਰਿਹਾ ਕਿ ਹਾਈ ਕਮਾਂਡ ਵੀ ਇਹ ਗੱਲ ਚਾਹੁੰਦੀ ਹੈ ਕਿ ਚੋਣਾਂ ਤੋਂ ਪਹਿਲਾਂ ਸੀਐਮ ਦਾ ਚਿਹਰਾ ਨਾ ਐਲਾਨਿਆ ਜਾਵੇ। ਬੀਬੀ ਭੱਠਲ ਜੀ ਦੀ ਕੀ ਸੋਚ ਹੈ? ਚੋਣਾਂ ਬਿਲਕੁਲ ਸਿਰ 'ਤੇ ਨੇ, ਚੋਣ ਜਾਬਤਾ ਲੱਗਣ ਜਾ ਰਿਹਾ ਹੈ। ਪੰਜਾਬ ਕਾਂਗਰਸ ਦੀ ਤੁਸੀਂ ਸਥਿਤੀ ਨੂੰ ਕਿਵੇਂ ਦੇਖਦੇ ਹੋ? ਕਾਂਗਰਸ ਦੇ ਸੀਨੀਅਰ ਲੀਡਰ ਨੇ, ਚਾਹੇ ਪ੍ਰਤਾਪ ਸਿੰਘ ਬਾਜਵਾ ਹੋਣ, ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਹੋਣ, ਚਾਹੇ ਚੋਣ ਕੰਪੇਨ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਹੋਣ, ਚਾਹੇ ਨਵਜੋਤ ਸਿੰਘ ਸਿੱਧੂ ਤੇ ਚਾਹੇ ਚਰਨਜੀਤ ਸਿੰਘ ਚੰਨੀ ਹੋਣ, ਇੱਕ ਜੁਟਤਾ ਜਿਹੜੀ ਆ ਉਹ ਦਿਖਾਈ ਨਹੀਂ ਦੇ ਰਹੀ। ਕੈਪਟਨ ਅਮਰਿੰਦਰ ਸਿੰਘ ਤੁਹਾਡੇ ਵਾਂਗ ਹੀ ਵੱਡੇ ਲੀਡਰ ਸੀ, ਜਿਵੇਂ ਤੁਹਾਡਾ ਵੱਡਾ ਕੱਦ ਰਿਹਾ, ਉਹਨਾਂ ਦਾ ਵੀ ਵੱਡਾ ਕੱਦ ਰਿਹਾ, ਤਾਂ ਉਹ ਕਾਂਗਰਸ ਨੂੰ ਛੱਡ ਕੇ ਗਏ ਨੇ, ਨੁਕਸਾਨ ਹੋਊਗਾ? ਦੇਖੋ, ਛੱਡ ਕੇ ਜਾਣ ਨਾਲ ਸ਼ਾਇਦ ਨੁਕਸਾਨ ਨਾਲੋਂ ਫਾਇਦਾ ਜ਼ਿਆਦਾ ਹੋ ਜਾਏ। ਹੁਣ ਕੈਪਟਨ ਨੇ ਬੀਜੇਪੀ ਨਾਲ ਵੀ ਹੱਥ ਮਿਲਾ ਲਿਆ ਹੈ, ਇਸ ਕਰਕੇ ਮੈਂ ਨਹੀਂ ਸਮਝਦੀ ਕਿ ਕੈਪਟਨ ਦੇ ਜਾਣ ਦੇ ਨਾਲ ਸਾਨੂੰ ਕੋਈ ਨੁਕਸਾਨ ਹੋਇਆ। ਸਾਨੂੰ ਇੰਨਾ ਕੁ ਨੁਕਸਾਨ ਹੋਇਆ ਕਿ ਕੈਪਟਨ ਲੇਟ ਗਿਆ। ਇੱਕ ਆਮ ਚਰਚਾ ਵੀ ਜੀ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਕਾਂਗਰਸ ਦੇ ਵਿੱਚ ਹੁੰਦੇ ਸੀ, ਨਵਜੋਤ ਸਿੱਧੂ ਦੇ ਆਉਣ ਤੋਂ ਪਹਿਲਾਂ, ਜੇ ਉਹਨਾਂ ਨੂੰ ਕੋਈ ਟੱਕਰ ਦੇ ਸਕਦਾ ਸੀ ਤਾਂ ਬੀਬੀ ਭੱਠਲ ਹੀ ਦੇ ਸਕਦੇ ਸੀ। ਇਸੇ ਕਰਕੇ ਬੀਬੀ ਭੱਠਲ ਨੂੰ ਜਾਣਬੁੱਝ ਕੇ ਕੈਪਟਨ ਅਮਰਿੰਦਰ ਸਿੰਘ ਵਿਰੋਧੀਆਂ ਦੇ ਨਾਲ ਰਲ ਕੇ ਹਰਵਾ ਦਿੰਦੇ ਸੀ, ਤੇ ਇਸ ਵਕਤ ਤੁਹਾਡੇ ਵਿਰੋਧੀ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸ਼ਰੇਆਮ ਗੱਠਜੋੜ ਕਰਕੇ ਲੜ ਰਹੇ ਨੇ। ਇਸ ਵਾਰ ਮੁਕਾਬਲਾ ਕਿਹੋ ਜਿਹਾ ਰਿਹਾ? ਮੈਂ ਇਹਨਾਂ ਨੂੰ ਸਾਰਾ ਕੁਝ ਸੀਐਮ ਪ੍ਰਧਾਨ ਬਣਾ ਕੇ ਸਾਰਾ ਕੁਝ ਕਰਕੇ ਤੇ ਮੈਨੂੰ ਕਿਸੇ ਕੰਮ ਬਾਹਰ ਜਾਣਾ ਪਿਆ, ਤੇ ਮੈਨੂੰ ਬਾਹਰ ਗਈ ਜੋ ਜਾਣ ਵੇਲੇ ਕਹਿੰਦੇ ਸੀ ਮੈਂ ਤੁਹਾਡਾ ਭਰਾ ਬੈਠਾ, ਫਿਕਰ ਨਾ ਕਰਿਓ। ਮੇਰੇ ਬਾਹਰ ਗਈ ਦੀ ਲੱਤ ਵੱਡੀ ਸੀ ਇਹਨਾਂ ਨੇ। ਸਭ ਤੋਂ ਪਹਿਲਾਂ ਮੇਰਾ ਸੀਐਲਪੀ ਦਾ ਜਿਹੜਾ ਹੈਗਾ ਸੀਗਾ ਉੱਥੇ, ਤੇ ਉਹਦਾ ਜਿਹੜਾ ਮੈਂ ਖੁਦ ਰਿਜ਼ਾਈਨ ਲੈ ਕੇ ਗਈ ਸੋਨੀਆ ਜੀ ਕੋਲ। ਸੋਨੀਆ ਜੀ ਗਵਾਹ ਇਸ ਗੱਲ ਦੇ, ਕਿਉਂਕਿ ਇੱਥੇ ਇਸ ਵਾਰ ਸਾਡੀ ਪਾਰਟੀ ਵੀ ਸੋਚਦੀ ਸੀ ਕਿ ਪੂਰੀ ਟਰਮ ਨਹੀਂ, ਕੁਝ ਟਰਮ ਜਿਹੜੀ ਆ ਸੀਐਮ ਵਾਲੀ ਲੰਘੀ ਹੈਗੀ ਪਿੱਛੇ ਸੀਐਮ ਸਾਹਿਬ ਵਾਲੀ, ਇਹਨਾਂ ਨੂੰ ਦੇਣੀ ਸੀ ਤੇ ਬਾਕੀ ਮੈਨੂੰ ਦੇਣੀ ਸੀ। ਅੱਛਾ, ਅੱਧੇ ਸਮੇਂ ਲਈ ਸੀਐਮ ਤੁਸੀਂ ਬਣਨਾ, ਮੈਨੂੰ ਬਣਾਉਣਾ ਸੀ। ਇਵੇਂ ਜਿਵੇਂ ਢੀਂਡਸਾ ਜੀ ਜਿਹੜੇ ਕਹਿੰਦੇ ਸੀ ਕਿ ਇਹਨਾਂ ਨੂੰ ਪਦਮ ਸ਼੍ਰੀ ਦਿੱਤਾ ਗਿਆ, ਮੈਂ ਕਹਿੰਦੀ ਦੱਸਤਾ ਵੀ ਉਹ ਕਹਿੰਦੇ ਬਾਰਡਰ ਤੇ ਲੜੇ ਨੇ, ਕਾਹਦਾ ਪਦਮ ਸ਼੍ਰੀ ਹੈ? ਉਹ ਪਦਮ ਸ਼੍ਰੀ ਨਹੀਂ ਸੀ, ਉਹ ਬੀਜੇਪੀ ਦੇ ਨਾਲ ਰਲਣ ਦੀ ਉਹਨਾਂ ਦੀ ਇੱਕ ਸਾਈ ਫੜਾਈ ਸੀ। ਅੱਜ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਭਦੌੜ ਰੈਲੀ ਦੇ ਵਿੱਚ ਵੱਡੇ ਐਲਾਨ ਕਰ ਦਿੱਤੇ ਗਏ, 2 ਸਿਲੰਡਰ 2-2000 ਰੁਪਇਆ, ਤੇ ਸਕੂਟਰੀਆਂ 12,000 15,000 20,000 ਤੱਕ 5ਵੀਂ ਪਾਸ 8ਵੀਂ ਪਾਸ ਤੇ 12ਵੀਂ ਪਾਸ ਕੁੜੀਆਂ ਨੂੰ ਦੇਣ ਦੇ ਐਲਾਨ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਕਰ ਦਿੱਤੇ ਗਏ। ਕਿਵੇਂ ਦੇਖਦੇ ਹੋ? ਜਦੋਂ ਤਾਂ ਵੱਖ-ਵੱਖ ਲੀਡਰਾਂ ਦੇ ਵੱਲੋਂ ਐਲਾਨ ਕੀਤੇ ਜਾ ਰਹੇ ਸੀ ਪੈਸੇ ਦੇਣ ਦੇ, ਉਦੋਂ ਨਵਜੋਤ ਸਿੰਘ ਸਿੱਧੂ ਨਿਸ਼ਾਨੇ 'ਤੇ ਲੈਂਦੇ ਰਹੇ ਉਹਨਾਂ ਨੂੰ, ਅੱਜ ਖੁਦ ਐਲਾਨ ਕਰਤੇ। 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਪਾਰਟੀਆਂ ਦੇ ਵੱਲੋਂ ਤਿਆਰੀਆਂ ਜਿਹੜੀਆਂ ਪੂਰੇ ਤਰੀਕੇ ਦੇ ਨਾਲ ਖਿੱਚ ਲਈਆਂ ਗਈਆਂ ਨੇ, ਪਰ ਕਾਂਗਰਸ ਤੇ ਨਜ਼ਰਾਂ ਹਾਲੇ ਬਣੀਆਂ ਹੋਈਆਂ ਨੇ, ਕਿਉਂਕਿ ਕਾਂਗਰਸ ਦੇ ਅੰਦਰ ਆਪਸੀ ਖਿੱਚੋਤਾਣ ਹਾਲੇ ਲਗਾਤਾਰ ਜਾਰੀ ਹੈ। ਟਿਕਟਾਂ ਦੀ ਵੰਡ ਨੂੰ ਲੈ ਕੇ ਵੀ ਹੈ, ਸੀਐਮ ਦੀ ਕੁਰਸੀ ਨੂੰ ਲੈ ਕੇ ਵੀ ਹੈ, ਤੇ ਹੋਰ ਵੀ ਬਹੁਤ ਸਾਰੀਆਂ ਖਿੱਚੋਤਾਣ ਲਗਾਤਾਰ ਜਾਰੀ ਨੇ। ਇਕਜੁੱਟਤਾ ਜਿਹੜੀ ਹੈ ਦਿਖਾਈ ਨਹੀਂ ਦੇ ਰਹੀ। ਸਾਡੇ ਨਾਲ ਜੁੜੇ ਹੋਏ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਜੀ। ਪੰਜਾਬ ਦੇ ਸਿਨੈਰੀਓ ਤੇ ਕਾਂਗਰਸ ਦੀ ਕੀ ਪਲੈਨਿੰਗ ਹੈ, ਪੂਰੇ ਤਰੀਕੇ ਦੇ ਨਾਲ ਗੱਲਬਾਤ ਕਰਾਂਗੇ। ਤੇ ਬੀਬੀ ਭੱਠਲ ਜੀ ਹੁਣ ਕੀ ਸੋਚਦੇ ਨੇ, ਕਿ ਉਹ ਵੀ ਸੀਐਮ ਦੇ ਦਾਅਵੇਦਾਰ ਹੈਗੇ ਨੇ ਜਾਂ ਨਹੀਂ, ਜਾਂ ਹੋਰ ਕੀ ਕੁਝ ਗੱਲਬਾਤ ਹੈ, ਉਸ 'ਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਬੀਬੀ ਜੀ, ਸਵਾਗਤ ਹੈ ਪ੍ਰੋਗਰਾਮ। ਬੀਬੀ ਜੀ, ਪੰਜਾਬ ਲੈਵਲ ਦੇ ਤੁਸੀਂ ਲੀਡਰ ਹੋ, ਪੱਤਰਕਾਰ ਦੇ ਤੌਰ 'ਤੇ ਨਹੀਂ, ਪਹਿਲਾ ਸਵਾਲ ਮੇਰਾ ਲੋਕਾਂ ਦੇ ਤੌਰ 'ਤੇ ਹੀ ਹੈ। ਲੋਕ ਤੁਹਾਨੂੰ ਦੇਖਦੇ ਹੁੰਦੇ ਸੀ ਪੂਰੇ ਪੰਜਾਬ ਦੇ ਵਿੱਚ ਫਿਰਦਿਆਂ ਨੂੰ, ਤਾਂ ਅੱਜ ਕੱਲ੍ਹ ਬੀਬੀ ਭੱਠਲ ਜੀ ਪੰਜਾਬ ਦੀ ਕਿਸੇ ਸਟੇਜ ਦੇ ਉੱਪਰ ਨਜ਼ਰ ਨਹੀਂ ਆ ਰਹੇ, ਇੱਕ ਇਲਾਕੇ ਦੇ ਵਿੱਚ, ਇੱਕ ਹਲਕੇ ਦੇ ਵਿੱਚ ਸੀਮਿਤ ਰਹਿ ਗਏ। ਦੇਖੋ, ਹਰ ਸਿਚੁਏਸ਼ਨ ਇੱਕੋ ਜਿਹੀ ਨਹੀਂ ਹੁੰਦੀਆਂ।
ਤੇ ਅਸੀਂ ਜੇ ਸੋਚੀਏ ਕਿ ਜਿੰਨਾ ਸ਼ੁਰੂ ਚ ਕੀਤਾ ਹੁਣ ਕਰਨਾ ਹੈ, ਹਰ ਚੀਜ਼ ਦਾ ਸੀਜ਼ਨ ਵਿੱਚ ਫਰਕ ਪੈਂਦਾ ਹੈ, ਦਿਨ ਤੋਂ ਬਾਅਦ ਰਾਤ ਆਉਂਦੀ ਹੈ, ਰਾਤ ਤੋਂ ਬਾਅਦ ਦਿਨ ਆਉਂਦਾ ਹੈ, ਤਬਦੀਲੀਆਂ ਹੁੰਦੀਆਂ ਰਹਿੰਦੀਆਂ। ਅਸੀਂ ਬੜੀ ਦੇਰ ਤੱਕ ਆਪਣਾ ਰੋਲ ਅਦਾ ਕੀਤਾ ਹੈ, ਮੁੱਖ ਹੋ ਕੇ ਵੀ ਕੀਤਾ ਹੈ, ਨਾਲ ਹੋ ਕੇ ਵੀ ਕੀਤਾ ਹੈ, ਡਿਫਿਕਲਟ ਹਾਲਾਤਾਂ ਵਿੱਚ ਵੀ ਕੀਤਾ ਹੈ। ਬਿਲਕੁਲ। ਉਹ ਸਾਰੀਆਂ ਸਿਚੁਏਸ਼ਨਾਂ 'ਚ ਜੋ ਜ਼ਿੰਮੇਵਾਰੀਆਂ ਪਾਈਆਂ ਪਹਿਲੀ ਕਤਾਰ 'ਚ ਰਹਿ ਕੇ, ਚਾਹੇ ਉਹ ਜਿਹੜੀ ਸਾਨੂੰ ਜੇਲ੍ਹਾਂ 'ਚ ਜਾਣਾ ਪਿਆ ਹੋਵੇ, ਚਾਹੇ ਸਾਨੂੰ ਲਾਠੀਆਂ ਖਾਣੀਆਂ ਪਈਆਂ ਹੋਣ, ਅਸੀਂ ਡਟ ਕੇ ਉਸ ਵਕਤ ਆਪਣਾ ਫਰਜ਼ ਪੂਰਾ ਕੀਤਾ ਹੈ। ਲੇਕਿਨ ਹਮੇਸ਼ਾ ਅਸੀਂ ਹੀ ਬਣੇ ਰਹੀਏ, ਇਹ ਮੇਰੀ ਕਦੇ ਵੀ ਇੱਛਾ ਨਹੀਂ ਹੁੰਦੀ, ਕਿਉਂਕਿ ਮੈਂ ਤਾਂ ਜਿਸ ਤਰ੍ਹਾਂ ਦੱਸਿਆ ਕਿ ਅਨਵਿਲਿੰਗਲੀ ਮੈਂ ਪੋਲਿਟਿਕਸ ਦੇ ਵਿੱਚ ਪਈ ਸੀ, ਮੇਰਾ ਕੋਈ ਇੰਟਰਸਟਿੰਗ ਸਬਜੈਕਟ ਨਹੀਂ ਸੀ, ਲੇਕਿਨ ਉਹ ਪੂਰਾ ਕਰ ਲਿਆ। ਸਾਰਿਆਂ ਥਾਵਾਂ ਤੇ ਸਾਰੀਆਂ ਕੁਰਸੀਆਂ ਤੇ ਬੈਠ ਕੇ ਉੱਠੇ ਹੋਏ ਹਾਂ, ਤੇ ਇਸ ਲਈ ਅੱਜ ਸਾਨੂੰ ਨੌਜਵਾਨ ਅੱਗੇ ਆਏ ਆ, ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਹੈ। ਹਰ ਸਮੇਂ ਦੇ ਵਿੱਚ ਸਮਝਦੇ ਹਾਂ ਸਾਡਾ ਇੰਡੀਆ ਜਿਹੜਾ ਹੈਗਾ ਭਾਰਤ ਹੈ, ਇਹਨੂੰ ਸਮਝਦੇ ਵੀ ਇੱਥੇ 60% ਯੰਗਸਟਰ ਨੇ, ਤੇ ਜੇ ਯੰਗਸਟਰ ਨੇ ਔਰ ਅੱਜ ਅਸੀਂ ਸਮਝਦੇ ਹਾਂ ਕਿ ਜੋਸ਼ ਦੀ ਵੀ ਲੋੜ ਹੈਗੀ ਹੈ, ਅਸੀਂ ਸਾਰੇ ਪਿੱਛੇ ਬੈਠ ਕੇ ਇਹਨਾਂ ਨੂੰ ਥਾਪੜਾ ਦੇ ਕੇ ਇਹਨਾਂ ਨੂੰ ਹੋਸ਼ ਤੇ ਇਹਨਾਂ ਨੂੰ ਸੰਜਮ ਤੇ ਇਹ ਚੀਜ਼ਾਂ ਸਿਖਾਉਣੀਆਂ ਚਾਹੁੰਦੇ ਆ। ਸੋ ਇਸ ਕਰਕੇ ਮੈਂ ਤਾਂ ਜਦੋਂ ਮੇਰੇ ਕੋਲ 2 ਅਹੁਦੇ ਸੀਗੇ, CLP ਲੀਡਰ ਦਾ ਔਰ ਨਾਲ ਹੀ ਸੀ ਮੇਰੇ ਕੋਲ ਕਾਂਗਰਸ ਪ੍ਰਧਾਨ ਦਾ ਜੀ, ਮੈਂ ਉਦੋਂ ਖੁਦ ਚੱਲ ਕੇ ਗਈ ਸੀ ਸੋਨੀਆ ਜੀ ਕੋਲੇ ਕਿ ਮੈਂ ਇੱਕ ਅਹੁਦਾ ਵਾਪਸ ਕਰਨਾ ਚਾਹੁੰਦੀ ਹਾਂ ਤੇ ਕਿਸੇ ਯੰਗਸਟਰ ਨੂੰ ਬਣਾਓ। ਬਿਲਕੁਲ। ਫਿਰ ਉਸ ਵਕਤ ਮੈਂ ਮਹਿੰਦਰ ਸਿੰਘ KP ਨੂੰ ਬਣਵਾ ਕੇ ਲਿਆਈ ਸੀ, ਤੇ ਦੂਸਰੀ ਵਾਰ ਫਿਰ ਉਸ ਤੋਂ ਬਾਅਦ ਚੌਧਰੀ ਜਗਜੀਤ ਨੂੰ CLP 'ਚ ਬਣਾ ਕੇ ਲਿਆਈ ਸੀ ਮੈਂ ਡਿਪਟੀ ਲੀਡਰ ਆਪਣੀ ਥਾਂ ਤੇ। ਸੋ ਮੈਂ ਕਦੇ ਵੀ ਨਹੀਂ ਸੋਚਿਆ ਕਿ ਇੱਕ ਬੰਦਾ ਇੱਕ ਵਾਰ ਬਹਿ ਜਾਵੇ ਆਪਣੇ ਕਿਸੇ ਸੀਟ ਦੇ ਉੱਪਰ ਕਬਜ਼ਾ ਕਰਕੇ ਤੇ ਮੁੜ ਕੇ ਛੱਡੇ ਹੀ ਨਾ, ਲੋਕਾਂ ਨੂੰ ਛਡਾਉਣਾ ਪਵੇ। ਇਸ ਕਰਕੇ ਉਹਦੇ ਤੇ ਮੈਂ ਸਮਝਦੀ ਹਾਂ ਕਿ ਵਕਤ ਹੈ, ਸਾਡੇ ਬੱਚੇ ਹੈ, ਨੌਜਵਾਨ ਹੈ, ਅਗਰੈਸਿਵ ਨੇ, ਬੜੇ ਸਿਆਣੇ ਹੈ, ਸਮੇਂ ਦੇ ਮੁਤਾਬਕ ਚੱਲ ਰਹੇ ਹੈ, ਇਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਹੈਗਾ। ਇਸੇ ਕਰਕੇ ਮੈਂ ਲਿਮਟਿਡ ਜਿੰਨਾ ਕੁ ਆਪਣਾ ਸਮਝਦੀ ਹਾਂ ਕਿ ਮੈਨੂੰ ਥੋੜਾ ਜਿੰਨਾ ਕੁ ਬੰਦਾ ਪੋਲਿਟਿਕਸ 'ਚ ਰਿਹਾ ਹੁੰਦਾ ਹੈ, ਉਹ ਠੀਕ ਹੈ ਕਿ ਥੋੜਾ ਬਹੁਤ ਐਕਟਿਵ ਪੂਰਾ ਨਹੀਂ ਹੁੰਦਾ, ਘੱਟ ਐਕਟਿਵ ਹੁੰਦਾ ਹੈ। ਸੋ ਆਪਣੀਆਂ ਉਮਰਾਂ ਮੁਤਾਬਕ ਵੀ, ਸਮੇਂ ਮੁਤਾਬਕ ਵੀ ਮੈਂ ਉਹਨਾਂ ਕਰਦੀਆਂ ਜਿੰਨਾ ਕਿ ਮੈਨੂੰ ਕਰਨਾ ਪੈਂਦਾ ਜਾਂ ਮੈਨੂੰ ਚੰਗਾ ਲੱਗਦਾ ਜਾਂ ਮੈਂ ਕਰ ਸਕਦੀ ਹਾਂ। ਇਸ ਚੋਣਾਂ ਦੇ ਵਿੱਚ ਕਿੰਨੀ ਕੁ ਭੂਮਿਕਾ ਰਹੂਗੀ? ਚਾਹੇ ਤੁਸੀਂ KP ਸਾਹਿਬ ਦਾ ਨਾਮ ਲਿਆ, ਚਾਹੇ ਸੁਨੀਲ ਜਾਖੜ ਹੋਣ, ਚਾਹੇ ਸ਼ਮਸ਼ੇਰ ਸਿੰਘ ਦੂਲੋ, ਪ੍ਰਤਾਪ ਸਿੰਘ ਬਾਜਵਾ ਜਾਂ ਹੋਰ ਲੀਡਰ ਹੋਣ, ਉਹ ਇਹ ਕਹਿ ਕੇ ਆਪਣੀ ਸੀਨੀਅਰਟੀ ਵਧਾ ਰਹੇ ਨੇ ਕਿ ਅਸੀਂ ਪ੍ਰਧਾਨਗੀ ਕੀਤੀ ਹੈ। ਜੇ ਮੈਂ ਤੁਹਾਡੀ ਗੱਲ ਕਰਾਂ, ਤੁਹਾਡੇ ਜਿੰਨੇ ਅਹੁਦੇ ਮੇਰੇ ਖਿਆਲ 'ਚ ਕਿਸੇ ਕੋਲ ਵੀ ਨਹੀਂ ਰਹੇ। ਮੁੱਖ ਮੰਤਰੀ ਤੁਸੀਂ ਰਹੇ, ਸਾਬਕਾ ਮੁੱਖ ਮੰਤਰੀ ਹੁਣ ਤੁਸੀਂ, ਤੇ ਉਪ ਮੁੱਖ ਮੰਤਰੀ ਤੁਸੀਂ ਰਹੇ, ਪ੍ਰਧਾਨ ਵੀ ਰਹੇ, ਕਿ ਤੁਸੀਂ ਵੀ ਆਪਣੀ ਸੀਨੀਅਰਟੀ ਦਿਖਾਓਗੇ ਕਿਸੇ ਤਰੀਕੇ ਦੇ ਨਾਲ, ਕਿਸੇ ਅਹੁਦੇ ਲਈ ਜਾਓਗੇ ਜਾਂ ਸਿਰਫ ਕੰਮ ਹੀ ਕਰਨਾ ਜਿਵੇਂ ਤੁਸੀਂ ਦੱਸ ਰਹੇ ਹੋ ਪਾਰਟੀ ਦੇ? ਜਿਵੇਂ ਮੈਂ ਦੱਸਿਆ ਕਿ ਤੁਸੀਂ ਅਹੁਦੇ ਰਹੇ ਆ ਤੇ ਡਿਪਟੀ ਆਪੋਜੀਸ਼ਨ ਦੀ ਲੀਡਰ ਵੀ ਮਰੇਂਗੇ, ਜਿਹੜੇ ਹਰੇਕ ਨਹੀਂ ਰਿਹਾ ਹੋਣਾ, ਪਾਰਟੀ ਪ੍ਰਧਾਨ ਵੀ। ਬਿਲਕੁਲ। ਅੱਜ ਉਹ ਤਾਂ ਨਹੀਂ ਰਹੇ ਹੈਗੇ, ਨਾ ਜਾਖੜ ਸਾਹਿਬ ਰਹੇ ਆ, ਨਾ ਦਰਬਾਰਾ ਸਿੰਘ ਰਹੇ ਆ, ਵੀਰਦਿੰਦਰ ਸਿੰਘ ਉਸ ਵਕਤ ਦਾ ਗਵਾਹ ਹੈ। ਜਦੋਂ ਆਮ ਲੋਕ ਕੁਛ ਮੰਗਣ ਜਾਂਦੇ ਆ, ਬਣਨ ਜਾਂਦੇ ਆ, ਰਹਿਣ ਜਾਂਦੇ ਆ, ਮੈਨੂੰ ਤੁਸੀਂ ਪਹਿਲਾਂ ਇਹ ਸੋਚਿਆ ਹੋਊਗਾ ਕੈਂਡੀਡੇਟ ਕਿ ਮੈਂ ਲੈਣਾ ਨਹੀਂ ਕੁਛ, ਛੱਡਣ ਵਾਸਤੇ, ਜਿਵੇਂ ਕਿ ਸਿਆਸਤ ਵਿੱਚ ਆਉਣਾ ਚਾਹੁੰਦੀ, ਲਾਈ ਗਈ। ਇਸ ਤੋਂ ਬਾਅਦ ਜਦੋਂ ਮੈਂ ਜਿੱਤੀ ਹੈਗੀ 80 ਦੇ ਵਿੱਚ MLA ਬਣ ਗਈ ਮੈਂ, ਕਿ 80 ਜਦੋਂ ਮਿਨਿਸਟਰੀ ਬਣਾਉਣ ਲੱਗੇ ਤਾਂ ਮੈਨੂੰ ਵੱਡੇ ਜਾਖੜ ਸਾਹਿਬ ਬਲਰਾਮ, ਜਿਹੜੇ ਉਹਨਾਂ ਦੇ ਫਾਦਰ ਸੀ ਬਲਰਾਮ ਜਾਖੜ ਜੀ, ਉਹਨਾਂ ਦਾ ਫੋਨ ਆਇਆ ਸੀਗਾ ਕਿ ਇੰਨੇ ਵਜੇ ਦਰਬਾਰਾ ਸਿੰਘ ਜੀ CM ਮੇਰੇ ਕੋਲ ਆ ਰਹੇ ਨੇ ਤੇ ਤੂੰ ਬੀਬਾ ਇੱਥੇ ਪਹੁੰਚ ਤੇਰੀ ਮਿਨਿਸਟਰੀ ਵਾਸਤੇ। ਮੈਂ ਕਿਹਾ ਜੀ ਨਹੀਂ, ਮੈਂ ਪਹਿਲਾਂ ਬਹਾਨਾ ਮਾਰਦੀ ਰਹੀ ਕਿ ਮੇਰੇ ਕੋਲ ਗੱਡੀ ਨਹੀਂ ਹੈ, ਜੇ ਨਹੀਂ ਹੈ, ਬਿਜ਼ੀਆਂ, ਮੈਂ ਬਣਨਾ ਨਹੀਂ ਚਾਹੁੰਦੀ ਜੀ। ਮੈਨੂੰ ਨਹੀਂ ਲੱਗਦਾ ਕਿ ਸਿਆਸਤ ਵਿੱਚ ਆਇਆ ਕੋਈ ਵੀ ਸਿਆਸੀ ਆਦਮੀ ਆਪਣੀ ਮਿਨਿਸਟਰੀ ਬਣਨ ਲਈ ਪੈਰ ਪਿੱਛੇ ਨੂੰ ਖਿੱਚੇ। ਸੋ ਇਹ ਮੈਂ ਜਿਵੇਂ ਦੱਸਿਆ ਕਿ ਕੋਈ ਗਵਾਹ ਵੀਰਦਿੰਦਰ ਸਿੰਘ, ਬਾਕੀ ਤਾਂ ਗਵਾਹ ਮੇਰੇ ਕੋਲ ਹੈ ਨਹੀਂ ਗੇ, ਕਿਉਂਕਿ ਇੰਦਰਾ ਜੀ ਨੇ ਫੈਸਲਾ ਕਰਤਾ ਸੀ ਮੇਰਾ ਵੀ ਇੱਕ ਲੇਡੀ ਲੈਣੀ ਹੈ ਤੇ ਮੈਨੂੰ ਪਤਾ ਸੀਗਾ। ਇਸ ਕਰਕੇ ਉਹ ਚਾਹੁੰਦੇ ਸੀ CM ਸਾਹਿਬ ਕਿ ਮੈਂ ਮੇਰੇ ਕੋਲ ਆਊਗੀ ਤੇ ਮੈਂ ਇਹਨੂੰ ਕਹੂੰ ਮੈਂ ਤੈਨੂੰ ਬਣਾ ਰਿਹਾ, ਆਸ਼ੀਰਵਾਦ ਦੇ ਰਿਹਾ ਤੈਨੂੰ, ਫਲਾਣਾ ਧਮਕਾ। ਤੇ ਮੈਂ ਆਖਿਆ ਜੀ ਮੈਂ ਪਹਿਲਾਂ ਤਾਂ ਗੱਡੀ ਨਹੀਂ ਹੈ, ਉਹ ਕਹਿੰਦੇ ਮੈਂ ਗੱਡੀ ਭੇਜ ਦਿੰਦਾ, ਜਾਖੜ ਸਾਹਿਬ ਨੇ ਕਿਹਾ। ਤੇ ਮੈਂ ਆਖਿਆ ਜੀ ਨਹੀਂ, ਸੱਚੀ ਗੱਲ ਇਹ ਹੈਗੀ ਕਿ ਮੈਂ ਬਣਨਾ ਨਹੀਂ ਚਾਹੁੰਦੀ। ਤੇ ਉਹ ਕਹਿਣ ਲੱਗੇ ਹੱਸ ਕੇ, ਕਹਿੰਦੇ ਆ ਪਹਿਲੀ ਵਾਰ ਸੁਣਿਆ ਮੈਂ ਕਿ MLA ਤਾਂ ਲੋਕ ਮਗਰੋਂ ਬਣਦੇ ਆ, ਪਹਿਲਾਂ ਲੱਗ ਜਾਂਦੇ ਆ ਕਿ ਮੈਂ ਬਣਾ। ਤੁਸੀਂ ਸਾਲ ਹੋ ਗਿਆ MLA ਬਣਿਆ ਨੂੰ, ਤੇ ਹੁਣ ਤੁਹਾਨੂੰ ਸਾਲ ਤੋਂ ਬਾਅਦ ਜਦੋਂ ਸੋਚਿਆ ਕਿ ਫਰੈਸ਼ ਨਹੀਂ ਹੈ, ਹੁਣ ਇਹਨੂੰ ਐਕਸਪੀਰੀਅੰਸ ਹੋ ਗਿਆ MLA ਦਾ, ਬਣਾਈਏ, ਤੇ ਤੁਸੀਂ ਕਹਿ ਰਹੇ ਹੋ ਮੈਂ ਬਣਨਾ ਨਹੀਂ। ਇੱਕ ਮਿਨਿਸਟਰ ਉਹਨਾਂ ਨੇ ਬਣਾਉਣੀ ਹੈ, ਲੇਡੀ ਬਣਾਉਣੀ ਹੈਗੀ ਹੈ। ਮੈਂ ਉਹਨਾਂ ਨੂੰ ਬੜਾ ਇਹ ਕੀਤਾ ਕਿ ਨਹੀਂ ਮੇਰੀ ਰਿਕੁਐਸਟ ਹੈ ਪਲੀਜ਼ ਮੈਨੂੰ ਜੀ MLA ਬਣੀ ਆ ਇਸ ਟਰਮ, ਮੈਨੂੰ ਸਾਰੀ ਟਰਮ MLA ਦੇ ਕੰਮ ਦੇ ਵਿੱਚ ਸਿੱਖਣ ਦਾ ਮੌਕਾ ਦਿਓ। ਬਿਲਕੁਲ। ਸੋ ਉਹਨਾਂ ਨੇ ਇੰਨੇ CM ਆਏ ਤਾਂ ਉਹਨਾਂ ਮੇਰੀ ਗੱਲ ਕਰਾਤੀ CM ਸਾਹਿਬ ਨਾਲ, ਬੀਬਾ ਤੈਨੂੰ ਅਸੀਂ ਬਣਾਉਣਾ ਚਾਹੁੰਦੇ ਹਾਂ। ਸੋ ਉਹਨਾਂ ਨੂੰ ਮੈਂ ਇਹੀ ਗੱਲ ਹੀ ਕਹੀ ਵੀ ਮੈਨੂੰ ਨਾ ਬਣਾਓ, ਤੇ ਲੇਕਿਨ ਫਿਰ ਉਹਨਾਂ ਨੇ ਕਿਹਾ ਵੀ ਨਹੀਂ ਬਣਾਉਣਾ ਤਾਂ ਹੈ, ਸੀ ਲੇਡੀ ਬਣਾਉਣੀ ਹੈ। ਮੈਂ ਕਿਹਾ ਅੱਛਾ ਜੇ ਤੁਸੀਂ ਮੈਨੂੰ ਬਣਾਉਣਾ ਹੀ ਹੈ ਤਾਂ ਮੈਨੂੰ ਤੁਸੀਂ ਸਭ ਤੋਂ ਛੋਟੀ ਜਿਹੜੀ ਡਿਪਟੀ ਮਿਨਿਸਟਰ ਹੁੰਦਾ ਉਹ ਬਣਾ ਦਿਓ। ਉਹ ਫਿਰ ਹੱਸ ਕੇ ਕਹਿਣ ਲੱਗੇ ਬੀਬਾ ਤੂੰ ਸਟੇਟ ਮਿਨਿਸਟਰ ਦਾ ਦਰਜਾ ਤੇਰੇ ਕੋਲ ਹੈਗਾ ਸੀ ਕਿਉਂਕਿ ਤੂੰ ਖਾਦੀ ਬੋਰਡ ਦੀ ਮੈਂਬਰ ਸੈਕਟਰੀ ਹੈਗੀ ਹੈ,
ਤੇ ਜਦੋਂ ਤੇਰੇ ਕੋਲ ਸੀਗਾ ਦਰਜਾ ਛੋਟੀ ਕਿਵੇਂ ਬਣਾ ਦਿਆਂਗੇ, ਤੈਨੂੰ ਸਟੇਟ ਮਿਨਿਸਟਰ ਬਣਾਉਣਾ ਪੈਣਾ ਹੈ। ਬਿਲਕੁਲ। ਸੋ ਇਹ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਤੁਹਾਡੀ ਅੱਜ ਵੀ ਇੱਛਾ ਮੈਂ ਬਣਾ, ਮੇਰੀ ਕਦੇ ਵੀ ਇਸ ਤਰ੍ਹਾਂ ਇੱਛਾ ਨਹੀਂ ਹੋਈ ਕਿ ਮੈਂ ਬਣਾ। ਮੈਨੂੰ ਪਾਰਟੀ ਬਣਾ ਦਿੰਦੀ ਹੈ, ਮਾਣ ਸਨਮਾਨ ਦੇ ਦਿੰਦੀ ਹੈ, ਮੈਂ ਉਸ ਸੀਟ ਦਾ ਸਨਮਾਨ ਕਰਦੀ ਹਾਂ, ਉੱਥੇ ਮੈਂ ਕੰਮ ਕਰਦੀ ਹਾਂ। ਸੋ ਮੈਂ ਤਾਂ ਆਪਣੇ ਵੱਲੋਂ ਸਗੋਂ ਉਹਦੇ ਤੋਂ ਭੱਜਦੀ ਰਹੀ ਹਾਂ ਕਿ ਨਹੀਂ ਕਿਸੇ ਹੋਰਾਂ ਨੂੰ ਮੌਕਾ ਦਿਓ, ਮੈਂ ਸਿੱਖ ਲਵਾਂ। ਮੇਰੀ ਐਕਚੁਅਲੀ ਜਿਹੜੀ ਮੇਰੀ ਸ਼ੁਰੂ ਤੋਂ ਸੋਚ ਹੈ ਉਹ ਕੁਛ ਨਾ ਕੁਛ ਹਿਸਟੋਰੀਕਲ ਚੀਜ਼ਾਂ ਜਾਣਨ ਵਾਸਤੇ ਹੈ। ਕੁਛ ਜਿਸ ਤਰ੍ਹਾਂ ਦਬਖਾਂਤ ਵਿੱਚ ਅਸੀਂ ਨਿਕਲੇ ਹਾਂ, ਜਿਸ ਤਰ੍ਹਾਂ ਦੇ ਗਰੀਬ ਦੁਖੀ ਲੋਕ ਮੈਂ ਦੇਖੇ, ਜਿਸ ਤਰ੍ਹਾਂ ਦੇ ਅਸੀਂ ਹਾਲਾਤ ਵਿੱਚੋਂ ਲੋਕਾਂ ਦੇ ਵਿੱਚ ਵਿਚਰ ਕੇ ਲੋਕਾਂ ਦੀਆਂ ਹਾਲਾਤਾਂ ਦੇਖੀਆਂ, ਬਿਲਕੁਲ ਉਹਨਾਂ ਦੇ ਵਿੱਚ ਕੋਈ ਸਮਾਜਿਕ ਤੌਰ ਤੇ ਮਦਦ ਕਰ ਸਕਾਂ, ਕੋਈ ਨਿੱਜੀ ਹੈਲਪ ਕਰ ਸਕਾਂ, ਕਿਸੇ ਥਾਂ ਤੇ ਆ ਕੇ ਉਹਨਾਂ ਦੀ ਜ਼ਿੰਦਗੀ ਨੂੰ ਦਰਸਾ ਸਕਾਂ ਕਿਸੇ ਵੀ ਤਰੀਕੇ ਦੇ ਨਾਲ। ਮੇਰਾ ਉਹ ਸੋਚ ਰਹੀ ਹੈਗੀ ਸੀ। ਮੈਨੂੰ ਸ਼ੁਰੂ ਤੋਂ ਨਾਵਲ ਪੜ੍ਹਨ ਦਾ ਬੜਾ ਸ਼ੌਕ ਹੁੰਦਾ ਸੀਗਾ, ਉਸ ਤਰ੍ਹਾਂ ਦੇ ਕਿਸੇ ਰਾਈਟਿੰਗਸ ਰਾਹੀਂ ਮੈਂ ਦਿਖਾ ਸਕਾਂ, ਇਹ ਸ਼ੌਕ ਸੀ ਮੇਰਾ। ਸੋ ਲੇਕਿਨ ਉਹ ਵੀ ਪੂਰਾ ਨਹੀਂ ਹੋ ਸਕਿਆ, ਇਹ ਮੈਨੂੰ ਅਨਵਾਂਟਡਲੀ ਕਰਨਾ ਪਿਆ। ਮੇਰੀ ਕਦੇ ਵੀ ਇਹ ਇੱਛਾ ਨਹੀਂ ਰਹੀ ਤੇ ਮੈਂ ਕੁਝ ਲੈਣਾ ਹੈ। ਮੈਂ ਹਰ ਵਾਰ ਚਾਹੇ ਪਾਰਟੀ ਦਾ ਚਾਹੇ ਸਰਕਾਰ ਦਾ ਅਹੁਦੇ ਛੱਡੇ ਨੇ, ਤਿਆਗੇ ਨੇ ਤੇ ਦੂਜਿਆਂ ਨੂੰ ਅੱਗੇ ਕੀਤਾ ਮੈਂ। ਤਾਂ ਇਤਕੀ ਪ੍ਰਿਯੰਕਾ ਗਾਂਧੀ ਜਿਹੜੇ ਕਹਿ ਰਹੇ ਆ ਕਿ ਸਿਆਸਤ ਦੇ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹਨਾਂ ਦੇ ਵੱਲੋਂ ਲਗਾਤਾਰ ਜਾਰੀ ਹੈ। ਤੁਸੀਂ ਪੰਜਾਬ ਦੇ ਪਹਿਲੇ ਔਰਤ ਜਿਹੜੇ ਮੁੱਖ ਮੰਤਰੀ ਬਣੇ ਹੋ, ਤੁਹਾਡੇ ਤੋਂ ਬਾਅਦ ਕੋਈ ਬਣਿਆ ਨਹੀਂ। ਲੱਗਦਾ ਕਿ ਇਸ ਵਾਰ ਇਸ ਤਰੀਕੇ ਦਾ ਵੀ ਹੋਣਾ ਚਾਹੀਦਾ? ਦੇਖੋ, ਜੋ ਪ੍ਰਿਯੰਕਾ ਜੀ ਨੇ ਕੀਤਾ ਉਹ ਬੜਾ ਅੱਛਾ ਫੈਸਲਾ ਲਿਆ ਹੈ, ਕਿਉਂਕਿ ਯੂਪੀ ਜਿਹੜੀ ਹੈਗੀ ਹੈ ਉਹ ਬਹੁਤ ਵੱਡੀ ਸਟੇਟ ਹੈ ਔਰ ਉੱਥੇ ਨਾਲ ਸਾਡੇ ਲੱਗਦਾ ਹੈਗਾ ਕਠਮੰਡੂ, ਨੇਪਾਲ ਵਗੈਰਾ, ਉੱਥੇ ਇੱਕ ਲੇਡੀਜ਼ ਨੂੰ ਨੁਮਾਇੰਦਗੀ ਦੇਣੀ, ਜਿਹੜੀ ਦਾ ਫੈਸਲਾ ਜਿਸ ਤਰ੍ਹਾਂ ਇੰਦਰਾ ਗਾਂਧੀ ਜੀ, ਇਹਨਾਂ ਦੀ ਦਾਦੀ ਜੀ ਨੇ, ਜਦੋਂ ਮੈਨੂੰ ਟਿਕਟ ਮਿਲੀ ਹੈ 72 ਦੇ ਵਿੱਚ, ਉਦੋਂ ਪਹਿਲੀ ਵਾਰ ਲੇਡੀਜ਼ ਦਾ ਕੋਟਾ 25% ਰੱਖਿਆ ਸੀ, ਜਿਹੜੇ ਕੋਟੇ ਦੇ ਅਗੇਂਸਟ ਉਹਨਾਂ ਮੈਨੂੰ ਟਿਕਟ ਦਿੱਤੀ ਸੀ। ਇਸ ਤਰ੍ਹਾਂ ਸੋਨੀਆ ਜੀ ਨੇ, ਜਦੋਂ ਪਿੱਛੇ ਵਾਜਪਾਈ ਜੀ ਦੀ ਸਰਕਾਰ ਵੀ ਸੀ, ਉਦੋਂ ਇਹਨਾਂ ਨੇ ਕਿਹਾ ਸੀਗਾ, ਮੋਦੀ ਜੀ ਦੀ ਸਰਕਾਰ ਵੇਲੇ ਵੀ, ਕਿ ਅਸੀਂ 33% ਲੇਡੀਜ਼ ਵਾਸਤੇ ਰੱਖਣਾ ਹੈ। ਸਰਕਾਰ 'ਚ ਬਿੱਲ ਲਿਆਂਦੇ, ਉਹ ਪਾਸ ਨਹੀਂ ਕਰਾ ਸਕੇ ਕਿਉਂਕਿ ਬੀਜੇਪੀ ਦੀ ਸਰਕਾਰ ਸੀ। ਲੇਕਿਨ ਕਾਂਗਰਸ ਪਾਰਟੀ ਦੇ ਪਲੇਟਫਾਰਮ ਤੇ ਸੋਨੀਆ ਜੀ ਨੇ ਸਾਨੂੰ ਕਿਹਾ ਕਿ ਤੁਸੀਂ 33% ਦਾ ਪੂਰਾ ਕਰੋ। ਇਹੀ ਚੀਜ਼ ਅੱਜ ਪ੍ਰਿਯੰਕਾ ਜੀ ਨੇ ਕੀਤੀ ਹੈ ਕਿ ਲੇਡੀਜ਼ ਨੂੰ ਅੱਗੇ ਆਉਣਾ ਚਾਹੀਦਾ। ਮੈਂ ਸਮਝਦੀ ਹਾਂ ਅਜੇ ਵੀ ਹਰ ਅਸੈਂਬਲੀ ਦੇ ਵਿੱਚ ਦੇਖੋ 33% ਵੀ ਸਾਡਾ ਪੂਰਾ ਨਹੀਂ ਹੋਇਆ ਵਾ। ਬਹੁਤ ਸਾਰੀਆਂ ਲੜਕੀਆਂ ਸਾਡੀਆਂ ਅਗਰੈਸਿਵ, ਹੁਣ ਤਾਂ ਉਹ ਗੱਲ ਰਹੀ ਨਹੀਂ ਜਿਹੜੀ ਸਾਡੇ ਵੇਲੇ ਸੀ। ਸਾਡੇ ਵੇਲੇ ਤਾਂ ਔਰਤ ਨੂੰ, ਲੜਕੀਆਂ ਨੂੰ ਫੀਲਡ ਪੋਲੀਟੀਕਲ ਵਿੱਚ ਆਉਣਾ ਬਹੁਤ ਡਿਫਿਕਲਟ ਸੀਗਾ। ਸੋਚਦੇ ਨਹੀਂ ਸੀ ਲੋਕ, ਬੜੇ ਗਲਤ ਐਂਗਲਾਂ ਤੋਂ ਸੋਚਦੇ ਸੀ ਉਹਨਾਂ ਨੂੰ। ਸੋ ਉਦੋਂ ਪੜ੍ਹਾਉਂਦੇ ਹੀ ਨਹੀਂ ਸੀ, ਐਜੂਕੇਸ਼ਨ ਨਹੀਂ ਸੀ ਦਿੰਦੇ। ਹੁਣ ਅੱਜ ਕੱਲ੍ਹ ਬੜੀ ਐਡਵਾਂਸ ਦੁਨੀਆ ਹੈ, ਹਰ ਫੀਲਡ ਵਿੱਚ ਸਾਡੀ ਲੜਕੀਆਂ ਨੇ ਕਮਾਲ ਦਿਖਾਈ ਹੈ। ਬਿਊਰੋਕ੍ਰੇਸੀ ਹੋਵੇ, ਪੋਲੀਟੀਕਲ ਹੋਵੇ, ਜਿਹੜੇ ਰਾਜ ਸ਼ਾਸਨ ਚਲਾਏ ਨੇ, ਮਿਨਿਸਟਰ ਵੀ ਰਹੀਆਂ ਨੇ, ਪ੍ਰਾਈਮ ਮਿਨਿਸਟਰ ਰਹੇ ਸਾਡੇ ਇੰਦਰਾ ਗਾਂਧੀ ਜੀ। ਤੇ ਇਹਦੇ ਵਿੱਚ ਕੈਪੇਬਿਲਿਟੀ, ਕਪੈਸਿਟੀ ਔਰ ਸਿੰਸੈਰਿਟੀ, ਤਿੰਨ ਚੀਜ਼ਾਂ ਨੂੰ ਔਰ ਹਾਰਡ ਵਰਕ ਕਰਕੇ ਸਾਡੀ ਔਰਤ ਜਾਤੀ ਨੇ ਜਿੱਥੇ ਕਿਤੇ ਵੀ ਉਹਨਾਂ ਨੂੰ ਮੌਕਾ ਮਿਲਿਆ ਉੱਥੇ ਨਾ ਵਧੀਆ ਕੰਮ ਕੀਤਾ ਹੈ। ਤੇ ਇਸ ਲਈ ਮੈਂ ਸਮਝਦੀ ਹਾਂ ਵੀ ਅੱਜ ਇਹ ਕੋਈ ਐਸੀ ਗੱਲ ਨਹੀਂ ਹੈ ਕਿ ਕੁਛ ਜਾਤੀ ਜ਼ਿਆਦਾ ਹੋ ਰਿਹਾ ਸਾਡੇ ਨਾਲ। ਜ਼ਰੂਰ ਦੇਣੀ ਚਾਹੀਦੀ ਟਿਕਟਾਂ, ਵਾਕਈ 50% ਲਿਆ ਕੇ ਸਾਨੂੰ ਦਿਓ, ਤਾਂ ਕਿ ਜੇ 50 ਕਹਿਣਗੇ 30 40 ਤਾਂ ਆ ਹੀ ਜਾਣਗੀਆਂ। ਇਸ ਤਰ੍ਹਾਂ ਹੀ ਕੱਲੀਆਂ ਟਿਕਟਾਂ ਹੀ ਜਾਂ ਕੈਬਨਿਟ ਦੇ ਵਿੱਚ ਵੀ ਭਾਗੀਦਾਰੀ ਹੋਣੀ? ਹਰ ਥਾਂ ਤੇ ਰੇਸ਼ੋ, ਹਰ ਥਾਂ ਤੇ ਰੇਸ਼ੋ ਹੋਣੀ ਚਾਹੀਦੀ। ਇਸ ਤਰ੍ਹਾਂ ਦੇਖੋ ਜੌਬਸ ਵਿੱਚ ਵੀ ਕੀਤੀ ਸੀ, ਜਦੋਂ ਮੈਂ ਆਪਣਾ ਸੀਐਮ ਬਣਿਆ ਸਿਰਫ 85-83 ਦਿਨਾਂ ਲਈ, ਉਸ ਵਕਤ ਵੀ ਅਸੀਂ ਲੜਕੀਆਂ ਦਾ ਰੱਖਿਆ ਸੀਗਾ ਕਿ ਉਹਨਾਂ ਨੂੰ ਬਾਕੀ ਸਾਰੀਆਂ ਜਿਵੇਂ ਫ੍ਰੀ ਐਜੂਕੇਸ਼ਨ, ਤਾਂ ਕਿ ਪੜ੍ਹ ਸਕਣ ਕੁੜੀਆਂ। ਸਾਨੂੰ ਪੜ੍ਹਾਈ ਵੇਲੇ ਮੈਨੂੰ ਚੁਭਦਾ ਸੀ ਕਿ ਸਾਨੂੰ ਪੜ੍ਹਾਈ ਵੇਲੇ ਬਹੁਤ ਔਖਾ ਹੋਣਾ ਪਿਆ ਸੀਗਾ। ਇਸੇ ਤਰ੍ਹਾਂ ਅਸੀਂ 33% ਜਿਹੜੀਆਂ ਹੈਗੀਆਂ ਆਪਣੀਆਂ ਇਲੈਕਟਡ ਬਾਡੀਜ਼ ਨੇ, ਬਲਾਕ ਸੰਮਤੀਆਂ, ਜ਼ਿਲ੍ਹਾ ਪਰਿਸ਼ਦ, ਪੰਚਾਇਤਾਂ, ਉੱਥੇ ਵੀ ਰੱਖੀ ਸੀ ਅਸੀਂ। ਇਸੇ ਤਰ੍ਹਾਂ ਨਾਲ ਜੌਬ ਦੇ ਵਿੱਚ ਵੀ ਮੈਂ ਕਿਹਾ ਸੀਗਾ ਕਿ ਤੁਹਾਨੂੰ ਘੱਟੋ ਘੱਟ 33% ਦਾ ਟੀਚਾ ਰੱਖੀਏ, ਅਸੀਂ ਜੌਬ ਵੀ ਇਹਦੇ ਵਿੱਚ ਇਹਨਾਂ ਨੂੰ ਬਰਾਬਰ ਦਈਏ। ਸੋ ਮੈਂ ਹੁਣ ਵੀ ਸਮਝਦੀ ਹਾਂ ਕਿ ਇਹ ਨਹੀਂ ਕਿ ਇਕੱਲੇ ਟਿਕਟ ਦੇ ਦੇਣ, ਜੇ ਮਿਨਿਸਟਰੀ ਫਾਰਮ ਹੋਣੀ ਆ ਉਹਦੇ ਵਿੱਚ ਵੀ 1/3 ਜ਼ਰੂਰ ਲੇਡੀਜ਼ ਦਾ ਹੋਣਾ ਚਾਹੀਦਾ ਹੈ। ਬਿਲਕੁਲ ਬਿਲਕੁਲ। ਜਿਸ ਤਰੀਕੇ ਦੇ ਨਾਲ ਸੀਐਮ ਤੋਂ ਬਾਅਦ ਕਿਹਾ ਜਾ ਰਿਹਾ ਕਿ ਡਿਪਟੀ ਸੀਐਮ ਦਲਿਤ ਜਾਂ ਹਿੰਦੂ, ਉਸ ਤਰੀਕੇ ਦੇ ਨਾਲ ਔਰਤਾਂ ਦੀ ਵੀ ਭਾਗੀਦਾਰੀ ਡਿਪਟੀ ਸੀਐਮ ਵਾਲੇ ਪਾਸੇ ਨੂੰ ਵੀ ਜਾਣੀ ਚਾਹੀਦੀ ਹੈ ਜਾਂ ਮੁੱਖ ਮੰਤਰੀ ਵਾਲੇ ਪਾਸੇ ਨੂੰ, ਕਿਉਂਕਿ ਤੁਹਾਡੇ ਤੋਂ ਬਾਅਦ ਕੋਈ ਬਣੀ ਨਹੀਂ ਔਰਤ? ਦੇਖੋ, ਮੇਰੀ ਤਾਂ ਇਹੀ ਖਾਸ਼ ਹੁੰਦੀ ਹੈ ਵੀ ਜ਼ਰੂਰ ਸਾਡੀਆਂ ਲੇਡੀਜ਼ ਆਉਣ, ਮੁੱਖ ਪੋਸਟਾਂ ਤੇ ਆਉਣ। ਕੱਲੀ ਰਜਿੰਦਰ ਕੌਰ ਭੱਠਲ ਕਿਉਂ, ਹੋਰ ਵੀ ਬਹੁਤ ਸਾਰੀਆਂ ਪਾਰਟੀਆਂ ਵਿੱਚ ਹੈਗੀਆਂ ਔਰ ਸਾਰੀਆਂ ਪਾਰਟੀਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿਵੇਂ ਪਿੱਛੇ ਅਕਾਲੀ ਦਲ ਰਹੇਗਾ, ਉੱਥੇ ਸੀਐਮ ਤੇ ਡਿਪਟੀ ਸੀਐਮ ਦੋਨੋਂ ਹੀ ਮੇਲ ਸੀਗੇ। ਤੇ ਸਾਡੇ ਵਾਲੀ ਪਾਰਟੀ ਨੇ ਸਭ ਤੋਂ ਵੱਧ ਅੱਛਾ ਕੀਤਾ ਕਿ ਲੇਡੀ ਇੱਕੋ ਜਿਹੜੀ ਸੀ ਉਹਨੂੰ ਸੀਐਮ ਬਣਾ ਕੇ ਰੱਖਤਾ। ਤੇ ਇਸੇ ਤਰ੍ਹਾਂ ਨਾਲ ਹੁਣ ਵੀ ਅਸੀਂ ਸਮਝਦੇ ਹਾਂ ਕਿ ਮਿਨਿਸਟਰਸ ਆਉਂਦੀਆਂ ਤੇ ਇੱਥੇ ਵੀ ਜੇ ਦੋ ਸੀਐਮ ਹੈਗੇ ਜਾਂ ਕਿਸ ਤਰ੍ਹਾਂ ਵੀ ਹੈਗੇ, ਕੋਈ ਜ਼ਰੂਰੀ ਨਹੀਂ ਕਿ ਹਰ ਥਾਂ ਤੇ ਉਸ ਸਟੇਟ 'ਚ ਹੀ ਹੁੰਦਾ।
ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਲੜਕੀਆਂ ਅੱਗੇ ਆਉਣ। ਜਿਵੇਂ ਮੇਰੀ ਆਪਣੀ ਜਦੋਂ ਮੈਨੂੰ ਬਣਾਇਆ ਸੀ ਦੂਜੀ ਵਾਰ ਕੈਪਟਨ ਸਾਹਿਬ ਦੇ ਨਾਲ, ਉਸ ਵੇਲੇ ਮੇਰੀ ਇੱਕ ਇੱਛਾ ਸੀਗੀ, ਮੈਂ ਨਹੀਂ ਚਾਹੁੰਦੀ ਮਿਨਿਸਟਰ ਬਣਾ। ਅੱਛਾ। ਮੈਂ ਸਾਫ਼ ਤੌਰ ਤੇ ਕਿਹਾ ਸੀਗਾ ਜੀ ਮੈਂ ਬਿਲਕੁਲ ਹੀ ਮਿਨਿਸਟਰ ਬਣਨਾ, ਤੇ ਮੈਂ MLA ਹੈਗੀ ਹਾਂ, ਮੈਂ MLA ਰਹਿ ਕੇ ਕੰਮ ਕਰੂੰਗੀ, ਮੈਂ ਨਹੀਂ ਬਣਨਾ ਚਾਹੁੰਦੀ। ਉਹਨਾਂ ਨੇ ਅੰਬਿਕਾ ਸੋਨੀ, ਮੋਤੀਲਾਲ ਬੋਰੇ ਦੀ ਡਿਊਟੀ ਲਾਈ ਸੋਨੀਆ ਜੀ ਨੇ ਕਿ ਮੇਰੇ ਲਈ ਬਣ, ਮੈਂ ਚਾਹੁੰਦੀ ਹਾਂ ਮੈਂ ਤੂੰ ਵਿੱਚ ਹੋਵੇਂ ਨਾਲ ਆਪਣਾ ਮਿਨਿਸਟਰੀ 'ਚ ਰਹੇ। ਤੇ ਮੈਂ ਕਿਹਾ ਜੇ ਮੈਨੂੰ ਤੁਸੀਂ ਕਹਿੰਦੇ ਹੋ ਬਣਾਉਣਾ ਹੀ ਹੈ, ਬਾਹਰ ਨਹੀਂ ਰੱਖਣਾ, ਤਾਂ ਮੈਨੂੰ ਸਪੀਕਰ ਬਣਾ ਦਿਓ। ਇੱਕ ਸਪੀਕਰ ਵੀ ਐਸੀ ਪੋਸਟ ਹੁੰਦੀ ਹੈ ਜਿਹਦੇ ਉੱਤੇ ਦੇਖਿਆ ਜਾਂਦਾ, ਪਰਖਿਆ ਜਾਂਦਾ ਬੰਦਾ ਬਿਲਕੁਲ ਕਿ ਉਹਦੀ ਕੈਪੈਸਿਟੀ ਕੈਪੇਬਿਲਿਟੀ ਕਿਵੇਂ ਹੈ। ਤੇ ਮੈਂ ਤਾਂ ਬਹੁਤ ਉਹਨੂੰ ਅੱਛੇ ਫਾਈਨ ਤਰੀਕੇ ਨਾਲ ਟਰਾਈ ਕਰੂੰਗਾ, ਮੈਂ ਚਲਾ ਸਕਾਂ ਤੇ ਦਿਖਾ ਸਕਾਂ। ਬਿਲਕੁਲ। ਪਰ ਨਹੀਂ, ਉਹਨਾਂ ਨੇ ਮੈਨੂੰ ਮਿਨਿਸਟਰ ਤੇ ਡਿਪਟੀ ਸੀਐਮ ਬਣਾਇਆ ਸੀਗਾ, ਉਸ ਵਕਤ ਬਣੀ ਆ। ਸੋ ਇਸ ਕਰਕੇ ਹੁਣ ਵੀ ਸਮਝਦੇ ਹਾਂ ਵੀ ਕੱਲ ਨੂੰ ਕੋਈ ਆਪਣੀ ਜਿਹੜੀ ਸਪੀਕਰ ਹੈ ਉਹ ਵੀ ਲੇਡੀ ਬਣ ਸਕਦੀ ਹੈ। ਸਾਡੀ ਜਿਹੜੀ ਸੀਐਮ ਸਾਡੀ ਸਟੇਟ ਦੇ ਵਿੱਚ ਇੱਕ ਵਾਰ ਸੀਐਮ ਬਣ ਚੁੱਕੀ ਕੋਈ ਲੇਡੀ, ਤਾਂ ਹੁਣ ਆਪਣਾ ਸਪੀਕਰ ਬਣਾ ਲੈਣ। ਜੇ ਆਊਗੀ ਮੈਂ ਤਾਂ ਕੋਸ਼ਿਸ਼ ਕਰੂੰਗੀ ਪੂਰੀ, ਕਿਸੇ ਥਾਂ ਤੇ ਕੋਈ ਲੇਡੀ ਆਈ ਉਹਨਾਂ ਨੂੰ ਕਹਾਂਗੇ ਸਪੀਕਰ ਦੇ ਉੱਤੇ ਇੱਕ ਔਰਤ ਨੂੰ ਬਿਠਾਓ। ਬਿਲਕੁਲ ਹੋਣਾ ਚਾਹੀਦਾ। ਕੀ ਲੱਗਦਾ ਬੀਬੀ ਜੀ, ਚੋਣਾਂ ਬਿਲਕੁਲ ਸਿਰ ਤੇ ਨੇ, ਚੋਣ ਜਾਬਤਾ ਲੱਗਣ ਜਾ ਰਿਹਾ ਹੈ, ਪੰਜਾਬ ਕਾਂਗਰਸ ਦੀ ਤੁਸੀਂ ਸਥਿਤੀ ਨੂੰ ਕਿਵੇਂ ਦੇਖਦੇ ਹੋ? ਕਾਂਗਰਸ ਦੇ ਸੀਨੀਅਰ ਲੀਡਰ ਨੇ, ਚਾਹੇ ਪ੍ਰਤਾਪ ਸਿੰਘ ਬਾਜਵਾ ਹੋਣ, ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਹੋਣ, ਚਾਹੇ ਚੋਣ ਕੰਪੇਨ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਹੋਣ, ਚਾਹੇ ਨਵਜੋਤ ਸਿੰਘ ਸਿੱਧੂ ਤੇ ਚਾਹੇ ਚਰਨਜੀਤ ਸਿੰਘ ਚੰਨੀ ਹੋਣ, ਇੱਕ ਜੁਟਤਾ ਜਿਹੜੀ ਆ ਉਹ ਦਿਖਾਈ ਨਹੀਂ ਦੇ ਰਹੀ। ਜਿਵੇਂ ਪੱਤਰਕਾਰ ਦੇ ਤੌਰ ਤੇ ਵੀ ਕਹਾਂ, ਸਥਿਤੀ ਡਾਵਾਂਡੋਲ ਲੱਗ ਰਹੀ ਹੈ। ਤੁਸੀਂ ਕੀ ਸਮਝਦੇ ਹੋ ਸਥਿਤੀ ਨੂੰ, ਕਿਉਂਕਿ ਸੀਨੀਅਰ ਲੀਡਰ ਨੂੰ ਇਸ ਸਥਿਤੀ ਦੇ ਵਿੱਚੋਂ ਕੱਢਣ ਲਈ? ਦੇਖੋ, ਥੋੜਾ ਜਿਹਾ ਜੋ ਆਮ ਤੌਰ ਤੇ ਹੁੰਦਾ ਹੈਗਾ ਮੈਚਿਓਰਿਟੀ ਤੇ ਯੰਗਸਟਰ ਦਾ ਹੁੰਦਾ। ਸਾਡੇ ਖੈਰ ਕੋਈ ਐਸਾ ਨਹੀਂ ਹੈ, ਸਾਡੇ ਸਾਰੇ ਹੀ ਬੰਦੇ ਜਿਹੜੇ ਉਹਦੇ ਤੇ, ਚਾਹੇ ਸੁਨੀਲ ਜਾਖੜ ਹੈ, ਚਾਹੇ ਬਾਜਵਾ ਹੈ, ਚਾਹੇ ਨਵਜੋਤ ਸਿੱਧੂ ਹੈ, ਚਾਹੇ ਸੁਖੀ ਰੰਧਾਵਾ, ਸੁਖਜਿੰਦਰ ਰੰਧਾਵਾ ਹੋਣ, ਚਾਹੇ ਚੰਨੀ ਜੀ ਹੋਣ, ਬਿਲਕੁਲ ਇਹਨਾਂ ਦੇ ਕੰਮ ਕਰਨ ਦੇ ਉੱਤੇ ਕਿਸੇ ਕਿਸਮ ਦਾ ਕੋਈ ਡਾਊਟ ਨਹੀਂ ਕੀਤਾ ਜਾ ਸਕਦਾ। ਅਗਰੈਸਿਵਲੀ ਲੱਗੇ ਨੇ, ਮਿਹਨਤ ਨਾਲ ਲੱਗੇ ਨੇ। ਹਾਂ, ਇੱਕ ਦੂਜੇ ਨੂੰ ਇਹ ਸਮਝਦੇ ਕਿ ਮੈਂ ਹੋਰ ਚੰਗਾ ਕੰਮ ਕਰਕੇ ਦਿਖਾਵਾਂ। ਪੋਜ਼ਿਟਿਵ ਕੰਪੀਟੀਸ਼ਨ ਕਦੇ ਮਾੜਾ ਨਹੀਂ ਹੁੰਦਾ। ਪੋਜ਼ਿਟਿਵ ਕੰਪੀਟੀਸ਼ਨ ਲੈ ਕੇ ਚੱਲਣ, ਉਹਦੇ ਨਾਲ ਸਾਨੂੰ ਸਟਰੈਂਥ ਮਿਲਦੀ ਹੈ। ਬਿਲਕੁਲ। ਜਿਹੜੀ ਪਹਿਲਾਂ ਸਾਡੀ ਮਿਨਿਸਟਰੀ ਸੀ 3 ਮਹੀਨੇ ਪਹਿਲਾਂ, ਉਹਦੇ ਵਿੱਚ ਮੈਂ ਸਮਝਦੀ ਹਾਂ ਕਿ ਜਿਹੜੀਆਂ ਕੁਝ ਕਮੀਆਂ ਪੇਸ਼ੀਆਂ ਰਹਿ ਗਈਆਂ, ਤੇ ਉਹਦੇ ਸਾਨੂੰ ਲੱਗਦਾ ਸੀਗਾ ਕਿ ਲੋਕ ਵੀ ਸਾਨੂੰ ਸਵਾਲ ਕਰਦੇ ਆ, ਅਸੀਂ ਜਿਹੜਾ ਕੰਮ ਹੋਰ ਹੋਣਾ ਚਾਹੀਦਾ ਸੀ, ਭਾਵੇਂ ਕੁਝ ਹੋਇਆ ਵੀ ਹੈ, ਕੁਝ ਹੋਰ ਹੋਣਾ ਚਾਹੀਦਾ ਸੀ, ਉਹ ਨਹੀਂ ਹੋਇਆ। ਬਿਲਕੁਲ। ਤੇ ਉਹਦੇ ਵਿੱਚ ਮੈਂ ਸਮਝਦੀ ਹਾਂ ਕਿ ਚੰਨੀ ਉਹਨਾਂ ਦੇ ਆਉਣ ਨਾਲ, ਕਾਂਗਰਸ ਦੀ ਸਰਕਾਰ ਬਣਨ ਨਾਲ, ਸਾਰੇ ਸਾਡੇ ਨੌਜਵਾਨਾਂ ਦੇ ਆਉਣ ਨਾਲ ਸਾਡੀ ਉਹਦੇ ਵਾਲੇ ਪਾਸੇ ਵੀ ਅਸੀਂ ਇੱਕ ਚੰਗੀ ਦਿੱਖ ਸਾਡੀ ਬਣੀ ਹੈ। ਸਮਝਦੇ ਲੋਕ ਕਿ ਵਧੀਆ ਕੰਮ ਕੀਤੇ ਹੈ, ਸਧਾਰਨ ਲੋਕਾਂ ਲਈ ਕੀਤੇ ਹੈ, ਗਰੀਬਾਂ ਲਈ ਕੀਤੇ ਹੈ, ਲੋੜਵੰਦਾਂ ਲਈ ਕੀਤੇ ਨੇ। ਇੱਕ ਚੰਗੀ ਵਾਹਵਾ ਖੱਟੀ ਹੈਗੀ ਹੈ। ਔਰ ਇਹ ਵੱਖਰੀ ਗੱਲ ਹੈ ਕਿ ਸਾਡੇ ਰਾਹ ਵਿੱਚ ਰੋੜੇ ਵੜ ਅੜਕਦੇ ਹੈ। ਖਾਸ ਤੌਰ ਤੇ ਇਹ ਸਾਡੀਆਂ ਵਿਰੋਧੀ ਪਾਰਟੀਆਂ ਨੂੰ ਬਹੁਤ ਚੁਭਦਾ ਹੈ। ਸਪੈਸ਼ਲੀ ਮੈਂ BJP ਦਾ ਨਾਂ ਲਊਂਗੀ। ਕਿੰਨੇ ਬਿੱਲ ਹੈ, ਤੁਸੀਂ ਵੀ ਸਾਰੇ ਪੜ੍ਹਦੇ ਹੋ, ਦੇਖਦੇ ਹੋ, ਅਖਬਾਰਾਂ 'ਚ ਵੀ ਆਉਂਦਾ ਹੈ। ਜਿੰਨੇ ਬਿੱਲ ਪਾਸ ਕਰਕੇ ਭੇਜੇ ਹੈ, ਉਹ ਲਾਗੂ ਨਾ ਹੋ ਜਾਣ ਕਿਤੇ, ਉਹਨਾਂ ਦੇ ਵਿੱਚ ਰੋੜਾ ਅਟਕਾ ਦਿਓ। ਜਦੋਂ ਮੈਂ ਬਣੀ ਸੀ ਸੀਐਮ, ਮੈਂ 52 ਡਿਸੀਜਨ ਲਏ ਸੀ। ਕੁਝ ਨੋਟੀਫਿਕੇਸ਼ਨ ਹੋ ਗਈਆਂ ਸੀ, ਕੁਝ ਰਹਿੰਦੀਆਂ ਸੀਆਂ। ਇਹਨਾਂ ਨੂੰ ਤਾਂ ਹੁਣ ਤਾਂ ਨੋਟੀਫਿਕੇਸ਼ਨਾਂ ਹੋ ਗਈਆਂ, ਬਿੱਲ ਬਣ ਗਏ ਹੈ, ਰਾਜ ਭਵਨ ਤੇ ਗਏ, ਉੱਥੇ ਬ੍ਰੇਕਾਂ ਲਾਈਆਂ ਸਾਡੀ ਵਿਰੋਧੀ ਪਾਰਟੀ ਨੇ ਲਵਾਈਆਂ, BJP ਨੇ। ਮੇਰੇ ਵੇਲੇ ਤਾਂ ਜਦ ਨੋਟੀਫਿਕੇਸ਼ਨ ਕਰ ਰਹੀ ਸੀ, ਮੈਂ 31 ਮਾਰਚ ਨੂੰ ਕਰ ਰਹੀ ਸੀ, ਉਸ ਵੇਲੇ ਸਾਡੇ ਚੋਣ ਐਲਾਨ ਕਰਤੀ, ਜਾਬਤਾ ਜਿਹੜਾ ਹੁਣ ਲੱਗਣਾ ਹੈਗਾ, ਉਸ ਵਕਤ ਚੋਣ ਜਾਬਤਾ ਲਾਤਾ। ਔਰ ਕਿਤੇ ਨਹੀਂ ਸੁਣਿਆ ਹੋਣਾ ਕਿ ਇੱਕੋ ਦਿਨ 'ਚ ਅੱਧੇ ਘੰਟੇ ਦੇ ਵਕਫੇ ਨਾਲ 2 ਵਾਰੀ ਲਾਇਆ ਹੋਵੇ। ਪਹਿਲੀ ਵਾਰ ਲਾਇਆ ਕਿ ਅੱਜ 31 ਨੂੰ ਮੀਟਿੰਗ ਕਰ ਰਹੇ ਆ, ਇੰਨੇ ਫੈਸਲੇ ਲੈ ਲਾਂਗੇ ਤੇ ਲਾਗੂ ਨਾ ਹੋ ਜਾਣ, ਨੋਟੀਫਿਕੇਸ਼ਨਾਂ ਨਾ ਬਣ ਜਾਣ। ਤੇ ਮੈਂ ਕਿਹਾ ਸੀ 1 ਤਰੀਕ ਤੋਂ ਲਾਗੂ ਕਰਾਂਗੇ। ਉਹਨਾਂ ਨੇ 31 ਨੂੰ ਹੀ ਲਾਤਾ ਸਾਨੂੰ ਚੋਣ ਜਾਬਤਾ, ਰੋਕਣ ਦੇ ਲਈ, ਰੋਕਣ ਵਾਸਤੇ। ਮੈਨੂੰ ਜੋ ਦੱਸਿਆ ਮੀਟਿੰਗ ਚੀਫ ਸੈਕਟਰੀ ਨੇ ਕਿ ਜਾਬਤਾ ਲੱਗ ਗਿਆ, ਮੈਂ ਕਿਹਾ ਚਲੋ ਹੁਣ 4-5 ਵਜੇ ਹੈ, 12 ਵਜੇ ਤੱਕ ਅਜੇ 31 ਹੋਈ ਹੈ, ਆਪਾਂ ਸਾਰੇ ਕਰਕੇ ਜਿਹੜੀ ਪ੍ਰੈਸ ਹੈ ਉਹ ਖੁੱਲੀ ਰੱਖਿਓ, ਨੋਟੀਫਿਕੇਸ਼ਨ ਕਰ ਲਵਾਂਗੇ। ਤੇ 15-20 ਮਿੰਟ ਬਾਅਦ ਆ ਗਿਆ ਕਿ ਜੀ ਉਹਨਾਂ ਦਾ ਆ ਗਿਆ ਕਿ ਵਿਦ ਇਮੀਡੀਏਟ ਇਫੈਕਟ। ਅੱਛਾ। ਇੱਕ ਸਟੇਟ 'ਚ ਇੱਕੋ ਦਿਨ 'ਚ ਅੱਧੇ ਘੰਟੇ ਜਾਂ 20 ਮਿੰਟ ਦੇ ਫਾਸਲੇ ਨਾਲ 2 ਵਾਰੀ ਜਿਹੜੀ ਹੈਗੀ ਚੋਣ ਜਾਬਤਾ ਲਾਇਆ ਗਿਆ ਹੋਵੇ, ਮੇਰੀ ਕਲਮ ਤਾਂ ਉੱਥੋਂ ਹੀ ਫੜ ਲਈ ਸੀ। ਹਾਲਾਂਕਿ ਅਸੀਂ ਫੈਸਲੇ ਸਾਰੇ ਆ ਗਏ ਰਿਕਾਰਡ ਤੇ, ਪਰ ਨੋਟੀਫਿਕੇਸ਼ਨਾਂ ਸਾਰਿਆਂ ਦੀਆਂ ਨਹੀਂ ਹੋ ਸਕੀਆਂ। ਉਹ ਰਿਕਾਰਡ ਤੇ ਉਦੋਂ ਵੀ ਇਸ ਤਰ੍ਹਾਂ ਮਾਰੇ ਕਿ ਜੇ ਇਹ ਲਾਗੂ ਹੋ ਗਏ ਤਾਂ ਸਾਡੀ ਵਾਰੀ ਨਹੀਂ ਆਉਣੀ, ਸਾਡੇ ਵਿਰੋਧੀਆਂ ਨੇ ਸੋਚਿਆ। ਇਹ ਤੰਗਦਿਲੀ ਜਿਹੜੀ ਹੈਗੀ ਹੈ ਕਿ ਲੋਕਾਂ ਦੇ ਇਦਾਂ ਦੀਆਂ ਗੱਲਾਂ ਹੋ ਰਹੀਆਂ ਨੇ, ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਸ਼ਾਇਦ 9 ਤਰੀਕ ਨੂੰ ਜੇ ਲੱਗ ਜਾਂਦਾ ਤਾਂ 36000 ਮੁਲਾਜ਼ਮਾਂ ਦਾ ਜਿਹੜਾ ਹਾਲੇ ਨੋਟੀਫਿਕੇਸ਼ਨ ਨਹੀਂ ਹੋਇਆ, ਬੇਸ਼ੱਕ ਐਲਾਨ ਹੋ ਗਿਆ। ਬਰਗਾੜੀ ਕਾਂਡ ਦੇ ਵਿੱਚ ਜਿਹੜੇ ਮਾਰੇ ਗਏ ਸੀ ਦੋ ਨੌਜਵਾਨ, ਉਹਨਾਂ ਦੇ ਪਰਿਵਾਰ ਧਰਨਾ ਲਾ ਕੇ ਉੱਥੇ ਬੈਠਾ, ਬੇਅਦਬੀ ਦੇ ਵਿੱਚ ਇਨਸਾਫ ਨਹੀਂ ਮਿਲ ਸਕਿਆ। ਹੋਰ ਵੀ ਬਹੁਤ ਸਾਰੇ ਮਾਮਲੇ ਨੇ। ਇਹ 5-4 ਦਿਨਾਂ ਦੇ ਵਿੱਚ ਲੱਗਦਾ ਨਹੀਂ ਕਿ ਨਿਬੜ ਪਾਉਣਗੇ। ਕਿਤੇ ਇਹਦਾ ਨੁਕਸਾਨ ਤੇ ਨਹੀਂ ਹੋਊਗਾ?
ਦੇਖੋ ਇੱਕ ਚੀਜ਼ ਦੇਖਣੀ ਪੈਣੀ ਹੈ ਲੋਕਾਂ ਨੂੰ ਵੀ, ਨੀਅਤ ਤੇ ਐਕਸ਼ਨ। ਜਦੋਂ ਮੇਰੀ ਵੀ ਨੀਅਤ ਸੀ, ਅੱਜ ਚੰਨੀ ਉਹਨਾਂ ਦੀ ਵੀ ਨੀਅਤ ਹੈ, ਸਾਡੀ ਪਾਰਟੀ ਦੀ ਸਰਕਾਰ ਦੀ, ਅਸੀਂ ਸਾਰੇ ਸਮਝਦੇ ਹਾਂ ਕਿ ਇਹ ਅਸੀਂ ਫੈਸਲੇ ਕਰੀਏ ਤੇ ਲਾਗੂ ਹੋਣ। ਬਿਲਕੁਲ। ਦੂਜੇ ਪਾਸੇ ਆਪੋਜੀਸ਼ਨ ਹੈਗੀ ਆ, ਉਹ ਕਹਿੰਦੇ ਵੀ ਅਸੀਂ ਜਿੰਨਾ ਇਹ 'ਚ ਰੋੜਾ ਅਟਕਾ ਦਈਏ ਛੇਤੀ ਲਾਗੂ ਨਾ ਹੋਣ। ਮੈਂ ਸਮਝਦੀ ਹਾਂ ਬਾਕੀ ਜਿੰਨੀ ਮਰਜ਼ੀ ਵਿਰੋਧਤਾ ਇੱਕ ਦੂਜੇ ਦੀ ਅਸੀਂ ਪੋਲੀਟੀਕਲ ਪਾਰਟੀਆਂ ਕਰੀ ਜਾਈਏ, ਲੇਕਿਨ ਜਿੱਥੇ ਲੋਕ ਹਿੱਤ ਦਾ ਮਾਮਲਾ ਆ ਜਾਵੇ, ਲੋਕਾਂ ਨੂੰ ਫਾਇਦਾ ਹੁੰਦਾ ਹੋਵੇ, ਲੋਕਾਂ ਨੂੰ ਇਨਸਾਫ ਮਿਲਦਾ ਹੋਵੇ, ਤਾਂ ਇੰਨੀ ਤੰਗਦਿਲੀ ਨਹੀਂ ਰੱਖਣੀ ਚਾਹੀਦੀ ਕਿ ਅਸੀਂ ਆਪਣੀ ਕੁਰਸੀ ਸਾਡੀ ਨੂੰ ਨੁਕਸਾਨ ਨਾ ਹੋ ਜੇ, ਅਸੀਂ ਲੋਕਾਂ ਨੂੰ ਮਿਲਣ ਵਾਲੇ ਬੈਨੀਫਿਟਾਂ ਨੂੰ ਨੁਕਸਾਨ ਪਹੁੰਚਾ ਦਈਏ। ਬਿਲਕੁਲ। ਇਹ ਜਿਹੜੀ ਹੈਗੀ ਹੈ ਬੜੀ ਮੰਦਭਾਗੀ ਗੱਲ ਹੈ, ਤੇ ਇਹਦੇ ਵਿੱਚ ਲੇਕਿਨ ਕਈ ਵਾਰੀ ਮਜਬੂਰ ਬੰਦਾ ਹੁੰਦਾ, ਸਮੇਂ ਦੇ ਸਾਹਮਣੇ ਕੁਝ ਕਰ ਨਹੀਂ ਸਕਦਾ ਹੁੰਦਾ, ਲੇਕਿਨ ਸਾਡੀ ਭਾਵਨਾ ਵੀ ਸਾਹਮਣੇ ਆ ਗਈ, ਸਾਡੇ ਰਿਕਾਰਡ ਤੇ ਲਏ ਹੋਏ ਫੈਸਲੇ ਵੀ ਸਾਹਮਣੇ ਆ ਗਏ ਨੇ। ਜੇ ਇਹ ਹੁਣ ਇਸ ਵਕਤ ਕੋਈ ਰੁਕਾਵਟਾਂ ਪਾਉਂਦੇ ਵੀ ਹੈ, ਤਾਂ ਮੈਂ ਸਮਝਦੀ ਹਾਂ ਵੀ ਲੋਕਾਂ ਨੇ ਉਹਨਾਂ ਲੋਕਾਂ ਨੂੰ ਮਾਫ ਨਹੀਂ ਕਰਨਾ ਜਿਨ੍ਹਾਂ ਦੇ ਕਾਰਨ ਕਰਕੇ ਰੋੜੇ ਅੜਕੇ ਹੈਗੇ ਆ। ਇਹਦਾ ਨੁਕਸਾਨ ਤੇ ਨਹੀਂ ਹੋਊਗਾ ਜੀ? ਬਾਕੀ ਨਹੀਂ, ਜਦੋਂ ਮੈਂ ਦੱਸਿਆ ਕਿ ਭਾਵਨਾ ਲੋਕਾਂ ਨੂੰ ਪਤਾ ਲੱਗ ਗਿਆ ਕਰਨਾ ਚਾਹੁੰਦੇ ਆ, ਇਹ ਵੀ ਪਤਾ ਲੱਗ ਗਿਆ ਲੋਕਾਂ ਨੂੰ ਕੌਣ ਨਹੀਂ ਹੋਣ ਦੇਣਾ ਚਾਹੁੰਦਾ। ਇਹ ਸਾਰੀਆਂ ਚੀਜ਼ਾਂ ਸਾਹਮਣੇ ਆ ਕੇ ਉਹ ਸਾਨੂੰ ਨਹੀਂ, ਉਹਨਾਂ ਨੂੰ ਗੁਨਾਹਗਾਰ ਸਮਝਣਗੇ ਜਿਨ੍ਹਾਂ ਨੇ ਹੋਣ ਨਹੀਂ ਦਿੱਤੇ। ਪਰ ਲੋਕ ਤਾਂ ਇਹ ਵੀ ਗੱਲ ਕਹਿੰਦੇ ਆ ਨਾ, ਪਹਿਲਾਂ 4.5 ਸਾਲ ਕਿਉਂ ਨਹੀਂ ਹੋ ਪਾਏ, ਜੇ ਲਾਸਟ 'ਚ ਹੀ ਕਰਨੇ ਸੀ ਤਾਂ ਪਹਿਲਾਂ 4.5 ਸਾਲ ਕਿਉਂ ਨਹੀਂ? ਦੇਖੋ, ਪਹਿਲਾਂ 4.5 ਸਾਲ ਵਾਲਾ ਮੁੱਖ ਮੰਤਰੀ ਹੋਰ ਸੀ, ਅੱਜ 4.5 ਸਾਲ ਵਾਲੀ ਸਰਕਾਰ ਤੇ ਮੁੱਖ ਮੰਤਰੀ ਹੋਰ ਹੈ। ਉਹਨਾਂ ਜੇ ਨਹੀਂ ਕੀਤੇ ਤਾਂ ਸਾਡੀ ਪਾਰਟੀ ਨੂੰ ਸ਼ੌਕ ਜਾਗਿਆ ਸੀ ਕਿ ਅਸੀਂ ਉਹਨੂੰ ਚੇਂਜ ਕਰੀਏ, ਤਬਦੀਲ ਕਰੀਏ। ਜਿਸ ਤਰੀਕੇ ਨਾਲ ਸਾਡੀ ਪਾਰਟੀ ਦੀ ਹਾਈ ਕਮਾਂਡ ਨੇ ਕਿ ਪਹਿਲੇ 2 ਸਾਲ ਤੁਸੀਂ ਕਹਿੰਦੇ ਹੋ ਲੱਗਿਆ ਰਿਹਾ ਕਰੋਨਾ ਦਾ ਜਾਬਤਾ ਬੰਦ, ਜੇ ਬਹੁਤ ਸਾਰਾ ਕੁਛ ਡਿਸਪਲਿਨ 'ਚ ਰਹਿੰਦੇ ਸੀਗੇ, ਤੇ ਉਸ ਤੋਂ ਬਾਅਦ ਜਿਹੜਾ ਕੁਝ ਸਮਾਂ ਮਿਲਿਆ ਸੀ, ਅੱਧਾ ਸਾਲ ਸੀ, ਪੌਣਾ ਸਾਲ ਸੀ, ਜਿੰਨਾ ਵੀ ਹੈਗਾ, 1 ਸਾਲ ਹੋਇਆ ਸੀ ਕਿਸਾਨਾਂ ਦੇ ਅੰਦੋਲਨ ਹੋਏ ਨੂੰ, ਉਹਦੇ ਵਿੱਚੋਂ ਵੀ ਇੱਕ ਟਾਈਮ ਮਿਲ ਗਿਆ ਸਾਲ ਕੁ ਦਾ। ਉਹਦੇ ਵਿੱਚ ਤੁਸੀਂ ਇੰਨੀ ਸਪੀਡ ਕਿਉਂ ਨਹੀਂ ਫੜੀ ਜਿੰਨੀ ਅਸੀਂ ਹੁਣ ਫੜ ਕੇ ਦਿਖਾਈ ਹੈ? ਇਸ ਕਾਰਨ ਕਰਕੇ ਕਿ ਉਹ ਜੇ ਕਿਸੇ ਦੀ ਕੀਤੀ ਗਲਤੀ ਦੀ ਸਜ਼ਾ ਦੂਜੇ ਨੂੰ ਥੋੜੀ ਦਿੱਤੀ ਜਾ ਸਕਦੀ ਹੈ। ਉਹ ਕੈਪਟਨ ਅਮਰਿੰਦਰ ਸਿੰਘ ਸਰਕਾਰ ਸੀ, ਉਹਦੇ ਵਿੱਚ ਉਹਨਾਂ ਨੇ ਜਿੰਨਾ ਸਮੇਂ 'ਚ ਹੋਰ ਤੇਜ਼ੀ ਨਾਲ ਕਰਨੀ ਚਾਹੀਦੀ ਸੀ ਨਹੀਂ ਕੀਤਾ, ਉਹਦੀ ਜ਼ਿੰਮੇਵਾਰੀ ਉਹਨਾਂ ਤੇ ਪਈ ਜਾ ਸਕਦੀ ਹੈ, ਤੇ ਲੇਕਿਨ ਉਹ ਸਾਨੂੰ ਭੋਗਣੀ ਪਵੇ। ਅਸੀਂ ਤਾਂ ਅੱਜ ਲੱਗੇ ਵੀ, ਅੱਜ ਤੱਕ ਸਾਡੇ ਤਾਂ ਸਰਕਾਰ ਜਿਹੜੀ ਦਿਨ ਤੇ ਰਾਤ ਇੱਕ ਕੀਤਾ ਹੋਇਆ ਇਸ ਵਕਤ। ਸੋ ਇਸ ਕਰਕੇ ਮੈਂ ਨਹੀਂ ਸਮਝਦੀ, ਲੋਕ ਅੱਜ ਕੱਲ੍ਹ ਬੜੇ ਸਿਆਣੇ ਆ, ਬੜੇ ਸਮਝਦੇ ਆ, ਕਰਨਾ ਕੌਣ ਚਾਹੁੰਦਾ, ਰੋਕਣਾ ਤੇ ਰੁਕਵਾਉਣਾ ਕੌਣ ਚਾਹੁੰਦਾ ਹੈ। ਇਹ ਠੀਕ ਹੈ ਕਿ ਸਾਡੇ ਦਿਲ ਨੂੰ ਜ਼ਰੂਰ ਤਕਲੀਫ ਹੋਊਗੀ ਕਿ ਅਸੀਂ ਜੋ ਕਰਕੇ ਦਿਖਾਉਣਾ ਚਾਹੁੰਦੇ ਸੀ ਉਹ ਨਹੀਂ ਪੂਰਾ ਹੋਇਆ। ਇਹ ਨਹੀਂ ਕਿ ਸਾਨੂੰ ਇਕੱਲਾ ਸੋਚਦੇ ਸਾਨੂੰ ਵੋਟਾਂ ਨਹੀਂ ਪੈਣੀਆਂ, ਅਸੀਂ ਕਹਿੰਦੇ ਕਿ ਕਰਕੇ ਤਾਂ ਦਿਖਾਉਣਾ ਚਾਹੁੰਦੇ ਸੀ ਅਸੀਂ। ਜਿਵੇਂ ਮੈਂ ਕਹਿੰਦੀ ਸੀ ਕਿ ਜਿੱਦੇ ਮੇਰੇ 52 ਡਿਸੀਜ਼ਨਸ ਐਂ ਜਾ ਕੇ ਗਰਾਊਂਡ 'ਤੇ ਲਾਗੂ ਹੋਣਗੇ ਤਾਂ ਮੇਰੇ ਲਈ ਕਿੱਡਾ ਖੁਸ਼ੀ ਦੀ ਗੱਲ ਹੋਊਗੀ ਕਿ ਮੈਂ ਗਰੀਬਾਂ ਦੇ ਵਰਗਾਂ ਲਈ, ਦਰਮਿਆਨੇ ਵਰਗਾਂ ਲਈ ਜਿਹੜਾ ਕੁਝ ਕੀਤਾ ਹੈ, ਬਿਲਕੁਲ ਅੱਜ ਉਹ ਮੇਰੇ ਭਰਾ ਕਰ ਸਕੇ ਨੇ। ਇਸ ਮੁੱਖ ਮੰਤਰੀ ਬਦਲਣ ਦੀ ਗੱਲ ਕੀਤੀ, ਕੈਪਟਨ ਅਮਰਿੰਦਰ ਸਿੰਘ ਤੁਹਾਡੇ ਵਾਂਗ ਹੀ ਵੱਡੇ ਲੀਡਰ ਸੀ, ਜਿਵੇਂ ਤੁਹਾਡਾ ਵੱਡਾ ਕੱਦ ਰਿਹਾ ਉਹਨਾਂ ਦਾ ਵੀ ਵੱਡਾ ਕੱਦ ਰਿਹਾ, ਤਾਂ ਉਹ ਕਾਂਗਰਸ ਨੂੰ ਛੱਡ ਕੇ ਗਏ ਨੇ, ਨੁਕਸਾਨ ਹੋਊਗਾ? ਦੇਖੋ, ਛੱਡ ਕੇ ਜਾਣ ਨਾਲ ਸ਼ਾਇਦ ਨੁਕਸਾਨ ਨਾਲੋਂ ਫਾਇਦਾ ਜ਼ਿਆਦਾ ਹੋ ਜਾਏ। ਕਾਰਨ ਇਹ ਹੈਗਾ ਕਿ ਜੇ ਉਹਨਾਂ ਦਾ ਜੋ ਸਟਾਈਲ ਸੀ, ਉਹ ਕਿਉਂਕਿ ਰਾਜੇ ਮਹਾਰਾਜੇ ਦੇ ਜੰਮੇ ਹੈ, ਹੁਣ ਚੰਨੀ ਹੋਣੀ ਸਧਾਰਨ ਪਰਿਵਾਰ 'ਚ ਹੈਗੇ ਨੇਗੇ, ਉਹਨਾਂ ਦੇ ਕੰਮ ਕਰਨ ਦਾ ਸਟਾਈਲ ਵੱਖਰਾ ਸੀਗਾ। ਉਸ ਵੱਖਰੇ ਸਟਾਈਲ ਦੇ ਕਾਰਨ ਕਰਕੇ ਕਈ ਵਾਰੀ ਜ਼ਿਆਦਾ ਜਿਹੜੀ ਹੈਗੀ ਹੈ ਨੁਮਾਇੰਦਗੀ ਤੇ ਪਾਵਰ ਬਿਊਰੋਕਰੈਟਿਕ ਪਾਸੇ ਦਿੱਤੀ ਜਾ ਸਕਦੀ ਹੈ, ਲੋਕਾਂ ਵਾਲੇ ਪਾਸੇ ਘੱਟ ਦਿੱਤੀ ਜਾਂਦੀ ਹੈ। ਉਸ ਕਾਰਨ ਕਰਕੇ ਜਿੰਨੇ ਲੋਕ ਸਾਨੂੰ ਸਮਝਦੇ ਸੀ ਕਿ ਸਾਰਿਆਂ ਦੇ ਜ਼ਿੰਮੇਵਾਰ ਇਹ ਹੈਗੇ ਹੈ, ਤੇ ਉਹ ਹੁਣ ਸਮਝਦੇ ਕਿ ਕੈਪਟਨ ਜ਼ਿੰਮੇਵਾਰ ਹੈ, ਤੇ ਕੈਪਟਨ ਹੋਇਆ ਜਾਂ ਜਿਹੜੇ ਵੀ ਜਿਵੇਂ ਬੀਜੇਪੀ ਨੂੰ ਸਮਝਦੇ ਜ਼ਿੰਮੇਵਾਰ ਹੈ, ਹੁਣ ਕੈਪਟਨ ਨੇ ਬੀਜੇਪੀ ਨਾਲ ਵੀ ਹੱਥ ਮਿਲਾ ਲਿਆ ਹੈ। ਇਸ ਕਰਕੇ ਮੈਂ ਨਹੀਂ ਸਮਝਦੀ ਕਿ ਕੈਪਟਨ ਦੇ ਜਾਣ ਦੇ ਨਾਲ ਸਾਨੂੰ ਕੋਈ ਨੁਕਸਾਨ ਹੋਇਆ। ਸਾਨੂੰ ਇੰਨਾ ਕੁ ਨੁਕਸਾਨ ਹੋਇਆ ਕਿ ਕੈਪਟਨ ਲੇਟ ਗਿਆ। ਜੇ ਪਹਿਲਾਂ ਚਲੇ ਜਾਂਦੇ ਤਾਂ ਸ਼ਾਇਦ ਅਸੀਂ ਲੋਕਾਂ ਵਾਸਤੇ ਜੋ ਕੁਝ ਚਾਹੁੰਦੇ ਸਾਡੇ ਦਿਲ 'ਚ ਸੀ ਅਸੀਂ ਪੂਰਾ ਕਰ ਸਕਦੇ ਸੀ। ਸੋ ਸਾਨੂੰ ਕੈਪਟਨ ਚਲੇ ਗਏ, ਸਾਨੂੰ ਇਸ ਗੱਲ ਨੂੰ ਜ਼ਰੂਰ ਸਮਝਦੇ ਹਾਂ ਕਿ ਇਹਨਾਂ ਨੂੰ ਨਹੀਂ ਜਾਣਾ ਚਾਹੀਦਾ ਸੀ, ਛੱਡਣਾ ਨਹੀਂ ਚਾਹੀਦਾ ਸੀ। ਪਾਰਟੀ ਨੇ ਇੰਨਾ ਕੁਛ ਮਾਣ ਸਨਮਾਨ ਦਿੱਤਾ, ਰਹਿਣਾ ਚਾਹੀਦਾ ਸੀ। ਜੇ ਕਿਸੇ ਵਕਤ ਅੱਜ ਸੋਚ ਕੇ ਜਿਹੜਾ ਇਹਨਾਂ ਆਪ ਹੀ ਕਿਹਾ ਸੀ ਅਗਲੀ ਇਲੈਕਸ਼ਨ ਮੈਂ ਲੜਨੀ ਨਹੀਂ, 2-3 ਮਹੀਨੇ ਪਹਿਲਾਂ ਜੇ ਕੋਈ ਪਾਰਟੀ ਨੇ ਕੋਈ ਡਿਸੀਜਨ ਲਿਆ ਹੈ, ਉਸ ਪਾਰਟੀ ਹਾਈ ਕਮਾਂਡ ਨੇ ਜਿਹਨੇ ਇੰਨਾ ਕੁਛ ਇਹਦਾ ਇੰਨਾ ਮਾਣ ਸਤਿਕਾਰ ਕੀਤਾ, ਤਾਂ ਇਹਨਾਂ ਨੂੰ ਉਹਦੇ ਵਿੱਚ ਬੜੀ ਖੁਸ਼ੀ ਦੇ ਨਾਲ ਕਹਿਣਾ ਚਾਹੀਦਾ ਸੀ ਕਿ ਮੈਂ ਆ ਲਓ ਮੈਂ ਆਪ ਦਿੰਦਾ, ਤੁਹਾਡਾ ਆਪਣਾ ਦਿੱਤਾ ਮਾਣ ਆਦਰ ਹੈਗਾ। ਇਹਦਾ ਇਹਨਾਂ ਨੇ ਉਸ ਦੀ ਗ੍ਰੇਸ ਨਹੀਂ ਰੱਖੀ। ਇੱਕ ਆਮ ਚਰਚਾ ਬੀਬੀ ਜੀ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਕਾਂਗਰਸ ਦੇ ਵਿੱਚ ਹੁੰਦੇ ਸੀ, ਨਵਜੋਤ ਸਿੱਧੂ ਦੇ ਆਉਣ ਤੋਂ ਪਹਿਲਾਂ ਜੇ ਉਹਨਾਂ ਨੂੰ ਕੋਈ ਟੱਕਰ ਦੇ ਸਕਦਾ ਸੀ ਤਾਂ ਬੀਬੀ ਭੱਠਲ ਹੀ ਦੇ ਸਕਦੇ ਸੀ। ਇਸੇ ਕਰਕੇ ਬੀਬੀ ਭੱਠਲ ਨੂੰ ਜਾਣਬੁੱਝ ਕੇ ਕੈਪਟਨ ਅਮਰਿੰਦਰ ਸਿੰਘ ਵਿਰੋਧੀਆਂ ਦੇ ਨਾਲ ਰਲ ਕੇ ਹਰਵਾ ਦਿੰਦੇ ਸੀ, ਤੇ ਇਸ ਵਕਤ ਤੁਹਾਡੇ ਵਿਰੋਧੀ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸ਼ਰੇਆਮ ਗੱਠਜੋੜ ਕਰਕੇ ਲੜ ਰਹੇ ਨੇ। ਇਸ ਵਾਰ ਮੁਕਾਬਲਾ ਕਿਹੋ ਜਿਹਾ? ਦੇਖੋ, ਇਹ ਤਾਂ ਜੱਗ ਜ਼ਾਹਰ ਹੈ ਸਾਰੀ ਗੱਲ, ਅੱਜ ਦਾ ਨਹੀਂ ਹੈ। ਜਦੋਂ ਮੈਂ ਲੈ ਕੇ ਆਈਆਂ ਸ਼ਾਮਲ ਕੀਤੇ ਹੈ
ਮੈਨੂੰ ਕੈਪਟਨ ਸਾਹਿਬ ਨੇ ਇੱਕ ਭੈਣ ਤੇ ਭਰਾ ਦੇ ਰਿਸ਼ਤੇ ਦਾ ਗੱਲ ਕੀਤੀ, ਜਿਹਨੂੰ ਮੈਂ ਬਹੁਤ ਪਵਿੱਤਰ ਰਿਸ਼ਤਾ ਸਮਝਦੀ ਹਾਂ। ਉਸ ਰਿਸ਼ਤੇ ਦੇ ਤੌਰ ਤੇ ਇਹਨਾਂ ਨੂੰ ਪਾਰਟੀ ਇਹਨਾਂ ਦੀ ਖਤਮ ਹੋ ਗਈ ਸੀ, ਜਿਹੜੀ 2020 ਬਣਾਈ ਸੀਗੀ ਇਹਨਾਂ ਨੇ 1920 ਉਹ ਮੁੱਕ ਗਈ ਸੀ ਇਹਨਾਂ ਦੀ ਪਾਰਟੀ ਤੇ ਖਤਮ ਹੋ ਗਏ ਸੀ ਸਾਰੇ ਪਾਸਿਓਂ, ਕੋਈ ਗੱਲ ਰਹੀ ਨਹੀਂ ਸੀ। ਇਹਨਾਂ ਦੀ ਜਵਾਨਤ ਜ਼ਬਤ ਹੋ ਗਈ ਸੀ ਜਦੋਂ ਖੜੇ ਹੋਏ ਨੇ 92 ਦੇ ਵਿੱਚ ਖੜ ਦੇ ਉੱਤੋਂ। ਉਸ ਵਕਤ ਇਹਨਾਂ ਨੇ ਮੇਰੇ ਕੋਲੇ ਆ ਕੇ ਬੇਨਤੀ ਕੀਤੀ ਕਿ ਮੈਨੂੰ ਸ਼ਾਮਲ ਕਰਾਓ। ਸਾਰੀ ਪਾਰਟੀ ਸਾਡੀ ਸ਼ਾਮਲ ਕਰਨ ਲਈ ਤਿਆਰ ਨਹੀਂ ਸੀ ਹੋਈ। ਇਹਨਾਂ ਦੇ ਨਾਲ ਰਵਿੰਦਰ ਸਿੰਘ ਸੀ, ਰਾਜਾ ਨਰਿੰਦਰ ਸਿੰਘ ਸੀ ਤੇ ਕੈਪਟਨ। ਇਹਨਾਂ ਦੋਵਾਂ ਅਗਵਾਈ ਕਰਕੇ ਕੈਪਟਨ ਸਾਹਿਬ ਨੇ ਕਿ ਮੈਨੂੰ ਰਜਿੰਦਰ ਸ਼ਾਮਲ ਕਰਾਓ ਮੈਨੂੰ ਕਿਹਾ। ਟੈਲੀਫੋਨ ਆਉਂਦੇ ਨੇ, ਰਿਕਾਰਡਡ ਨੇ ਸਾਰੇ ਕੁਝ। ਮੈਂ ਸ਼ਾਮਲ ਕੀਤਾ ਕਿ ਉਹਨਾਂ ਨੇ ਬੜੇ ਉੱਚੇ ਰਿਸ਼ਤੇ ਦੇ ਨਾਲ ਨਾਂ ਲਿਆ ਮੇਰੇ ਕੋਲੇ। ਬਿਲਕੁਲ ਭੈਣ ਭਰਾ। ਤੇ ਲੇਕਿਨ ਇਹਨਾਂ ਨੇ ਉਸ ਵੇਲੇ ਹੀ ਬਣਦਿਆਂ ਸਰ ਜੇ ਮੈਂ ਕਿਹਾ ਕਿ 2019 ਦੇ ਵਿੱਚ ਇਹ ਬਣ ਗਏ ਸੀਗੇ, ਨਹੀਂ 2019 ਤਾਂ 17 ਤਾਂ ਆਉਣਾ ਹੈਗਾ, 1919 ਉਦੋਂ ਬਾਅਦ 2000 ਆਇਆ ਨਾ। 2000 ਤੋਂ ਪਹਿਲਾਂ ਮੈਂ 1999 ਹਾਂਜੀ 1999 ਉਦੋਂ ਬਣਿਆ ਸੀਗਾ। 1999 ਵਿੱਚ ਇਹ ਸਾਡੇ ਸ਼ਾਮਲ ਹੋ ਗਏ ਸੀਗੇ ਤੇ 2000 ਦੇ ਵਿੱਚ ਇਹ ਸੀਐਮ ਬਣੇ ਹੈਗੇ। ਮੈਂ ਇਹਨਾਂ ਨੂੰ ਸਾਰਾ ਕੁਝ ਸੀਐਮ ਪ੍ਰਧਾਨ ਬਣਾ ਕੇ ਸਾਰਾ ਕੁਝ ਕਰਕੇ ਤੇ ਮੈਨੂੰ ਕਿਸੇ ਕੰਮ ਬਾਹਰ ਜਾਣਾ ਪਿਆ ਤੇ ਮੈਨੂੰ ਬਾਹਰ ਗਈ ਨੂੰ ਜੋ ਜਾਣ ਵੇਲੇ ਕਹਿੰਦੇ ਸੀ ਮੈਂ ਤੁਹਾਡਾ ਭਰਾ ਬੈਠਾ, ਫਿਕਰ ਨਾ ਕਰਿਓ। ਮੇਰੇ ਬਾਹਰ ਗਈ ਜੋ ਲੱਤ ਵੱਡੀ ਸੀ ਇਹਨਾਂ ਨੇ, ਸਭ ਤੋਂ ਪਹਿਲਾਂ ਮੇਰਾ ਸੀਐਲਪੀ ਦਾ ਜਿਹੜਾ ਹੈਗਾ ਸੀਗਾ ਉੱਥੇ ਤੇ ਉਹਦਾ ਜਿਹੜਾ ਮੈਂ ਖੁਦ ਰਜ਼ਾਈਨ ਲੈ ਕੇ ਗਈ ਸੋਨੀਆ ਜੀ ਕੋਲੇ। ਸੋਨੀਆ ਜੀ ਅੱਜ ਗਵਾਹ ਇਸ ਗੱਲ ਦੇ, ਸਾਡੇ ਪ੍ਰਧਾਨ। ਮੈਂ ਮੈਡਮ ਸੋਨੀਆ ਜੀ ਨੂੰ ਕਿਹਾ ਸੀ ਕਿ ਮੈਨੂੰ ਕੋਈ ਉਹਦੇ ਨਾਲ ਚਾਰ ਤੁਹਾਡੇ ਨਾਲ ਵਿਸ਼ਵਾਸਘਾਤ ਕਰਤਾ ਜੀ। ਵਿਸ਼ਵਾਸਘਾਤ ਪਹਿਲਾਂ ਉੱਥੇ ਕੀਤਾ, ਫਿਰ ਉਸ ਤੋਂ ਬਾਅਦ 2000 ਜਿਵੇਂ ਦੱਸਿਆ ਹੈਗਾ 2 ਦੀ ਸਰਕਾਰ ਆ ਗਈ। ਉਦੋਂ ਪਹਿਲਾਂ ਜਿਹੜੀ ਬਾਦਲ ਸਾਹਿਬ ਦੀ 1990 ਵਾਲੀ ਸੀ, 99 ਵਾਲੀ ਸੀਗੀ, ਉਹਦੇ ਵਿੱਚ ਮੇਰੇ ਤੇ ਇੱਕ ਕੇਸ ਬਣਾਇਆ ਗਿਆ ਝੂਠਾ। ਉਹ ਵੀ ਸਾਰਾ ਉਸ ਵੇਲੇ ਜਿਹੜਾ ਬਣਾਇਆ ਗਿਆ, ਮੈਨੂੰ ਤਾਂ ਉਦੋਂ ਪਤਾ ਲੱਗਿਆ ਸੀ ਕਿ ਫਲਾਣੇ ਇਹਨਾਂ ਦੇ ਅਕਾਲੀ ਲੀਡਰ ਦੇ ਐਮਐਲਏ ਫਲੈਟ ਤੇ ਬੈਠ ਕੇ ਸਾਰੀ ਇਹ ਤਜਵੀਜ਼ ਜੱਜ ਬਾਦਲ ਸਾਹਿਬ ਦਾ ਬੰਦਾ ਸਾਰਿਆਂ ਨੇ ਇਕੱਠੇ ਹੋ ਕੇ, ਅਕਾਲੀ ਤੇ ਕੈਪਟਨ ਸਾਹਿਬ ਇਹਨਾਂ ਨੇ ਇਕੱਠੇ ਹੋ ਕੇ ਇਹ ਕਿਹਾ ਗਿਆ ਉੱਥੇ, ਅਕਾਲੀ ਦਲ ਨੇ ਕਿਹਾ ਕਿ ਤੁਹਾਨੂੰ ਇਹ ਪਾਰਟੀ ਦੇ ਵਿੱਚ ਤੰਗ ਕਰੂਗੀ, ਸਾਨੂੰ ਇਹ ਪੰਜਾਬ 'ਚ ਤੰਗ ਕਰੂਗੀ, ਭੱਠਲ ਨੂੰ ਖਤਮ ਸਿਆਸੀ ਤੌਰ ਤੇ ਕਰੀਏ। ਇਹ ਸਾਰੇ ਮੇਰੇ ਦੁਆਲੇ ਇਕੱਠੇ ਹੋ ਗਏ, ਮੇਰੇ ਤੇ ਕੇਸ ਬਣਾਏ ਗਏ। ਉਦੋਂ ਬਾਅਦ ਕੈਪਟਨ ਸਾਹਿਬ ਨੇ, ਜੇ ਮੈਂ ਬਠਿੰਡੇ ਤੋਂ ਜਿੱਤ ਕੇ ਆ ਗਈ, ਉਸੇ ਸ਼ਾਮ ਉੱਥੋਂ ਮੇਰਾ ਕੇਸ ਖਤਮ ਹੋਇਆ ਬਠਿੰਡੇ ਤੇ 11 12 ਵਜੇ 1 ਵਜੇ ਸ਼ਾਮ ਨੂੰ 4 ਵਜੇ ਇੱਥੇ ਲਿਆ ਕੇ ਉਹਦੀ ਫਿਰ ਅਪੀਲ ਡਿਊਟੀ 'ਚ ਕੀਤੀ ਆ ਕੇ। ਮਤਲਬ ਇਸ ਤਰ੍ਹਾਂ ਹੱਥ ਧੋ ਕੇ ਪਿੱਛੇ ਪਏ, ਇਹਦਾ ਮੈਂ ਕਦੇ ਦੱਸਿਆ ਹੀ ਨਹੀਂ ਹੈ। ਅੱਜ ਕੈਪਟਨ ਸਾਹਿਬ ਦਾ ਉਸ ਵੇਲੇ ਇੱਕ ਡਿਪਟੀ ਪ੍ਰਿੰਸੀਪਲ ਸੈਕਟਰੀ ਹੁੰਦਾ ਸੀ ਰਾਕੇਸ਼ ਆਹੀਰ। ਅੱਛਾ ਜੀ। ਉਹ ਹੁਣ ਦੱਸ ਰਿਹਾ ਕਈ ਚੈਨਲਾਂ ਤੇ ਆ ਕੇ ਬੋਲਦਾ ਹੈ, ਉਹ ਕਹਿੰਦਾ ਵੀ ਮੈਨੂੰ ਟੈਸਟ ਕਰਾਓ, ਫਲਾਣਾ ਟੈਸਟ ਕਰਾ ਕੇ ਦੇਖੋ ਮੇਰਾ। ਉਹਨੇ ਸਾਰੀ ਆਪਣੇ ਮੂੰਹੋਂ ਕਿਹਾ ਕਿ ਭੱਠਲ ਦੇ ਉੱਤੇ 3 ਕਰੋੜ ਰੁਪਇਆ ਇਹਨੂੰ ਕੋਈ ਝੂਠੇ ਕੇਸਾਂ 'ਚ ਫਸਾਉਣ ਲਈ ਖਰਚ ਕੀਤਾ ਗਿਆ। ਉਹਨੇ ਵਿਦ ਡਾਕੂਮੈਂਟਰੀ ਪ੍ਰੂਫ ਦਿੱਤਾ ਕਿ ਮੇਰੇ ਕੋਲ ਸਾਰੇ ਪ੍ਰੂਫ ਹੈਗੇ ਨੇਗੇ, ਕਿਉਂਕਿ ਡਿਪਟੀ ਪ੍ਰਿੰਸੀਪਲ ਸੈਕਟਰੀ ਸਾਰਾ ਸੀਕ੍ਰੀਟ ਫੰਡ ਦੇਖਦਾ ਸੀਐਮ ਦਾ। ਉਹ ਕਹਿੰਦਾ ਮੈਥੋਂ ਦਵਾਏ ਗਏ ਕਿਸੇ ਜੱਜ ਨੂੰ, ਕਿਸੇ ਵਕੀਲ ਨੂੰ, ਕਿਸੇ ਹੋਰ ਨੂੰ। ਕਾਰਨ ਕੀ ਰਿਹਾ ਜੀ? ਤੇ ਕਾਰਨ ਇਹੀ ਕਿ ਪੋਲੀਟੀਕਲ ਰੈਬਿਲਿਟੀ ਮੇਰੇ ਸਾਹਮਣੇ ਆਊਗੀ। ਤੇ ਉਦੋਂ ਬਾਅਦ ਹੁਣ ਸ਼ਾਮਲ ਪਤਾ ਹੀ ਲੱਗ ਗਿਆ ਕਿ ਜਿਨ੍ਹਾਂ ਨੇ ਅੱਜ ਹੱਥ ਮਿਲਾਇਆ ਢੀਂਡਸਾ ਪਰਿਵਾਰ ਨਾਲ, ਇਹ ਹੱਥ ਤਾਂ 2000 ਜਿਹੜੀ ਆ ਪਿਛਲੀ ਇਲੈਕਸ਼ਨ ਹੋਈ ਸੀ 17 ਵਾਲੀ, ਉਹ 'ਚ ਮਿਲ ਗਿਆ ਸੀ ਇਹਨਾਂ ਦਾ। ਉਹਦੇ ਵਿੱਚ ਬੜੀ ਪਲਾਨ ਦੇ ਨਾਲ ਅਕਾਲੀ ਦਲ ਨਾਲ ਸਲਾਹ ਕਰਕੇ, ਢੀਂਡਸਾ ਨਾਲ ਸਲਾਹ ਕਰਕੇ ਕਿ ਭੱਠਲ ਕੋਲੇ ਪੈਸਾ ਨਹੀਂ ਹੈ ਕਮਾਇਆ ਵਾ, ਤੇ ਤੁਸੀਂ ਪੈਸਾ ਵੀ ਹੈ, ਪਹਿਲੀ ਵਾਰ ਆਏ ਹੋ, ਭੱਠਲ 4-5 ਵਾਰ ਲੜ ਚੁੱਕੀ ਹੈ, ਤੇ ਇੱਥੇ ਤੁਸੀਂ ਵਧੀਆ ਤਰੀਕੇ ਨਾਲ ਆ ਸਕਦੇ ਹੋ, ਤਾਂ ਕਿ ਉਹਨਾਂ ਨੂੰ ਵਿਦਨ ਪਾਰਟੀ ਮੇਰੀ ਕੋਈ ਰੈਬਿਲਿਟੀ ਨਹੀਂ ਰਹੂਗੀ। ਕਿਉਂਕਿ ਇੱਥੇ ਇਸ ਵਾਰ ਸਾਡੀ ਪਾਰਟੀ ਵੀ ਸੋਚਦੀ ਸੀ ਕਿ ਪੂਰੀ ਟਰਮ ਨਹੀਂ, ਕੁਝ ਟਰਮ ਜਿਹੜੀ ਆ ਸੀਐਮ ਵਾਲੀ ਲੰਘੀ ਹੈਗੀ ਪਿੱਛੇ ਸੀਐਮ ਸਾਹਿਬ ਵਾਲੀ, ਇਹਨਾਂ ਨੂੰ ਦੇਣੀ ਸੀ ਤੇ ਬਾਕੀ ਮੈਨੂੰ ਅੱਧੀ ਮੈਨੂੰ ਦੇਣੀ ਸੀਗੀ। ਅੱਛਾ, ਅੱਧੇ ਸਮੇਂ ਲਈ ਸੀਐਮ ਤੁਸੀਂ ਬਣਨਾ ਸੀ? ਮੈਨੂੰ ਬਣਾਉਣਾ ਸੀਗਾ ਉਹਨਾਂ ਨੇ। ਮੈਨੂੰ ਵਾਕਿਆ ਦਾ ਉਸ ਵਕਤ ਟੈਲੀਫੋਨ ਅਹਿਮਦ ਪਟੇਲ ਜੀ ਦਾ ਆਇਆ ਸੀਗਾ ਕਿ ਪਹਿਲਾਂ ਉਹਨਾਂ ਨੂੰ ਮੈਂ ਕਿਹਾ ਨਹੀਂ ਜੀ ਤੁਸੀਂ ਪਹਿਲਾਂ ਬੇਸ਼ੱਕ ਇਹਨਾਂ ਨੂੰ ਰੱਖੋ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਮੈਂ ਕੋਈ ਕਾਹਲੀ ਨਹੀਂ ਹਾਂ। ਤੇ ਉਹ ਇਸ ਲਈ ਮੈਨੂੰ ਬਣਨ ਤੋਂ ਇੱਕੋ ਹੀ ਤਰੀਕਾ ਸੀ ਰੋਕੇ ਜਾਣ ਦਾ ਕਿ ਮੈਂ ਅਸੈਂਬਲੀ 'ਚ ਹੀ ਨਾ ਆਵਾਂ। ਬਿਲਕੁਲ। ਤੇ ਉਹਦੇ ਲਈ ਸਾਰੀਆਂ ਸਕੀਮਾਂ ਘੜੀਆਂ ਗਈਆਂ ਇਸ ਕਾਰਨ ਕਰਕੇ। ਤੇ ਹੁਣ ਉਹੀ ਜਿਹੜੇ ਸੁਖਦੇਵ ਢੀਂਡਸਾ 3 ਮਹੀਨੇ ਪਹਿਲਾਂ ਕਹਿੰਦੇ ਸੀ, ਕਿਸੇ ਨੇ ਪੁੱਛਿਆ ਕਿ ਤੁਸੀਂ ਕੈਪਟਨ ਸਾਹਿਬ ਨਾਲ ਜਾਂ ਬੀਜੇਪੀ ਨਾਲ ਜਾਓਗੇ, ਬੀਜੇਪੀ ਨਾਲ ਉਹਨਾਂ ਨੇ ਕਿਹਾ ਸਾਡੀ ਕੋਈ ਗੱਲ ਨਹੀਂ ਹੋਈ ਜੀ, ਕੈਪਟਨ ਸਾਹਿਬ ਨਾਲ ਅਸੀਂ ਕਿਵੇਂ ਜਾ ਸਕਦੇ ਹਾਂ, ਉਹਨਾਂ ਨੇ 4.5 ਸਾਲ ਕੋਈ ਵਾਅਦਾ ਹੀ ਨਹੀਂ ਪੂਰਾ ਕੀਤਾ। ਫਿਰ ਉਹਨਾਂ ਨੇ ਕਿਹਾ ਵੀ ਉਦੋਂ ਵੱਡੀ ਬੇਅਦਬੀ ਕੀਤੀ, ਅਸੀਂ ਜੋ ਛੱਡ ਕੇ ਆਏ ਸੁਖਬੀਰ ਦੀ ਪਾਰਟੀ ਕਿ ਉਹਨਾਂ ਨੇ 1.5 ਸਾਲ ਦੇ ਵਿੱਚ ਕੋਈ ਇਨਸਾਫ ਨਹੀਂ ਕੀਤਾ ਬੇਅਦਬੀ ਦਾ, ਤੇ ਕੈਪਟਨ ਸਾਹਿਬ ਨੇ ਤਾਂ ਗੁਟਕਾ ਫੜ ਕੇ ਹੱਥ 'ਚ ਦਮਦਮਾ ਸਾਹਿਬ ਕੀਤਾ, ਉਦੋਂ ਇੱਕ ਤਾਂ 5.5 ਸਾਲ ਨਹੀਂ ਕੀਤਾ, ਇੱਕ ਖੁਦ ਉਦੋਂ ਵੱਡੀ ਬੇਅਦਬੀ ਕੀਤੀ ਕਿ 5ਵੇਂ ਤਖਤ ਦੇ ਉੱਪਰ ਦਮਦਮਾ ਸਾਹਿਬ ਦੇ ਉੱਪਰ ਗੁਟਕਾ ਚੱਕ ਕੇ ਸਹੁੰ ਖਾਧੀ ਸੀ, 4 ਹਫ਼ਤਿਆਂ 'ਚ ਸਾਰਾ ਕੁਝ ਬੰਦ ਕਰੋ, ਨਸ਼ਾ ਵਗੈਰਾ। ਅਸੀਂ ਕਿਵੇਂ ਜਾ ਸਕਦੇ ਹਾਂ? ਹੁਣ ਅੱਜ ਉਹੀ ਚੀਜ਼ ਆ ਗਈ ਨਾ ਕਿ ਜਿਹੜੇ ਭੱਠਲ ਦੇ ਖਿਲਾਫ ਵੀ ਇਕੱਠੇ ਹੋਏ ਸੀ, ਅੱਜ ਇਹ ਦੋਨੇ ਜਾਣੇ ਕੈਪਟਨ ਤੇ ਢੀਂਡਸਾ ਸਾਹਿਬ ਦੋਨਾਂ ਨੇ ਵਧੀਆ ਹੱਥ ਮਿਲਾ ਲਏ। ਜਿਹੜੇ ਪਹਿਲਾਂ ਅੰਦਰੋਂ ਗੱਤੀ ਮਿਲੇ ਹੋਏ ਸੀ, ਹੁਣ ਸ਼ਰੇਆਮ ਓਪਨਲੀ ਮਿਲਾ ਲਏ। ਤੇ ਦੂਜਾ ਜਾ ਕੇ ਦੋਵਾਂ ਨੇ ਵਾਜਪਾਈ ਦਾ ਇੱਕ ਹੱਥ ਫੜ ਲਿਆ ਦੋਵੇਂ ਪਾਸਿਆਂ ਤੋਂ ਜਾ ਕੇ, ਜਿਹੜਾ ਵਾਜਪਾਈ ਮੋਦੀ ਦਾ ਫੜ ਲਿਆ ਹੱਥ। ਜਿਹੜੇ ਬੀਜੇਪੀ ਵਾਲੇ ਆ ਜਿਨ੍ਹਾਂ ਨੇ ਸਾਡੇ 700 ਲੋਕਾਂ ਦਾ ਕਿਵੇਂ ਆਪਣੇ ਸ਼ਹਾਦਤ ਦਾ ਜਾਮ ਪੀਣਾ ਪਿਆ, ਬਿਲਕੁਲ ਉਹਨਾਂ ਜ਼ਿੰਦਗੀਆਂ ਨਾਲ ਖਿਲਵਾੜ ਕੀਤਾ। ਅੱਜ ਉਸੇ ਮੋਦੀ ਨਾਲ ਹੁਣ ਢੀਂਡਸਾ ਸਾਹਿਬ ਕਹਿੰਦੇ ਆ
ਮੈਂ ਤਾਂ ਆਇਆ ਸਿੱਖਾਂ ਦੇ ਮਾਮਲੇ ਹੱਲ ਕਰਾਉਂਗਾ। ਜੀ ਇੰਨੀ ਪਾਵਰ ਰੱਖਦੇ ਹੋ ਸਿੱਖਾਂ ਦੇ ਮਾਮਲੇ, ਤੁਸੀਂ ਪਹਿਲਾਂ ਤਾਂ ਅਕਾਲੀ ਦਲ ਤੇ ਬੀਜੇਪੀ ਇਕੱਠੇ ਹੀ ਸੀ। ਹਾਂ, ਉਦੋਂ ਨਹੀਂ ਕਰਾਏ ਬਿਲਕੁਲ। ਬੀਜੇਪੀ ਦੀਆਂ ਵੋਟਾਂ ਨਾਲ ਰਾਜ ਸਭਾ ਜਾਂਦੇ ਰਹੇ ਹੋ, ਤੁਸੀਂ ਉਦੋਂ ਕਿਉਂ ਨਾ ਕਰਾਏ? ਤੇ ਜੇ ਤੁਹਾਡੀ ਇੰਨੀ ਪਾਵਰ ਅੱਜ ਜ਼ਿਆਦਾ ਵੱਧ ਗਈ, ਪਾਵਰ ਥੋੜੀ ਹੱਲ ਕਰਾ ਸਕਦੇ ਹੋ, ਤਾਂ ਕਿਸਾਨ ਮੋਰਚੇ ਸਾਡੇ ਇੰਨੇ ਭਰਾ ਜਿਹੜੇ 700 ਪਰਿਵਾਰਾਂ ਨੂੰ ਤਾਂ ਮੌਤ ਦੇ ਘਾਟ ਉਤਰਨਾ ਪੈਂਦਾ, ਉਹ ਸ਼ਹੀਦ ਹੋਏ ਨੇਗੇ, ਉਦੋਂ ਕਰਾ ਦਿੰਦੇ। ਸੋ ਅੱਜ ਇੱਧਰਲੀਆਂ ਉੱਧਰਲੀਆਂ ਗੱਲਾਂ ਮਾਰ ਕੇ ਇਹ ਹਲੇ ਵੀ ਕਿਹੜਾ ਉਹਨਾਂ ਦਾ ਨਿਬੜ ਗਿਆ, ਹਲੇ ਵੀ ਐਮਐਸਪੀ ਵਗੈਰਾ ਵਿਚਾਲੇ ਖੜੀ ਹੈ। ਨਹੀਂ, ਕੁਝ ਵੀ ਨਹੀਂ ਕੀਤਾ ਜੀ। ਜਿਹੜੇ ਦਿੱਲੀ ਲਖੀਮਪੁਰ ਜਿਨ੍ਹਾਂ ਦੇ ਗੱਡੀਆਂ ਚੜਾਈਆਂ ਸਭ ਕੁਝ ਕੀਤੀਆਂ, ਉੱਥੇ ਕੁਝ ਵੀ ਨਹੀਂ ਹੋਇਆ, ਕੋਈ ਐਕਸ਼ਨ ਨਹੀਂ, ਕੋਈ ਗੱਲ ਨਹੀਂ ਕੀਤੀ, ਕੋਈ ਪੜਿਆ ਨਹੀਂ, ਕੋਈ ਦਿੱਤਾ ਨਹੀਂ। ਅੱਜ ਨਾ ਉਹ ਜਿਹੜਾ ਹੈਗਾ ਹੋਰ ਬਾਕੀ ਦੇ ਫੈਸਲੇ ਕੀਤੇ, ਨਾ ਕੋਈ ਮੁਆਵਜ਼ਾ ਦਿੱਤਾ ਹੈ। ਜੋ ਮਰੇ ਹੈਗੇ ਸਾਡੇ ਭਰਾ ਸ਼ਹੀਦ ਹੋਏ, ਇਹਨਾਂ ਨੂੰ ਮੁਆਵਜ਼ਾ ਦਿੱਤਾ। ਸਾਰਾ ਕੰਮ ਉੱਥੇ ਹੀ ਖੜਾ ਹੈ। ਔਰ ਮੈਨੂੰ ਤਾਂ ਇਹਨਾਂ ਤੇ ਬਿਲਕੁਲ ਹੀ ਯਕੀਨ ਨਹੀਂ ਕਿ ਇਸ ਤੋਂ ਬਾਅਦ ਇਸ ਵਾਰ ਇਕੱਠੇ ਹੋ ਗਏ, ਇਸ ਵਾਰ ਮੁਕਾਬਲਾ ਕਿਹੋ ਜਿਹਾ ਰਹੂ? ਤੇ ਮੈਂ ਇਹ ਕਹਿੰਦੀ ਇਹਨਾਂ ਨੂੰ ਤਾਂ ਕਿਸੇ ਨੇ ਮੂੰਹ ਨਹੀਂ ਲਾਉਣਾ। ਇਹ ਸਗੋਂ ਜਿਹੜੇ ਹੈਗੇ ਆ ਮੋਦੀ ਦਾ ਬਾਹ ਫੜ ਕੇ ਕੈਪਟਨ ਤੇ ਆਏ ਨੇ, ਇਹ ਤਿੰਨਾਂ ਦੀ ਤਿੱਕੜੀ ਨੂੰ ਪੰਜਾਬ ਦੇ ਲੋਕ ਤਾਂ ਮੂੰਹ ਨਹੀਂ ਲਾਉਂਦੇ। ਤੇ ਬਿਲਕੁਲ ਇਹ ਦੇਖੋ ਕਿਹੜੀ ਤੇ ਇਹਨਾਂ ਨੂੰ ਥਾਂ ਹੀ ਨਹੀਂ ਕੋਈ ਲੱਭਣੀ। ਕੱਲ੍ਹ ਨੂੰ ਪ੍ਰਧਾਨ ਮੰਤਰੀ ਆ ਵੀ ਰਹੇ ਆ, ਉਮੀਦ ਕੀਤੀ ਜਾ ਰਹੀ ਹੈ ਕੁਝ ਵੱਡੇ ਐਲਾਨ ਵੀ ਕੀਤੇ ਜਾ ਸਕਦੇ ਆ ਪੰਜਾਬੀਆਂ ਨੂੰ ਮਨਮੋਹਣ ਦੇ ਲਈ। ਤਾਂ ਨਾਲ ਦੀ ਨਾਲ ਇਹ ਵੀ ਗੱਲਾਂ ਨੇ ਕਿ ਤੁਹਾਡੇ ਬਹੁਤ ਸਾਰੇ ਮੰਤਰੀ ਤੇ ਵਿਧਾਇਕ ਕੱਲ੍ਹ ਨਰਿੰਦਰ ਮੋਦੀ ਜਿਹੜਾ ਬੀਜੇਪੀ ਦੇ ਵਿੱਚ ਸ਼ਾਮਲ ਕਰ ਰਹੇ ਨੇ, ਕਿਵੇਂ ਦੇਖਦੇ ਹੋ ਕਿ ਕਿੰਨਾ ਕੁ ਨੁਕਸਾਨ ਹੋਊਗਾ? ਦੇਖੋ, ਜਿੱਥੋਂ ਤੱਕ ਹੈ ਕਿ ਐਲਾਨ ਕੀਤੇ ਜਾ ਸਕਦੇ ਨੇ, ਉਹ ਤਾਂ ਇਹ ਠੀਕ ਹੈ ਕਿ ਜਿਸ ਤਰ੍ਹਾਂ ਇਲੈਕਸ਼ਨਾਂ ਨੇੜੇ ਆ ਕੇ ਆ ਕਾਲੇ ਕਾਨੂੰਨ ਵਾਪਸ ਲੈ ਲਏ, ਲੋਕਾਂ ਨਾਲ ਹਮਦਰਦੀ ਕਰਕੇ ਨਹੀਂ ਵਾਪਸ ਲਏ। ਹਾਂ ਬਿਲਕੁਲ, ਸਿਰਫ ਇਸ ਕਰਕੇ ਕਿ ਸਾਨੂੰ ਵੋਟਾਂ ਇਨਸਾਨ ਪੋਲੀਟੀਕਲ ਮਜਬੂਰੀ ਦੇ ਵਿੱਚ ਪੋਲੀਟੀਕਲ ਗੇਨ ਕਰਨ ਲਈ ਕੀਤਾ। ਇਵੇਂ ਜਿਵੇਂ ਕੱਲ ਕੁਝ ਵੀ ਕਰ ਸਕਦੇ ਨੇ। ਪੰਜਾਬ ਨਾਲ ਪਿਆਰ ਕੋਈ ਨਹੀਂ, ਪੰਜਾਬ ਨਾਲ ਪਿਆਰ ਹੁੰਦਾ ਤਾਂ ਪਹਿਲਾਂ ਕਰਦੇ, ਦੂਜੀ ਵਾਰ ਬਣਿਆ ਤਾਂ ਪ੍ਰਾਈਮ ਮਿਨਿਸਟਰ। ਬਿਲਕੁਲ, ਪੰਜਾਬੀਆਂ ਦੀ ਗੁਜਰਾਤ ਵਿੱਚ ਲਈ ਹੋਈ ਜ਼ਮੀਨ ਉੱਥੋਂ ਉਜਾੜਾ ਕੀਤਾ ਇਹਨਾਂ ਨੇ। ਪੰਜਾਬੀਆਂ ਨਾਲ ਹਮਦਰਦੀ ਇਹਨਾਂ ਨੂੰ ਕੋਈ ਨਹੀਂ ਹੈਗੀ। ਇਸ ਕਰਕੇ ਇਹਨਾਂ ਤੋਂ ਸਾਨੂੰ ਦਿਲ ਤੋਂ ਕਰਨਾ ਚਾਹੁੰਦੇ, ਇਹਦੀ ਕੋਈ ਉਮੀਦ ਨਹੀਂ ਹੈ। ਪੋਲੀਟੀਕਲ ਬੈਨੀਫਿਟ ਲੈਣ ਲਈ, ਲੋਕਾਂ ਨੂੰ ਗੁੰਮਰਾਹ ਕਰਨ ਲਈ ਕੁਝ ਕਰਨਾ ਕਹਿਣਾ ਚਾਹਣ, ਉਹਦੇ ਤੇ ਕੋਈ ਯਕੀਨ ਨਹੀਂ ਕੀਤਾ ਜਾ ਸਕਦਾ। ਕਿਉਂਕਿ ਇਹਨਾਂ ਤਾਂ ਕਿਹਾ ਸੀ ਕਾਲੇ ਕਾਨੂੰਨ, ਇਹਨਾਂ ਨੇ ਕਿਹਾ ਸੀ ਮੈਂ ਲੈ ਕੇ ਆਊਂ ਚਿੱਟਾ ਧਨ ਵਾਪਸ ਲੈ ਕੇ ਆਊਂਗਾ, ਮੈਂ ਆਪਣਾ ਜਿਹੜਾ ਬਾਹਰਲੇ ਮੁਲਕਾਂ 'ਚ ਕਾਲਾ ਧਨ ਹੈ ਉਹ ਮੈਂ ਵਾਪਸ ਲੈ ਕੇ ਆਊਂਗਾ, ਮੈਂ 15 ਲੱਖ ਕਰੂੰਗਾ ਜੇਬ 'ਚ ਪਾਊਂਗਾ। ਸਾਰੇ ਜੁਮਲੇ ਨਿਕਲੇ, 2 ਕਰੋੜ ਕੀਤਾ, ਸਾਰੇ ਝੂਠੇ ਨਿਕਲੇ ਨੇ। ਮੈਨੂੰ ਤਾਂ ਇੱਥੋਂ ਤੱਕ ਵੀ ਲੱਗਦਾ ਹੈ ਕਿ ਆਹ ਇਲੈਕਸ਼ਨ ਤੋਂ ਬਾਅਦ ਮੁੜ ਕੇ ਇਹ ਵਿਚਾਲੇ ਜੇ ਕਾਨੂੰਨ ਰੱਖਿਆ, ਮੁੜ ਕੇ ਫੇਰ ਲਾ ਦੇਣਗੇ, ਇਹਨੂੰ ਕਿਸੇ ਨੂੰ ਰੋਕਣਾ ਹੈ। ਕਿਉਂਕਿ ਨਰਿੰਦਰ ਤੋਮਰ ਨੇ ਥੋੜੇ ਦਿਨ ਪਹਿਲਾਂ ਬਿਆਨ ਵੀ ਦਿੱਤਾ ਸੀ ਕਿ ਇੱਕ ਉਹਦੇ ਮੂੰਹ 'ਚੋਂ ਨਿਕਲਿਆ ਹੀ ਸੱਚੀ ਗੱਲ, ਕਦੇ ਕਦੇ ਉਹਦੇ ਤੋਮਰ ਦੇ ਮੂੰਹ 'ਚੋਂ ਸੱਚੀ ਗੱਲ ਨਿਕਲ ਆਉਂਦੀ ਹੁੰਦੀ ਹੈ। ਸੋ ਉਹ ਜਿਹੜੀ ਉਹਨਾਂ ਦੇ ਅੰਦਰ ਛਲਕਦੀ ਬਣਦੀ ਹੈਗੀ ਗੱਲ, ਉਹ ਨਿਕਲੀ ਹੈ। ਤੇ ਇਹ ਵੀ ਤਵੱਕੋ ਕੀਤੀ ਜਾ ਸਕਦੀ ਹੈ ਵੀ ਜੋ ਮਰਜ਼ੀ ਐਲਾਨ ਕਰਨ, ਉਹ ਪੂਰੇ ਨਹੀਂ ਕਰਨੇ, ਵੋਟਾਂ ਕੱਢਣਗੇ ਇਹ। ਤੇ ਉਸ ਤੋਂ ਬਾਅਦ ਆ ਕੀਤੇ ਸਗੋਂ ਸਾਡੇ ਕਾਲੇ ਕਾਨੂੰਨ ਵੀ ਕੀਤੇ ਦੁਬਾਰਾ ਫੇਰ ਨਾ ਲਾ ਦੇਣ ਸਾਡੇ ਤੇ। ਪੰਜਾਬ ਦੇ ਲੋਕਾਂ ਦੇ ਕੋਲੇ ਅਸੀਂ ਨਹੀਂ ਸਮਝਦੇ ਕਿ ਸਾਡੇ ਭਰਾਵਾਂ ਦਾ ਹੋਰ ਖੂਨ ਵਗੇ, ਹੋਰ ਸ਼ਹਾਦਤਾਂ ਹੋਣ। ਪਰ ਇਹ ਜਿਹੜੇ ਲੋਕ ਨਾਲ ਰਲ ਕੇ ਚੱਕਦੇ ਆ, ਜਿਨ੍ਹਾਂ ਨੇ ਕਿਹਾ ਮੋਦੀ ਸਾਹਿਬ ਨੂੰ, ਇਹੀ ਇਹਨਾਂ ਨੇ ਰਾਇਆਂ ਦਿੰਦੇ ਸੀ ਨਾ ਅੰਦਰੋਂ ਗਤੀ। ਜਿਹੜਾ ਮੈਂ ਕਹਿੰਦੀ ਹੁੰਦੀ ਆ ਕੈਪਟਨ ਜਾ ਕੇ ਮਿਲਦਾ ਸੀ, ਮੈਂ ਸੀਐਮ ਬਹਾਨੇ ਇਕੱਲਾ ਜਾ ਕੇ ਮਿਲਦਾ ਸੀਗਾ। ਇਹ ਸਾਰੀਆਂ ਸਕੀਮਾਂ ਉਦੋਂ ਤੈਅ ਹੁੰਦੀਆਂ ਸੀਆਂ। ਇਵੇਂ ਜਿਵੇਂ ਢੀਂਡਸਾ ਜੀ ਜਿਹੜੇ ਕਹਿੰਦੇ ਸੀਗੇ ਇਹਨਾਂ ਨੂੰ ਪਦਮ ਸ਼੍ਰੀ ਦਿੱਤਾ ਗਿਆ, ਮੈਂ ਕਹਿੰਦੀ ਸੀ ਦੱਸਤਾ ਦਿਓ ਕਿਹੜੇ ਬਾਰਡਰ ਤੇ ਲੜੇ ਨੇ, ਕਾਹਦਾ ਪਦਮ ਸ਼੍ਰੀ ਹੈ। ਉਹ ਪਦਮ ਸ਼੍ਰੀ ਨਹੀਂ ਸੀ, ਉਹ ਬੀਜੇਪੀ ਦੇ ਨਾਲ ਰਲਣ ਦੀ ਉਹਨਾਂ ਦੀ ਇੱਕ ਸਾਈ ਫੜਾਈ ਸੀ ਉਹਨਾਂ ਨੇ। ਉਹ ਸਾਈ ਦੇ ਤਹਿਤ ਤੈਅ ਹੋਇਆ ਸੀਗਾ ਕਿ ਐਸਜੀਪੀਸੀ ਤੁਸੀਂ ਲਾਓਗੇ ਤੇ ਜਾਂ ਕੋਈ ਸੈਂਟਰ 'ਚ ਮਿਨਿਸਟਰੀ ਜੇ ਹਰਸਿਮਰਤ ਇੱਧਰ ਹੁੰਦੇ ਤੁਹਾਨੂੰ ਉਹਨੂੰ ਹਟਾ ਕੇ ਤੁਹਾਨੂੰ ਬਣਾਵਾਂਗੇ। ਕਿਹਾ ਜਾ ਰਿਹਾ ਸੀ ਇਸੇ ਕਰਕੇ ਢੀਂਡਸਾ ਸਾਹਿਬ ਛੱਡ ਕੇ ਆਏ ਸੀ। ਉਹ ਰਲੇ ਵੇ ਸੀਗੇ, ਇਕੱਠੇ ਹੋਏ ਵੇ ਸੀਗੇ, ਤੇ ਹੁਣ ਤਿੰਨੇ ਪੱਤੀਆਂ ਇਕੱਠੀਆਂ ਹੋ ਗਈਆਂ ਸਾਹਮਣੇ ਲੋਕਾਂ ਦੇ ਆ ਕੇ। ਇਹਨਾਂ ਤੋਂ ਖੈਰ ਨਹੀਂ, ਪੰਜਾਬ ਨੂੰ ਬਚਾਵੇ ਲੋਕ ਇਹੋ ਜਿਹੀਆਂ ਨਿੱਜੀ ਸੋਚਾਂ ਦੇ ਵਿੱਚ ਫਾਇਦੇ ਉਠਾਉਣ ਵਾਲੇ ਲੋਕਾਂ ਦੀ ਭੈੜੀ ਸੋਚ ਤੋਂ। ਕਾਂਗਰਸ ਦੇ ਅੰਦਰ ਸੀਐਮ ਦੀ ਕੁਰਸੀ ਨੂੰ ਲੈ ਕੇ ਰੌਲਾ ਪੈ ਰਿਹਾ ਹੈ। ਨਵਜੋਤ ਸਿੰਘ ਸਿੱਧੂ ਤੇ ਹੋਰ ਵੀ ਬਹੁਤ ਸਾਰੇ ਲੀਡਰ ਇਹ ਗੱਲ ਚਾਹੁੰਦੇ ਨੇ ਕਿ ਕਾਂਗਰਸ ਨੂੰ ਪਹਿਲਾਂ ਸੀਐਮ ਦਾ ਚਿਹਰਾ ਐਲਾਨ ਦੇਣਾ ਚਾਹੀਦਾ ਹੈ। ਸੁਨੀਲ ਜਾਖੜ ਜਾਂ ਹੋਰ ਬਹੁਤ ਸਾਰੇ ਲੀਡਰ ਇਹ ਗੱਲ ਚਾਹੁੰਦੇ ਨੇ ਕਿ ਇਹ ਵੀ ਕਿਹਾ ਜਾ ਰਿਹਾ ਕਿ ਹਾਈ ਕਮਾਂਡ ਵੀ ਇਹ ਗੱਲ ਚਾਹੁੰਦੀ ਹੈ ਕਿ ਚੋਣਾਂ ਤੋਂ ਪਹਿਲਾਂ ਸੀਐਮ ਦਾ ਚਿਹਰਾ ਨਾ ਐਲਾਨਿਆ ਜਾਵੇ। ਬੀਬੀ ਭੱਠਲ ਜੀ ਦੀ ਕੀ ਸੋਚ ਹੈ, ਕੀ ਐਡਵਾਈਸ ਹੋਊਗੀ? ਦੇਖੋ, ਸਾਡੀ ਪਾਰਟੀ ਦਾ ਅੱਜ ਤੱਕ ਦਾ ਜਿਹੜਾ ਆਪਾਂ ਸੋਚਦੇ ਹਾਂ, ਪਿਛਲੀ ਇਲੈਕਸ਼ਨ ਤੋਂ ਪਹਿਲਾਂ ਦੀ ਗੱਲ ਕਰਦੀ ਹਾਂ ਮੈਂ, ਉਹਦੇ ਵਿੱਚ ਈਵਨ 2007 ਤੇ ਸਾਡੀ ਸਰਕਾਰ ਨਹੀਂ ਬਣੀ ਹੈਗੀ, ਉਦੋਂ ਤੋਂ ਲੈ ਕੇ ਉਦੋਂ ਪਹਿਲਾਂ ਤੋਂ ਲੈ ਕੇ ਕਦੇ ਵੀ ਸਾਡੀ ਕਾਂਗਰਸ ਪਾਰਟੀ ਦਾ ਕਲਚਰ ਰਿਹਾ ਹੈ ਕਿ ਉਹ ਪਹਿਲਾਂ ਸੀਐਮ ਫੇਸ ਨਹੀਂ ਐਲਾਨ ਕਰਦੇ। ਉਹਦਾ ਰੀਜ਼ਨ ਵੀ ਇਹ ਹੈਗਾ ਕਿ ਸਾਡੀ ਨੈਸ਼ਨਲ ਪਾਰਟੀ ਹੈ। ਸਾਡੇ ਤਾਂ ਜਦ ਤੱਕ ਪੂਰੇ ਪ੍ਰੋਸੈਸ ਵਿੱਚੋਂ ਨਿਕਲ ਨਹੀਂ ਜਾਂਦੀਆਂ ਟਿਕਟਾਂ ਵੀ ਨਹੀਂ ਸੀ ਐਲਾਨ ਕਰ ਸਕਦੇ ਪਹਿਲਾਂ। ਉਹ ਪਹਿਲਾਂ ਬਲਾਕ ਤੋਂ, ਪ੍ਰਦੇਸ਼ ਤੋਂ, ਫਿਰ ਸਕਰੀਨਿੰਗ ਕਮੇਟੀ ਤੋਂ, ਕਈ ਕਮੇਟੀਜ਼ ਵਿੱਚੋਂ ਹੋ ਕੇ ਪਾਰਲੀਮੈਂਟਰੀ ਬੋਰਡ 'ਚ ਆਉਂਦੀ ਹੈ। ਡੈਮੋਕ੍ਰੈਟਿਕ ਸਿਸਟਮ ਦੇ ਵਿੱਚੋਂ ਦੀ ਹੁੰਦਿਆ ਹੋਇਆ ਸਾਰਾ ਆ ਕੇ ਉਹ ਸਾਡਾ ਪ੍ਰੋਸੈਸ ਪੂਰਾ ਹੁੰਦਾ ਹੈ। ਇਵੇਂ ਜਿਵੇਂ ਹੁੰਦਾ ਕਿ ਸੀਐਮ ਜਦੋਂ ਜਿੱਤ ਗਈ ਸਰਕਾਰ, ਸਾਡੀ ਬਣ ਗਈ ਹੈ, ਮੈਜੋਰਿਟੀ ਆ ਗਈ ਹੈ,
ਤਾਂ MLAs ਬਣਨਗੇ, MLAs ਬੈਠ ਕੇ ਲੀਡਰ ਚੁਣਦੇ ਆਪਣਾ, ਹਰੇਕ ਸਟੇਟਾਂ ਵਿੱਚ ਵੀ ਦੇਖਦੇ ਹੋ। ਸੋ ਇੱਕ ਅੱਧੀ ਵਾਰੀ ਇਹਨਾਂ ਨੇ ਕੀਤਾ ਹੈਗਾ, ਜਿਹਦਾ ਮੈਂ ਸਮਝਦੀ ਹਾਂ ਕਿ ਜ਼ਿਆਦਾ ਫਾਇਦਾ ਇਸ ਕਰਕੇ ਨਹੀਂ ਹੋਇਆ। ਸਰਕਾਰ ਤਾਂ ਚਲੋ ਬਣਨੀ ਹੁੰਦੀ ਹੈ, ਜੇ ਨਾਲ ਲੜਨਗੇ ਤਾਂ ਵੀ ਬਣ ਜਾਣੀ ਸੀ। ਜੇ ਲੋਕਾਂ ਵਿੱਚ ਬੇਵ ਬਣੀ ਹੈ, ਹਾਲਾਤ ਹੈ, ਸਮਝਦੇ ਆ ਕਾਂਗਰਸ ਦੇ ਲਈ ਫੇਵਰੇਬਲ, ਤਾਂ ਉਹਨਾਂ ਨੇ ਸਰਕਾਰ ਤਾਂ ਬਣਾ ਹੀ ਦੇਣੀ ਹੁੰਦੀ ਹੈ। ਲੇਕਿਨ ਉਹਦੇ ਨਾਲ ਨੁਕਸਾਨ ਵੱਡਾ ਇਹ ਹੋ ਜਾਂਦਾ ਹੈ ਕਿ ਜਿਹਨੂੰ ਐਲਾਨ ਤਾਂ ਉਹ ਫਿਰ ਉਸ ਤੋਂ ਬਾਅਦ ਫਿਰ ਸੋਚਦਾ ਕਿ ਮੈਂ ਸੀਟਾਂ ਤੋਂ ਨਹੀਂ ਲੈ ਲਾਂ, ਲੇਕਿਨ ਜਿਹੜੇ ਮੇਰੇ ਵਿਰੋਧੀ ਸਿਰ ਚੱਕਦੇ ਆ ਉਹਨਾਂ ਦਾ ਮੈਂ ਸਫਾਇਆ ਕਰ ਦਿਆਂ। ਉਹਦੇ ਨਾਲ ਫਿਰ ਲੋਕ ਉਹਨੂੰ ਖੁਸ਼ ਕਰਨ ਦੇ ਮਾਰੇ ਕਿ ਇਹ ਤਾਂ ਸੀਐਮ ਐਲਾਨ ਹੀ ਦਿੱਤਾ, ਇਹਨੇ ਸੀਐਮ ਤਾਂ ਬਣਨਾ ਹੀ ਹੈ, ਤੇ ਹੁਣ ਆਪਾਂ ਇਹਦੇ ਕਹਿਣ ਤੇ ਜਿੰਨਿਆਂ ਦੀ ਫੱਟੀ ਇਹਦੇ ਵਿਰੋਧੀਆਂ ਦੀ ਪਹੁੰਚ ਸਕਦੇ ਹਾਂ ਪਹੁੰਚ ਦਈਏ। ਇਹ ਸਾਨੂੰ ਨੁਕਸਾਨ ਜ਼ਿਆਦਾ ਹੋ ਸਕਦਾ ਹੈਗਾ। ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਇਹ ਐਲਾਨ ਨਹੀਂ ਹੁੰਦਾ ਤਾਂ ਜਿਵੇਂ ਉਹ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਨੂੰ ਜਿਸ ਤਰੀਕੇ ਦੇ ਨਾਲ ਸੀਐਮ ਕੈਂਡੀਡੇਟ ਨਾ ਐਲਾਨਣ ਦਾ ਨੁਕਸਾਨ ਝੱਲਣਾ ਪਿਆ ਸੀਗਾ 17 ਦੇ ਵਿੱਚ, ਸਾਨੂੰ ਵੀ ਨਵਜੋਤ ਸਿੰਘ ਸਿੱਧੂ ਕਹਿੰਦੇ ਝੱਲਣਾ ਪੈ ਸਕਦਾ? ਨਹੀਂ, ਮੈਂ ਦੱਸਦੀ ਹਾਂ ਨਾ, ਜਿਹੜੀ ਆਮ ਆਦਮੀ ਪਾਰਟੀ ਹੈ ਦਿੱਲੀ ਵਿੱਚ ਇਹਨਾਂ ਨੇ ਕੇਜਰੀਵਾਲ ਕੀਤਾ, ਇਸੇ ਤਾਂ 2 ਸੂਬਿਆਂ ਦੀ ਪਾਰਟੀ ਹੈ, ਹੋਰ ਤਾਂ ਕਿਤੇ ਇਹਨਾਂ ਦਾ ਬਾਹਲਾ ਕੁਛ ਹੈ ਨਹੀਂਗਾ। ਦਿੱਲੀ ਉਹਦੇ 'ਚ ਦੂਜੀ ਵਾਰ ਸਰਕਾਰ ਕੀਤੀ ਹੈ, ਇੱਥੇ ਇਹਨਾਂ ਦੇ MP ਬਣੇ, ਸਰਕਾਰ ਬਣ ਨਹੀਂ ਸਕੀ। ਇਹ ਤਾਂ 1.5 ਸੂਬੇ ਦੀ ਪਾਰਟੀ ਹੈ। ਇਸ ਕਰਕੇ ਇਹ ਹੋਈ ਜਾਂ ਅਕਾਲੀ ਦਲ ਰੀਜਨਲ ਪਾਰਟੀ ਹੈਗੀ ਹੈ, ਇਹ ਲਾਣਦੇ ਰਹੇ ਨੇ, ਇਹਨਾਂ ਨੂੰ ਲਾੜਨਾ ਚਾਹੀਦਾ ਵੀ ਹੈ। ਅਜੇ ਤੱਕ ਤਾਂ ਇਹਨਾਂ ਨੇ ਐਲਾਨ ਕੀਤਾ। ਸਾਡੀ ਪਾਰਟੀ ਦਾ ਮੈਂ ਜਿਵੇਂ ਦੱਸਿਆ ਕਿ ਇੰਨੀ ਵਾਰ ਜਦੋਂ ਨਹੀਂ ਲਾਣੇ ਸੀਗੇ, ਗਿਆਨੀ ਜੀ ਬਣੇ, ਬਿਆੰਸੋ ਬਣੇ, ਹੋਰ ਬਣੇ, ਜਿੱਤਣ ਤੋਂ ਬਾਅਦ ਅਸੀਂ ਇੰਦਰਾ ਜੀ ਦੀ ਕੋਠੀ ਥੈਂਕਸ ਕਰਨ ਗਏ, ਉਸ ਤੋਂ ਬਾਅਦ CLP ਲੀਡਰ ਕੀਤਾ ਤੇ ਸਾਡਾ ਤਾਂ ਨੁਕਸਾਨ ਹੋਇਆ ਨਹੀਂ। ਜੇ ਇੰਨੀ ਵਾਰ ਨਹੀਂ ਅਸੀਂ ਲਾਣਾ CM, ਕੋਈ ਨੁਕਸਾਨ ਨਹੀਂ ਹੋਇਆ, ਤਾਂ ਅੱਜ ਕਿਉਂ ਹੋ ਜਾਊਗਾ ਕਿ? ਬਾਕੀ ਇਹ ਹੈਗਾ ਕਿ ਹਾਈ ਕਮਾਂਡ ਦਾ ਪ੍ਰੋਰੋਗੇਟਿਵ ਹੈ। MLAs ਦੀ ਮਰਜ਼ੀ ਦੇ ਨਾਲ ਹਾਈ ਕਮਾਂਡ ਦੇਖ ਕੇ ਜੇ 19-21 ਦਾ ਫਰਕ ਹੁੰਦਾ ਤਾਂ ਉੱਥੇ ਆਪਣੀ ਡੀਟੋ ਪਾਵਰ ਵਰਤ ਕੇ ਬਣਾ ਸਕਦੇ ਆ। ਤੇ ਜਿਹੜੇ ਵੀ ਸਾਡੇ ਲੀਡਰ ਚਾਹਵਾਨ ਹੈ ਉਹਨਾਂ ਨੂੰ ਬਾਕੀ ਦਾ ਉੱਪਰ ਵਿਸ਼ਵਾਸ ਕਰਨਾ ਚਾਹੀਦਾ ਸਾਡੀ ਪਾਰਟੀ ਦੀ ਹਾਈ ਕਮਾਂਡ ਤੇ, ਆਪਣੇ ਸਾਥੀਆਂ ਤੇ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇਹ ਪਹਿਲਾਂ ਕੋਈ ਲਾਣਨਗੇ ਜਾਂ ਸਾਨੂੰ ਕੋਈ ਨੁਕਸਾਨ ਹੋਊਗਾ। ਕੋਈ ਐਸਾ ਨੁਕਸਾਨ ਸਿਰਫ ਲੀਡਰਸ਼ਿਪ ਲਾਣਨ ਕਰਕੇ ਨਹੀਂ ਸਾਨੂੰ ਨੁਕਸਾਨ ਹੋ ਸਕਦਾ। ਟਿਕਟਾਂ ਦੀ ਵੰਡ ਨੂੰ ਲੈ ਕੇ ਵੀ ਤੁਸੀਂ ਗੱਲ ਕੀਤੀ ਕਿ ਇਸ ਤਰੀਕੇ ਦਾ ਕ੍ਰਾਈਟੇਰੀਆ ਹੁੰਦਾ, ਪਰ ਨਵਜੋਤ ਸਿੰਘ ਸਿੱਧੂ ਕਈ ਥਾਵਾਂ ਦੇ ਉੱਪਰ, ਸਟੇਜਾਂ ਦੇ ਉੱਪਰ ਐਲਾਨ ਵੀ ਕਰ ਆਏ ਨੇ, ਉਹਨਾਂ ਦਾ ਤੁਸੀਂ ਕਿਵੇਂ ਦੇਖਦੇ ਹੋ? ਫਿਰ ਉਹ ਕਿਸ ਤਰੀਕੇ ਦੇ ਨਾਲ ਐਲਾਨ ਹੋ ਰਹੇ ਨੇ? ਦੇਖੋ, ਐਲਾਨ ਕਰਨਾ ਤੇ ਕਿਸੇ ਦੀ ਸਿਫਾਰਿਸ਼ ਕਰਨਾ, ਇਹ 2 ਚੀਜ਼ਾਂ ਵੱਖਰੀਆਂ ਵੱਖਰੀਆਂ ਹੈ। ਜਾਂ ਲਾਈਕਿੰਗ ਰੋਡ ਫਰਜ਼ੀਆ ਸਿੱਧੂ ਕਹਿੰਦਾ ਕਿ ਆ ਮੇਰੀ ਨਿਗਾਹ ਦੇ ਵਿੱਚ ਬਹੁਤ ਅੱਛਾ ਹੈਗਾ MLA, ਬਿਲਕੁਲ ਉਹ ਕਹਿ ਸਕਦਾ ਹੈ। ਉਹਦੀ ਆਪਣੀ ਇਹ ਹੁੰਦੀ ਹੈ ਕਿ ਮੇਰੇ ਵੱਲੋਂ ਆ ਬੜਾ ਠੀਕ ਹੈਗਾ, ਉਹਦੀ ਆਪਣੀ ਸੋਚ ਹੋ ਸਕਦੀ ਹੈ। ਚੰਨੀ ਆਪਣੇ ਐਲਾਨ ਕਰਨ ਕਿਸੇ ਕੋਲ ਜਾਣ ਆ ਕੇ ਉਹਦੀ ਸੋਚ ਹੋ ਸਕਦੀ ਹੈ, ਕਿਸੇ ਹੋਰ ਦੀ ਹੋ ਸਕਦੀ ਹੈ। ਲੇਕਿਨ ਇਹ ਨਹੀਂ ਹੋ ਸਕਦਾ ਕਿ ਆਫੀਸ਼ੀਅਲੀ ਅਸੀਂ ਕਹਿਤਾ ਕਿ ਡਿਕਲੇਅਰ ਕਰਕੇ ਕਿ ਇਹੀ ਕਾਂਗਰਸ ਦਾ ਉਮੀਦਵਾਰ ਹੈ, ਕਿਉਂਕਿ ਆਪਣੀ ਉਹਨਾਂ ਦੀ ਨਿੱਜੀ ਓਪੀਨੀਅਨ ਦੇ ਮੁਤਾਬਕ ਉਮੀਦਵਾਰ ਹੋ ਸਕਦਾ ਹੈ। ਜਿਵੇਂ ਮੈਂ ਕਿਹਾ ਕਿ ਇੰਨੇ ਪ੍ਰੋਸੈਸ ਵਿੱਚ ਹੋ ਕੇ ਆਉਣਾ, ਉਹਦੇ ਵਿੱਚ ਸਾਰੇ ਮੈਂਬਰ ਹੁੰਦੇ ਆ। ਸੂਬਾ ਪ੍ਰਧਾਨ ਵੀ ਮੈਂਬਰ ਹੁੰਦਾ ਕਾਂਗਰਸ ਦਾ, ਤੇ ਜਿਹੜਾ CLP ਦਾ ਹੁੰਦਾ ਜਾਂ CM ਹੁੰਦਾ ਉਹ ਵੀ ਮੈਂਬਰ ਹੁੰਦਾ ਹੈਗਾ, ਇੰਚਾਰਜ ਜਨਰਲ ਸੈਕਟਰੀ ਮੈਂਬਰ ਹੁੰਦਾ ਹੈਗਾ। ਉਹਦੇ ਵਿੱਚ ਫਿਰ ਸਾਰੀ ਡਿਸਕਸ਼ਨ ਜਦੋਂ ਸਾਡੀ ਨੈਸ਼ਨਲ ਹਾਈ ਕਮਾਂਡ ਦੇ ਸਾਹਮਣੇ ਹੁੰਦੀ ਹੈ, ਉੱਥੇ ਬੈਠ ਕੇ ਉਹ ਆਪਣਾ ਪੱਖ ਰੱਖਦੇ, ਜਿਹਦੀ ਹਮਾਇਤ ਹੁੰਦਾ, ਜਿਹਦੀ ਲੈਬਿੰਗ ਕਰਕੇ ਆਇਆ ਹੁੰਦਾ ਬੰਦਾ, ਉਹ ਉਹਦੇ ਉੱਥੇ ਵੀ ਅਦਾ ਕਰਦਾ ਹੈਗਾ ਪੈਰਵੀ ਜਾ ਕੇ। ਉਹਦੀ ਪੈਰਵੀ ਮੰਨੀ ਜਾਂਦੀ ਹੈ ਜਾਂ ਨਹੀਂ ਮੰਨੀ ਜਾਂਦੀ, ਉਹ ਫੈਸਲਾ ਸਾਡੀ ਹਾਈ ਕਮਾਂਡ ਦੀ ਉਸ ਫਾਈਨਲ ਮੀਟਿੰਗ ਵਿੱਚ ਹੁੰਦਾ ਹੈਗਾ। ਤੇ ਐਲਾਨ ਤਾਂ ਕਰਨਾ ਠੀਕ ਹੈ ਕਿ ਇਹਨਾਂ ਦੀ ਨਜ਼ਰਾਂ ਮੁਤਾਬਕ ਉਹ ਚਾਹੁੰਦੇ ਆ ਹੋਵੇ। ਇਸ ਵਾਰ ਕਹਿੰਦੇ ਕਿ ਮੌਜੂਦਾ MLA ਤੇ ਮੰਤਰੀਆਂ ਦੀਆਂ ਟਿਕਟਾਂ ਕੱਟੀਆਂ ਵੀ ਜਾ ਰਹੀਆਂ ਨੇ, ਨਵੇਂ ਚਿਹਰਿਆਂ ਨੂੰ ਮੌਕਾ ਮਿਲ ਰਿਹਾ ਹੈ ਬਹੁਤ ਜ਼ਿਆਦਿਆਂ ਨੂੰ। ਕਿਵੇਂ ਦੇਖਦੇ ਹੋ ਕਿ ਇਹ ਜਿਹੜੀ ਪਲੈਨਿੰਗ ਹੈ ਕਿਵੇਂ ਰਹਿਣ ਵਾਲੀ ਹੈ? ਦੇਖੋ, ਇਹ ਤਾਂ ਕਹਿੰਦੇ ਨੇ, ਕਹਿੰਦਾ ਤਾਂ ਕੌਣ ਕਹਿੰਦੇ ਨੇ, ਕਿੱਥੋਂ ਸੁਣ ਕੇ ਕਹਿੰਦੇ ਨੇ, ਇਹ ਤਾਂ ਇੱਕ ਅੰਦਾਜ਼ੇ ਜਾਂ ਉਹਨਾਂ ਦੀਆਂ ਗੱਲਾਂ ਹੁੰਦੀਆਂ। ਮੀਡੀਆ ਦੇ ਵਿੱਚ ਵੀ ਇਹੀਆਂ ਗੱਲਾਂ ਜੇ ਆਉਂਦੀਆਂ ਰਹਿਣਗੀਆਂ ਤਾਂ ਗੱਲ ਬਣਦੀ ਹੈਗੀ ਆ, ਤੇ ਡਰ ਰਹਿਣਗੇ ਤੇ ਹੋਰ ਪਾਸੇ ਰਹਿਣਗੇ। ਵਿਰੋਧੀ ਪਾਰਟੀਆਂ ਵੀ ਜਾਣ ਬੁੱਝ ਕੇ ਇਹੀਆਂ ਫੁਹਾਰ ਡਾਉਂਦੀਆਂ ਹੁੰਦੀਆਂ। ਲੇਕਿਨ ਹਮੇਸ਼ਾ ਹੀ ਇਹ ਤਾਂ ਨਹੀਂ ਹੁੰਦਾ ਕਿ ਸਾਰੇ ਦੇ ਸਾਰੇ ਕਦੀ ਕੱਟੀਆਂ ਨਹੀਂ ਗਈਆਂ, ਕੱਟੀਆਂ ਵੀ ਕਈ ਵਾਰੀ ਗਈਆਂ ਹੈਗੀਆਂ। ਲੇਕਿਨ ਵਿਨੇਬਿਲਟੀ ਸਾਡੀ ਪਾਰਟੀ ਨੇ ਰੱਖੀ ਵੀ ਹੈ, ਔਰ ਉਹਦੇ ਤੇ ਇਕੱਲੀ ਇਹੀ ਨਹੀਂ ਕਿ ਵਿਨੇਬਿਲਟੀ ਕਿਸੇ ਦੇ ਇੱਕ ਬੰਦੇ ਦੇ ਕਹਿਣ ਤੇ, ਉਹ ਕਿੰਨੀਆਂ ਹੀ ਚੈਨਲਾਂ ਤੋਂ ਆਪਣੀ ਅਸੈਸਮੈਂਟ ਕਰਾਉਂਦੇ ਆ। ਉਹ ਕਰਨ ਤੋਂ ਇਲਾਵਾ ਫਿਰ ਉਹ ਜਿਹੜਾ ਸੋਚਦੇ ਆ ਕਿ ਸਾਡੀ ਸੀਟਾਂ ਆ ਰਹੀਆਂ ਨੇ, ਉੱਥੇ ਉਹ ਟਿਕਟਾਂ ਦਿੰਦੇ ਆ। ਜਿਹੜਾ ਸਮਝਦੇ ਕਿ ਨਹੀਂ ਆ ਸਕਦੇ ਕੱਟ ਦਿੰਦੇ, ਉਹਨਾਂ ਦੇ ਕੱਟ ਸਕਦੇ ਨਾ, ਪ੍ਰੋਰੋਗੇਟਿਵ ਹੈਗਾ ਉਹਨਾਂ ਦਾ। ਪਰ ਇੰਨੀਆਂ ਦੀਆਂ ਕੱਟੀਆਂ ਜਾਣਗੀਆਂ ਆ, ਇਹ ਤਾਂ ਜਿਹੜੇ ਕਹਿਣ ਵਾਲੇ ਉਹਨਾਂ ਤੋਂ ਪਤਾ, ਇਹ ਉਹਨਾਂ ਦੀ ਮੈਨੂੰ ਨਹੀਂ ਪਤਾ ਕਿੱਥੇ ਉਹਨਾਂ ਦੀ ਗੱਲ ਹੋਈ ਹੈ। ਜਿਹੜੀ ਗੱਲ ਹੈ ਜੀ ਮੀਟਿੰਗ 'ਚ ਹੀ ਫੈਸਲਾ ਨਹੀਂ ਲਿਆ ਗਿਆ, ਤੇ ਇਹਨਾਂ ਨੂੰ ਕਿਵੇਂ ਕਿਸੇ ਨੇ ਦੱਸਤਾ ਕਿ ਵੀ ਕੱਟਾਂਗੇ ਅਸੀਂ? ਸੋ ਇਹ ਤਾਂ ਆਪਣੀਆਂ ਬਣਾਈਆਂ ਗੱਲਾਂ ਹੁੰਦੀਆਂ ਨੇ। ਮੁਕਾਬਲਾ ਕਿਹਦੇ ਨਾਲ ਹੈ? ਕਿ ਆਪ ਨਾਲ, ਅਕਾਲੀ ਦਲ ਦੇ ਨਾਲ, BJP ਦੇ ਜਿਹੜਾ ਨਵਾਂ ਬਣਿਆ ਗਠਜੋੜ ਦੇ ਨਾਲ, ਕਿਹਦੇ ਨਾਲ ਮੁਕਾਬਲਾ ਮੰਨਦੇ ਹੋ? ਦੇਖੋ, ਇੱਥੇ ਜਿਸ ਤਰ੍ਹਾਂ ਅਕਾਲੀਆਂ ਦੀ ਸਰਕਾਰ ਤੇ ਜਾਂ ਜਿਹੜੀ ਹੈਗੀ ਹੈ ਤੁਹਾਡੀ ਆਪ ਵਾਲਿਆਂ ਦੀ ਸਰਕਾਰ, ਇਹ ਬਣ ਕੇ ਤੀਜਾ ਤਾਂ ਆ ਜਿਹੜਾ ਮੈਂ ਦੱਸਿਆ ਕਿ ਮੋਦੀ ਵਾਲੀ ਤੇ ਨਾਲ ਰਾਹੂ ਤੇ ਕੇਤੂ ਵਾਲੀ, ਢੀਂਡਸਾ ਸਾਹਿਬ ਤੇ ਕੈਪਟਨ ਸਾਹਿਬ ਵਾਲੀ, ਇਹਨਾਂ ਦਾ ਤਾਂ ਆਪਾਂ ਨੂੰ ਪਤਾ ਹੈਗਾ ਕਿ ਇਹ ਤਾਂ ਉਹੀ ਨੇ ਜਿਹੜੇ ਵੋਟਾਂ ਤੋੜੂ ਲਾਣਾ। ਮੈਂ ਇੰਨੀਆਂ ਕੁ ਵੋਟਾਂ ਤੋੜ ਸਕਦਾ, ਵੋਟਾਂ ਬਹੁਤ ਵਾਰੀ ਤੋੜੀਆਂ, ਬਹੁਤ ਵਾਰੀ ਹੋਰ ਲੀਡਰ, ਵੱਡੇ ਤੋਂ ਵੱਡੇ ਲੀਡਰ ਆਏ, ਉਹ ਇਹ ਜਿੱਤਣ ਵਾਲੀਆਂ ਤਾਂ ਹੈ ਨਹੀਂ ਸਾਮੀਆਂ। ਇਹ ਤਾਂ ਸਿਰਫ ਪਤਾ ਨਹੀਂ ਕੀ ਕਾਰਨ ਹੈ ਇਹਨਾਂ ਨੂੰ
ਕਿ ਕੋਈ ਤਾਂ ਕਹਿੰਦਾ ਬਾਮ ਰੋਡ ਕੇ ਇਹਨਾਂ ਨੂੰ ਲੈ ਕੇ ਗਏ ਨੇ, ਡਰ ਹੋਣੇ ਇਹਨਾਂ ਨੂੰ। ਕੀ ਡਰ ਹੈ, ਕੀ ਲਾਲਚ ਹੈ, ਜਾਂ ਲਾਲਚ ਜਾਂ ਡਰ, ਦੋ ਹੀ ਚੀਜ਼ਾਂ ਹੈਗੀਆਂ ਤੇ ਗਏ ਵੀ ਹੈ। ਇਹ ਤਾਂ ਉਹਨਾਂ ਦਾ ਬਾਜਾ ਵਜਾਉਣਗੇ ਤੇ ਲੋਕਾਂ ਨੇ ਇਹਨਾਂ ਤਿੰਨਾਂ ਦਾ ਹੀ ਬਾਜਾ ਵਜਾ ਦੇਣਾ ਹੈਗਾ। ਇੱਕ ਚੀਜ਼ ਹੁਣ ਰਹਿ ਗਈਆਂ ਪਾਰਟੀਆਂ ਦੋ ਤਿੰਨ। ਮੇਨ ਅਕਾਲੀ ਦਲ ਜਿਹੜਾ ਹੈਗਾ ਉਹਨੂੰ ਲੋਕ ਦੇਖ ਚੁੱਕੇ ਆ, ਉਹਦਾ ਸ਼ਾਸਨ, ਉਹਨਾਂ ਦੇ ਬੀਜੇ ਕੰਡੇ ਅਜੇ ਤੱਕ ਚੁਗੇ ਨਹੀਂ ਗਏ ਤੇ ਲੋਕ ਉਹਨਾਂ ਨੂੰ ਮਾਫ ਨਹੀਂ ਕਰਨਗੇ, ਚਾਹੇ ਉਹ ਨਸ਼ੇ ਦੀਆਂ ਚੀਜ਼ਾਂ ਹੋਣ, ਚਾਹੇ ਉਹ ਬੇਅਦਬੀ ਦੇ ਮਾਮਲੇ ਹੋਣ, ਚਾਹੇ ਕੋਈ ਵੀ ਕਾਰਨ ਹੋਣ। ਉਹਨਾਂ ਨੂੰ ਇੱਕ ਵਾਰ ਕਟਹਿਰੇ 'ਚ ਖੜਾ ਕੀਤਾ ਲੋਕਾਂ ਨੇ ਤੇ ਅਜੇ ਮਾਫ ਨਹੀਂ ਕੀਤਾ ਲੱਗਦਾ। ਜਿਹੜੀ ਆਮ ਆਦਮੀ ਪਾਰਟੀ ਬਣੀ ਹੈ ਉਹ ਨਾ ਤਾਂ ਆਮ ਆਦਮੀ ਹੈ ਰੱਖਿਆ ਵਾ, ਪਰ ਪਾਰਟੀ ਉਹ ਖਾਸ ਆਦਮੀਆਂ ਦੀ ਬਣੀ ਹੋਈ ਹੈ। ਉਹ ਸਾਡੀਆਂ ਪਾਰਟੀਆਂ ਚੋਂ ਆਉਂਦਾ ਤਾਂ ਭੱਜ ਕੇ ਜਾ ਕੇ, ਚਾਹੇ ਅਕਾਲੀ ਦਲ ਚੋਂ ਆਵੇ ਜਾਂ ਉੱਥੋਂ ਜਾਵੇ, ਜੇ ਕੋਈ ਲੱਗਦਾ ਉਹਨੂੰ ਫਿਰ ਜਿਵੇਂ ਰੈੱਡ ਕਾਰਪਟ ਵਿਛਾ ਕੇ ਉਹਦਾ ਵੈਲਕਮ ਕਰਦੇ ਆ। ਜਦੋਂ ਦੂਜੀ ਸਾਡੀ ਪਾਰਟੀ 'ਚੋਂ ਤਾਂ ਮਾੜਾ ਕਹਿੰਦੇ ਹੈਗੇ ਨੇ। ਇੱਕ ਚੀਜ਼ ਇਸ ਕਾਰਨ ਕਰਕੇ, ਦੂਜੀ ਚੀਜ਼ ਇਸ ਕਾਰਨ ਕਰਕੇ ਕਿ ਜਿਹੜੀ ਸਜ਼ਾ ਮੈਂ ਕਿਹਾ ਮੋਦੀ ਜਾਂ ਕੈਪਟਨ ਤੇ ਢੀਂਡਸੇ ਉਹਨਾਂ ਨੂੰ ਦੇਣਗੇ, ਉਹੀ ਸਜ਼ਾ ਤੋਂ ਆਮ ਆਦਮੀ ਪਾਰਟੀ ਆਪਦੇ ਦਿੱਲੀ ਵਾਲੇ ਸੀਐਮ ਕੇਜਰੀਵਾਲ ਜੀ ਦੇ ਰੋਲ ਦੇ ਮੁਤਾਬਕ ਬਚ ਨਹੀਂ ਸਕਦੇ। ਕੀ ਰੋਲ ਹੈ ਉਹ ਕਿ ਕਾਲੇ ਕਾਨੂੰਨਾਂ ਖਿਲਾਫ ਪੰਜਾਬ ਖਿਲਾਫ ਸੀ, ਪੰਜਾਬ ਦੇ ਕਿਸਾਨੀ ਸਾਰੇ ਵਰਗ ਖਿਲਾਫ ਸੀਗੇ। ਇਸੇ ਕਰਕੇ ਅੱਜ ਵੀ ਉਹਨਾਂ ਦੇ ਪੁਤਲੇ ਫੂਕ ਰਹੇ ਆ, ਚਾਹੇ ਉਹ ਢੀਂਡਸਾ ਜੀ ਹੈ, ਚਾਹੇ ਕੈਪਟਨ ਹੈ, ਚਾਹੇ ਬੀਜੇਪੀ ਦੇ ਮੋਦੀ ਦਾ ਹੈਗਾ। ਉਦੋਂ ਜਦੋਂ ਸਾਰਿਆਂ ਨੇ, ਕਿਸੇ ਨੇ ਉਹ ਜਿਹੜੇ ਕਾਨੂੰਨ ਕਾਲੇ ਬਣਾਏ ਸੀ ਉਹਦੀ ਵਿਰੋਧਤਾ ਕਰ ਰਹੇ ਆ, ਉਹਨੂੰ ਅਜੇ ਕਿਸੇ ਨੇ ਨਹੀਂ ਸੀ ਨੋਟੀਫਾਈ ਕੀਤਾ। ਸਭ ਤੋਂ ਪਹਿਲਾਂ ਜਿਹੜਾ ਕੇਜਰੀਵਾਲ ਨੇ ਨੋਟੀਫਾਈ ਕੀਤਾ ਸੀ। ਬਿਲਕੁਲ ਉਹ ਗੱਲ ਲੋਕਾਂ ਨੂੰ ਭੁੱਲਦੀ ਨਹੀਂ ਕਿ ਜਿਹੜਾ ਸਾਡੇ ਉਸ ਵਕਤ ਮਾਰਿਆ, ਗਲ ਤੇ ਗਾਟੇ ਤੇ ਮਾਰਿਆ ਮੋਦੀ ਉਹਨਾਂ ਨੇ, ਤੇ ਉਹਦੇ ਵਿੱਚ ਨਾਲ ਸਾਥ ਕੇਜਰੀਵਾਲ ਜੀ ਦਾ ਵੀ ਹੈ। ਉਹਦੀ ਚਲਾਈ ਵੀ ਡਾਂਗ ਨੂੰ ਇਹਨਾਂ ਨਾਲ ਹੱਥ ਸਹਾਰਾ ਦਿੱਤਾ ਤੇ ਕੀਤਾ। ਉਹ ਕਟਹਿਰਾ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੂੰ ਕੇਜਰੀਵਾਲ ਦੀ ਕੀਤੀ ਤਾਂ ਭੁਗਤਣਾ ਪੈਣਾ ਹੈਗਾ। ਨੰਬਰ 1। ਨੰਬਰ 2 ਜਿਹੜਾ ਹੈਗਾ ਕਿ ਅੱਜ ਤੁਸੀਂ ਦੇਖੋ ਪੰਜਾਬ ਨਿੱਕੀ ਜਿਹੀ ਸਟੇਟ ਹੈ, ਸਾਰੇ ਸਮਝਦੇ ਪੰਜਾਬ 'ਚ ਪੰਜਾਬੀ ਹੋਣਾ ਚਾਹੀਦਾ ਸੀਐਮ। ਕਿਉਂ ਨਹੀਂ ਕੇਜਰੀਵਾਲ ਜੀ ਐਲਾਨ ਕਰਦੇ? ਛੋਟੀ ਪਾਰਟੀ ਹੈ। ਕੇਜਰੀਵਾਲ ਜੀ ਨੂੰ ਸੱਜੇ ਖੱਬੇ ਬੈਠੇ, ਚਾਹੇ ਇਹਨਾਂ ਦੀ ਆਪਣੀ ਪਾਰਟੀ ਦਾ ਮਾਮਲਾ, ਸਾਨੂੰ ਨਹੀਂ, ਸਾਡੇ ਲਈ ਸਾਰੇ ਇੱਕੋ ਜਿਹੇ ਹੈ। ਅੱਜ ਹੁਣ ਇੱਕ ਗੱਲ ਜਿਹੜੀ ਸਪਸ਼ਟ, ਤੁਸੀਂ ਆਪਣੀ ਪੋਲੀਟੀਕਲ ਸੋਚ ਥੋੜੀ ਉੱਪਰ ਉੱਠ ਕੇ ਗੱਲ ਕਰੋ, ਥੋੜੀ ਕਦੇ ਕਦੇ ਪੋਲੀਟੀਸ਼ੀਅਨ ਸਹੀ ਗੱਲ ਕਹਿਣੀ ਚਾਹੀਦੀ ਹੈ। ਆਮ ਆਦਮੀ ਪਾਰਟੀ ਦਾ ਜੋ ਕੁਝ ਵੀ ਹੈਗਾ ਉਹ ਭਗਵੰਤ ਮਾਨ ਕਰਕੇ ਹੈ। ਭਗਵੰਤ ਮਾਨ ਇਸ ਆਮ ਆਦਮੀ ਪਾਰਟੀ, ਆਮ ਆਦਮੀ ਜੀ ਭਗਵੰਤ ਮਾਨ। ਭਗਵੰਤ ਮਾਨ ਸਾਰਾ ਕੰਪੇਨ ਕਰਾਈ ਹੈ, ਸਾਰਿਆਂ ਥਾਵਾਂ ਤੇ ਫਿਰਦਾ ਹੈ, ਸਭ ਤੋਂ ਵੱਧ ਬੋਲਦਾ ਹੈ। ਅੱਜ ਇਹਨਾਂ ਦੀ ਨਜ਼ਰ ਉਸ ਤੇ ਕਿਉਂ ਨਹੀਂ ਟਿਕਦੀ ਹੈ? ਉਹ ਕਦੇ ਕਿਸੇ ਫਲਾਣੇ ਨੂੰ ਮੈਂ ਜਾ ਕੇ ਬਣਾਉਣਾ, ਕਦੇ ਫਲਾਣੇ ਨੂੰ ਬਣਾਉਣਾ। ਸਾਡੀਆਂ ਪਾਰਟੀਆਂ ਦੇ ਲੀਡਰਾਂ ਬਣਾਉਂਦੇ ਰਹੇ, ਹੋਰ ਪਾਸੇ ਬਣਾਉਂਦੇ ਰਹੇ, ਮੋਰਚੇ ਵਾਲੇ ਪਾਸੇ ਦੇਖੀ ਜਾਂਦੇ। ਕੋਲੇ ਬੈਠੇ ਕਹਿ ਦਿੰਦੇ ਕਿ ਇਹੋ ਜਿਹਾ ਚਿਹਰਾ ਲਿਆਵਾਂਗੇ ਜੀ ਤੇ ਮਾਣ ਹੋਊਗਾ। ਭਗਵੰਤ ਮਾਨ ਤੇ ਹੈ ਨਹੀਂ। ਤੇ ਹੁਣ ਤੁਸੀਂ ਦੇਖੋ ਵੀ ਤੁਸੀਂ ਮਾਨ ਤਾਂ ਤੁਹਾਡੇ ਨਾਲ ਬੈਠਾ ਹੈ, ਤੇ ਜਾਂ ਕੋਈ ਵੀ ਹੋਵੇ, ਮੈਂ ਕਹਿੰਦੀ ਦਲਿਤ ਬਣਾਉਣਾ ਚੀਮਾ ਬੈਠਾ ਹੈ, ਜੇ ਹੋਰ ਬਣਾਉਣਾ ਜਰਨੈਲ ਸਿੰਘ ਬੈਠਾ, ਕਿਸੇ ਨੂੰ ਬਣਾਓ। ਲੇਕਿਨ ਜਿਹੜੀ ਤੁਹਾਡੀ ਪਾਰਟੀ ਵਿੱਚ ਵਧੀਆ ਐਨਰੋਲ ਕੀਤਾ ਹੈ, ਜਿਹਦੇ ਪਿੱਛੇ ਜਨਤਾ ਹੈਗੀ ਹੈ, ਜਿਹਦੇ ਪਿੱਛੇ ਆਮ ਆਦਮੀ ਪਾਰਟੀ ਤੁਰਿਆ ਸੀ, ਲੱਗਿਆ ਸੀ, ਤੇ ਉਹਨੂੰ ਤੁਸੀਂ ਛੱਡ ਕੇ ਜੇ ਕੋਈ ਹੋਰ ਬਣਾਓਗੇ ਬਾਹਰੋਂ ਲਿਆ ਕੇ, ਤਾਂ ਤੁਹਾਨੂੰ ਕਿਵੇਂ ਲੋਕ ਸਮਝਣਗੇ ਪੰਜਾਬ ਦੇ ਕਿ ਤੁਸੀਂ ਪੰਜਾਬ ਨਾਲ ਪਿਆਰ ਹੀ ਨਹੀਂ ਕਰਦੇ, ਪੰਜਾਬੀ ਨੂੰ ਚੰਗਾ ਹੀ ਨਹੀਂ ਸਮਝਦੇ। ਤੁਸੀਂ ਸਾਡੇ ਸਿੱਖ ਨੂੰ ਕੋਈ ਉੱਥੇ ਬਣਾਇਆ ਨਹੀਂ ਮਿਨਿਸਟਰ, ਤੁਸੀਂ ਕਿਸੇ ਇੱਥੇ ਔਰਤਾਂ ਨੂੰ ਕਹਿੰਦੇ ਸਨਮਾਨ ਪੱਤਾ ਦੇ ਕੇ ਆਉਂਦੇ ਆ, ਦੂਜੀ ਵਾਰ ਬਣੇ ਹੋ ਤਾਂ ਦਿੱਲੀ 'ਚ ਇੱਕ ਵੀ ਦੱਸੋ ਸਾਨੂੰ ਕਿਸੇ ਨੂੰ 1000 ਵੀ ਦਿੱਤਾ ਹੋਵੇ, ਦੱਸੋ ਤੁਸੀਂ ਦਿੱਲੀ 'ਚ ਇੱਕ ਮਿਨਿਸਟਰ ਔਰਤ ਬਣਾ ਕੇ ਸਨਮਾਨ ਮਾਣ ਕੀਤਾ ਹੋਵੇ ਉਹਨਾਂ ਦਾ। ਸੋ ਇਸ ਕਰਕੇ ਇਹਨਾਂ ਤੇ ਵਿਸ਼ਵਾਸ ਇਹ ਨਹੀਂ ਕਰ ਰਹੇ ਕਿ ਇਹਨਾਂ ਨੇ ਅੰਨਾ ਹਜ਼ਾਰੇ ਜੀ ਨੂੰ ਲਿਆ ਕੇ, ਜਦੋਂ ਆਪਣੀ ਸ਼ੁਰੂਆਤ ਕੀਤੀ ਹੈਗੀ ਹੈ, ਇੰਟਰੋਡਕਸ਼ਨ ਦਿੱਤੀ ਹੈ, ਆਮ ਆਦਮੀ ਪਾਰਟੀ ਤੋਂ ਬਾਅਦ ਬਣੀ ਹੈ, ਇੱਕ ਉਹ ਸਮਾਜ ਸੇਵੀ ਨੂੰ, ਦੇਸ਼ ਭਗਤ ਨੂੰ ਮੂਹਰੇ ਲਿਆ ਕੇ ਇਹਨਾਂ ਨੇ ਕਿਹਾ, ਪਾਪੂਲੈਰਿਟੀ ਬਣਾਈ, ਟ੍ਰੇਨਿੰਗ ਦਿੱਤੀ, ਸੋਸ਼ਲ ਮੀਡੀਆ ਟ੍ਰੇਨਿੰਗ ਦਿੱਤੀ, ਹਜ਼ਾਰਾਂ ਇਹਨਾਂ ਦੇ ਬੰਦੇ ਉੱਥੇ ਟ੍ਰੇਨਡ ਕਰਕੇ ਆਦੇ ਦੁਸ਼ਮਣਾਂ ਦੇ ਮਗਰ ਗਾਲਾਂ ਕਢਾਉਣ ਨੂੰ ਰੱਖੇ ਹੋਏ ਹੈ, ਤੇ ਉਹਨਾਂ ਦਾ ਪੇ ਕਰਦੇ ਸਾਰਾ ਕੁਝ। ਤੇ ਇਸ ਕਰਕੇ ਉਹਨਾਂ ਨੂੰ ਅੰਨੇ ਹਜ਼ਾਰੇ ਦੇ ਵੇਲੇ ਕਹਿਣ ਲੱਗੇ ਅਸੀਂ ਸਰਕਾਰ 'ਚ ਨਹੀਂ ਆਊਂਗਾ, ਆ ਗਏ। ਸਾਰੀਆਂ ਗੱਲਾਂ, ਮਿਨਿਸਟਰੀ ਲੈਣੀ, ਕਾਰਾਂ ਲੈਣੀਆਂ, ਕੋਠੀਆਂ ਲੈਣੀਆਂ, ਸਭ ਲਈਆਂ, ਕਾਰਾਂ ਛੱਡ ਕੇ ਜਹਾਜ਼ਾਂ 'ਚ ਵੀ ਆਉਂਦੇ ਆ। ਅੱਛਾ, ਫਿਰ ਇਹਨਾਂ ਨੇ ਕਿਹਾ ਕਿ ਜੇ ਮੈਂ ਆਇਆ ਵੀ ਤਾਂ ਇੱਕ ਗੱਲ ਲਈ ਆਊਂਗਾ ਕਿ ਮੈਂ ਅੰਨਾ ਹਜ਼ਾਰੇ ਜਿਹੜੇ ਲੋਕਪਾਲ ਮੰਗਦੇ ਸਭ ਤੋਂ ਪਹਿਲਾਂ ਮੈਂ ਲਾਗੂ ਕਰੂੰਗਾ। ਹੁਣ ਦੱਸੋ, ਦੂਜੀ ਟਰਮ ਦੇ ਸੀਐਮ ਬਣੇ ਵੇ ਅੰਨਾ ਹਜ਼ਾਰੇ ਜੀ ਦੀ ਗੱਲ ਇਹਨਾਂ ਨੇ ਪੂਰੀ ਕਰਤੀ, ਦਿੱਲੀ 'ਚ ਲੋਕਪਾਲ ਬਣਾਤਾ। ਤੀਜੀ ਦਾ ਸ਼ੁਰੂ ਹੋਈ ਸਰਕਾਰ ਰਹੀ। ਹਾਂ, ਉਹ ਤੀਜਾ ਦੇ ਨਾਲ ਹੀ ਮੈਂ ਗਿਣਦੀ ਨਹੀਂ, ਤੇ ਉਹ ਤੀਜੀ ਵਾਰੀ ਤਾਂ ਗਿਣੀ ਜਾਊਗੀ। ਉਹ ਤੀਜੀ ਵਾਰ ਬਣ ਕੇ ਅੰਨਾ ਹਜ਼ਾਰੇ ਜੀ ਵਾਲਾ ਲੋਕਪਾਲ ਨਾ ਤਾਂ ਮੁੜ ਕਿੱਥੇ ਆਇਆ, ਨਾ ਅੰਨਾ ਹਜ਼ਾਰੇ ਜੀ ਕਿੱਥੇ ਆਏ। ਇੱਕ ਵਾਰ ਪੰਜਾਬ ਚੱਕ ਉਹਨਾਂ ਸਨਮਾਨ ਹੀ ਕਰ ਦਿੰਦੇ। ਇਸ ਕਰਕੇ ਅੱਜ ਨੂੰ ਗਰੰਟੀਆਂ ਤਾਂ ਹੀ ਦਿੰਦੇ ਫਿਰਦੇ ਇਹਨਾਂ ਤੇ ਕੋਈ ਲੋਕ ਯਕੀਨ ਨਹੀਂ ਕਰਦੇ। ਤੁਸੀਂ ਨੋਟੀਫਾਈਡ ਕਰਨ ਦੀ ਗੱਲ ਕੀਤੀ, ਜਿਸ ਤਰੀਕੇ ਦੇ ਨਾਲ ਤੁਸੀਂ ਦੱਸੀ ਹੈ ਅਰਵਿੰਦ ਕੇਜਰੀਵਾਲ ਨੇ ਕਿ ਸਭ ਤੋਂ ਪਹਿਲਾਂ ਉੱਥੇ ਕਾਨੂੰਨ ਨੋਟੀਫਾਈਡ ਕੀਤੇ, ਤਾਂ ਫਿਰ ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਹੁਣੀ ਫਿਰ ਇਹਨਾਂ ਦੇ ਨਾਲ ਗੱਠਜੋੜ ਕਰਨ ਦੀ ਗੱਲਬਾਤ ਚੱਲ ਰਹੀ ਉਹਨਾਂ ਦੀ। ਫਿਰ ਕੀ ਫਾਇਦਾ ਜੇ ਦੇਖੋ ਪਤਾ ਨਹੀਂ ਚੱਲ ਰਹੀ ਹੈ ਜਾਂ ਨਹੀਂ ਚੱਲ ਰਹੀ? ਨਹੀਂ, ਉਹ ਖੁਦ ਮੰਨਿਆ, ਉਹ ਕਹਿੰਦੇ ਕਿ ਸਾਡੀ ਗੱਲਬਾਤ ਚੱਲ ਰਹੀ ਹੈ। ਉਹ ਕਹਿੰਦੇ ਕਿ ਅਰਵਿੰਦ ਕੇਜਰੀਵਾਲ ਕਹਿ ਰਹੇ ਨੇ ਕਿ ਜੇ ਤੁਹਾਡੇ ਕਰਕੇ ਸਾਨੂੰ ਆਪਣੀਆਂ ਟਿਕਟਾਂ ਕੁਝ ਵਾਪਸ ਵੀ ਲੈਣੀਆਂ ਪਈਆਂ ਤਾਂ ਉਹ ਵੀ ਲੈ ਲਾਂਗੇ ਅਸੀਂ।
देखो जित तक राजेवाल व्यक्तिगत एक अच्छा इंसान है सिर्फ देखे सारे ने बहुत मेहनत की इन्हों का इस करके भी सन्मान असीं करते हैं बहुत वड्डा इन्होंने संभाया तो बहुत वड्डा अमन शांति से सफल होकर आए बिल्कुल सानू इन्हों की बखरी पार्टी बनाने ते सानू इन्होंने इलैक्शन लड़न के उत्ते कोई इतराज़ नहीं लड़न दे आर वैलकम जे वाकई आप समझते हाँ जां इन्हों की पार्टी के विच भी चलती है गल कि फिर आप वोट तो किसी को पाउणी है क्योंकि उत्थे तो पार्टियां तो उपर उठ के सारे पार्टियां के लोग ही शमूलीयत की सी तां वो एडा वड्डा अंदोलन बन के दुनिया चमकिया सब का समर्थन से उहदे विच ਅੱਜ ਜੇ ਉਸ ਸਾਰਿਆਂ ਦੇ ਸਮਰਥਨ ਦੇ ਨਾਲ ਲਈ ਹੋਈ ਬਣੀ ਵੀ ਪਾਰਟੀ ਬਣੀ ਵੀ ਪਪੂਲੈਰਿਟੀ ਨੂੰ ਆਪਾਂ ਕਿਸੇ ਇੱਕ ਪਾਰਟੀ ਦੀ ਝੋਲੀ 'ਚ ਪਾ ਦਿੰਦੇ ਆ ਤਾਂ ਉਹਦੇ ਤੇ ਸ਼ਾਇਦ ਸਾਡੇ ਨਾਲੋਂ ਵੱਧ ਜਿਹੜਾ ਹੈਗਾ ਰੋਸਾ ਇਹਨਾਂ ਦੀ ਆਪਣੀ ਕਿਸਾਨ ਜਥੇਬੰਦੀਆਂ ਨੂੰ ਹੋਊਗਾ ਉਹ ਸੋਚਣਗੇ ਆ ਕੇ ਕਈ ਸੋਚਣਗੇ ਸਾਨੂੰ ਕਿਸੇ ਝੋਲੀ 'ਚ ਪਾਤਾ ਸਾਨੂੰ ਵੇਚਤਾ ਇਹ ਗੱਲਾਂ ਉੱਠ ਸਕਦੀਆਂ ਨੇ ਇਹ ਸਵਾਲ ਇਹਨਾਂ ਦੇ ਕਿਸਾਨਾਂ ਵਿੱਚ ਉੱਠ ਵੀ ਰਹੇ ਨੇ ਆਪਾਂ ਦੇਖਦੇ ਵੀ ਰਹੇ ਨੇ ਉੱਠ ਵੀ ਸਕਦੇ ਆ ਤੇ ਉਹ ਕਿੰਨੇ ਕੁ ਲੋਕ ਫਿਰ ਜਿਹੜੀ ਆਮ ਜਨਤਾ ਹੈ ਉਹ ਕੀ ਲਾਈਕ ਕਰਦੀ ਹੈ ਕਿ ਨਹੀਂ ਲਾਈਕ ਕਰਦੀ ਇਹ ਰਾਜੇਵਾਲ ਜੀ ਵਾਸਤੇ ਬਹੁਤ ਵੱਡਾ ਇਮਤਿਹਾਨ ਹੈ ਮੇ ਵੀ ਕਿ ਜੇ ਲੋਕਾਂ ਦੇ ਮਨ 'ਚ ਉਹੀ ਰਿਜੈਂਟਮੈਂਟ ਆ ਗਈ ਕਿ ਮੋਦੀ ਦਾ ਭਾਈ ਢੀਂਡਸਾ ਮੋਦੀ ਦਾ ਭਾਈ ਆਪਣਾ ਕੈਪਟਨ ਤੇ ਜੇ ਇਹ ਮੋਦੀ ਵਾਲੀ ਮੋਹਰ ਇੱਕ ਕੇਜਰੀਵਾਲ ਵੀ ਉਹੀ ਸੀਗਾ ਉਹਦੇ ਨਾਲ ਖੜਨ ਵਾਲਾ ਉਹਨੂੰ ਇਸ ਐਂਗਲ ਤੇ ਲੈ ਲਿਆ ਉਹਦਾ ਨੁਕਸਾਨ ਵੀ ਵਿਅਕਤੀਗਤ ਉਹਨਾਂ ਨੂੰ ਹੋ ਸਕਦਾ ਹੈਗਾ ਸੋ ਇਹ ਜੇ ਦੁਬਾਰਾ ਅੰਦੋਲਨ ਲਾਉਣਾ ਪੈ ਗਿਆ ਉਹਦੇ ਵਿੱਚ ਵੀ ਨੁਕਸਾਨ ਹੈ ਅੰਦੋਲਨ ਤਾਂ ਇਹੀ ਲੱਗਦਾ ਇਹਨਾਂ ਨੂੰ ਕਿ ਇਹਦੇ ਨਾਲ ਬੜੇ ਟ੍ਰਿਕ ਨਾਲ ਸਾਡਾ ਇੱਕ ਵਾਰੀ ਮੰਨ ਕੇ ਕਾਨੂੰਨ ਦੋ ਗੱਲਾਂ ਉਹਨਾਂ ਨੇ ਕੀਤੀਆਂ ਇੱਕ ਤਾਂ ਵੋਟਾਂ ਕੱਢੀਏ ਤੇ ਦੂਜੀ ਗੱਲ ਇਹਨਾਂ ਨੂੰ ਇਸ ਜਦ ਮੰਨ ਲਿਆ ਕਰਕੇ ਇੱਥੋਂ ਕਿਹਨਾਂ ਬਾਰਡਰਾਂ ਤੋਂ ਤੋੜ ਦਈਏ ਤੇ ਮੁੜ ਕੇ ਆਪਦਾ ਹੁਣ ਸਾਰਾ ਕੁਝ ਇਹਨਾਂ ਪਾਵਰ ਦਾ ਪਤਾ ਹੈ ਤਾਕਤ ਦਾ ਪਤਾ ਹੈ ਇਹ ਹੁਣ ਮੁੜ ਕੇ ਇੰਤਜ਼ਾਮ ਕਰਕੇ ਕਿ ਮੁੜ ਕੇ ਲਾਉਣ ਜੋਗੇ ਨਾ ਰਹਿ ਜਾਣ ਮੁੜ ਕੇ ਲਾਉਣੀ ਫੁੱਟ ਪਾ ਸਕਦੇ ਆ ਝਗੜਾ ਪਵਾ ਸਕਦੇ ਪੈ ਹੀ ਗਿਆ ਹੁਣ ਚੋਣਾਂ ਦੇ ਕਰਕੇ ਸੋ ਇਸ ਕਰਕੇ ਵਿਅਕਤੀਗਤ ਜਿੱਤ ਕਰ ਕਿਸਾਨੀ ਨਜ਼ਰੀਏ ਤੋਂ ਸੋਚੀਏ ਉਸ ਐਂਗਲ ਤੋਂ ਸੋਚੀਏ ਇਹ ਇਹਨਾਂ ਦਾ ਅਸੀਂ ਸਮਝਦੇ ਹਾਂ ਕਿ ਬਹੁਤ ਵੱਡੀਆਂ ਕੁਰਬਾਨੀਆਂ ਆਖਰੀ ਸਵਾਲ ਹੈ ਬੀਬੀ ਜੀ ਅੱਜ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਭਦੌੜ ਰੈਲੀ ਦੇ ਵਿੱਚ ਵੱਡੇ ਐਲਾਨ ਕਰ ਦਿੱਤੇ ਗਏ 2 ਸਿਲੰਡਰ 2-2000 ਰੁਪਇਆ ਤੇ ਸਕੂਟਰੀਆਂ 12000 15000 20000 ਤੱਕ 5ਵੀਂ ਪਾਸ 8ਵੀਂ ਪਾਸ ਤੇ 12ਵੀਂ ਪਾਸ ਕੁੜੀਆਂ ਨੂੰ ਦੇਣ ਦੇ ਐਲਾਨ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਕਰ ਦਿੱਤੇ ਗਏ ਕਿਵੇਂ ਦੇਖਦੇ ਹੋ ਜਦੋਂ ਤਾਂ ਵੱਖ-ਵੱਖ ਲੀਡਰਾਂ ਦੇ ਵੱਲੋਂ ਐਲਾਨ ਕੀਤੇ ਜਾ ਰਹੇ ਸੀ ਪੈਸੇ ਦੇਣ ਦੇ ਉਦੋਂ ਨਵਜੋਤ ਸਿੰਘ ਸਿੱਧੂ ਨਿਸ਼ਾਨੇ ਤੇ ਲੈਂਦੇ ਰਹੇ ਉਹਨਾਂ ਨੂੰ ਅੱਜ ਖੁਦ ਐਲਾਨ ਕਰਤੇ ਤੇ ਦੂਜਾ ਤੁਸੀਂ ਕੀ ਸੋਚਦੇ ਹੋ ਕਿ ਪੰਜਾਬ ਦੀ ਵਿੱਤੀ ਸਥਿਤੀ ਇਹੋ ਜਿਹੀ ਹਲੇ ਹੈਗੀ ਹੈ ਕਿ ਅਗਲੀ ਸਰਕਾਰ ਆਉਣ ਤੱਕ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ ਕਿਉਂਕਿ ਕਰਜ਼ਾ ਤਾਂ ਪਹਿਲਾਂ ਹੀ ਪੰਜਾਬ ਤੇ ਬਹੁਤ ਹੈ देखो पहली गल तो यह है कि मैं ना सुनिया ना देखिया मैं थोड़े सामने लोगों चुट के आई बिल्कुल अंदर हुणे ऐलान होया जो तुसीं लोकां नूं मिल रहे सी चार फोन करके ते मैं देखिया भी ना सुनिया हैगा दूजी गल हुण इस गल दा जवाब तां खुद सिद्धू साहब नूं देणगे तां मैं तां नहीं इन्हां ने किहड़े एंगल तो जां किहड़े इंतजाम करन दे नाल सोचिया जरूर कुछ सोच के कीता होगा ਇਹਦਾ ਬਿਹਤਰ ਜਵਾਬ ਉਹ ਦੇ ਸਕਦੇ ਆ ਬਿਲਕੁਲ ਬੀਬੀ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਤਾਂ ਇਹ ਸਨ ਬੀਬੀ ਰਜਿੰਦਰ ਕੌਰ ਪੱਠਲ ਜੀ ਸਾਬਕਾ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਦੇ ਵੱਲੋਂ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਸਾਡੇ ਨਾਲ ਗੱਲਬਾਤ ਕੀਤੀ ਗਈ ਬਹੁਤ ਅਹਿਮ ਸਵਾਲਾਂ ਨੇ ਜਿਹੜੇ ਸਾਡੇ ਨਾਲ ਉਹਨਾਂ ਨੇ ਜਵਾਬ ਵੀ ਦਿੱਤੇ ਨੇ ਉਮੀਦ ਕਰਦੇ ਹਾਂ ਕਿ ਬੀਬੀ ਜੀ ਨਾਲ ਇਹ ਮੁਲਾਕਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ ਦੁਬਾਰਾ ਫਿਰ ਮਿਲਾਂਗੇ ਪ੍ਰੋਗਰਾਮ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ